ਮੇਰੇ ਗੈਸਟ ਲੱਭਣੇ ਬੜੇ ਮੁਸ਼ਕਲ ਹੁੰਦੇ ਨੇ। ਮੇਰੇ ਗੈਸਟ ਜਿਹੜੇ ਵੀ ਹੁੰਦੇ ਨੇ ਇੰਟੈਲੈਕਚੁਅਲ ਗੈਸਟ ਜਿਹੜੇ ਦੁਨੀਆ ਦੇ ਵਿੱਚ ਕਿਤੇ ਕਾਮਯਾਬ ਹੋਏ ਨੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਰਸਪਾਲ ਜਾਲੀ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਇਨ ਦ ਲੇਟ ਸ਼ੋ। ਲੇਟ ਸ਼ੋ ਦੀ ਮੈਂ ਹਮੇਸ਼ਾ ਗੱਲ ਕਰ ਦਿੰਦਾ ਕਿ ਮੇਰੇ ਗੈਸਟ ਲੱਭਣੇ ਬੜੇ ਮੁਸ਼ਕਲ ਹੁੰਦੇ ਨੇ। ਮੇਰੇ ਗੈਸਟ ਜਿਹੜੇ ਵੀ ਹੁੰਦੇ ਨੇ ਇੰਟੈਲੈਕਚੁਅਲ ਗੈਸਟ ਜਿਹੜੇ ਦੁਨੀਆ ਦੇ ਵਿੱਚ ਕਿਤੇ ਕਾਮਯਾਬ ਹੋਏ ਨੇ। ਤੁਹਾਨੂੰ ਪਤਾ ਜੇ ਤੁਸੀਂ ਪੁਲਿਸ ਜਿਹੜੇ ਕੰਮ ਕਰਦੇ ਹੋ, ਨੇਵੀ 'ਚ ਕਰਦੇ ਹੋ, 에ਅਰ ਫੋਰਸ ਕਰਦੇ ਹੋ, ਜਾਂ ਲਾਰਡ ਜਾਂ MP ਵਗੈਰਾ, ਉਹ ਬਿਜ਼ਨਸਮੈਨ ਹੈਗੇ, ਕਿਸੇ ਵੀ ਤਰ੍ਹਾਂ ਦਾ ਪ੍ਰੋਫੈਸ਼ਨ ਹੋਵੇ ਔਰ ਤੁਸੀਂ ਉਹਦੇ 'ਚ ਕੁਝ ਅਚੀਵ ਕੀਤਾ ਹੋਵੇ ਤੇ ਉਹਨਾਂ ਮੈਨੂੰ ਗੈਸਟ ਲੈ ਕੇ ਆਉਣਾ, ਤਾਂ ਕਿ ਜਿਹੜੇ ਸਾਡੇ ਯੰਗਸਟਰ ਘਰ ਬੈਠੇ ਦੇਖ ਰਹੇ ਨੇ ਪ੍ਰੋਗਰਾਮ, ਉਹਨਾਂ ਦੇ ਦਿਮਾਗ 'ਚ ਆਵੇ ਕਿ ਯਾਰ ਮੈਂ ਵੀ ਇਹ ਬਣਨਾ ਚਾਹੁੰਦਾ। ਸੋ ਵੈਰੀ ਇੰਸਪਾਇਰਿੰਗ ਸ਼ੋ, ਬੜਾ ਅੱਛਾ ਹੁੰਦਾ। ਕੋਸ਼ਿਸ਼ ਕਰੋ ਤੁਸੀਂ ਪਲੀਜ਼ ਅੰਤ ਤੱਕ ਦੇਖਿਓ। ਅਗਰ ਤੁਸੀਂ ਕਾਲ ਕਰਕੇ ਮੇਰੇ ਗੈਸਟ ਨਾਲ ਗੱਲ ਕਰਨੀ ਹੋਗੀ, ਕੋਈ ਸਵਾਲ ਜਵਾਬ ਕਰਨਾ, ਬਾਈ ਆਲ ਮੀਨਸ ਤੁਸੀਂ ਕਾਲ ਕਰ ਸਕਦੇ ਹੋ। ਦਾ ਟੈਲੀਫੋਨ ਨੰਬਰ ਵੀ ਔਨ ਦਾ ਸਕਰੀਨ ਆਫ ਦਾ ਬੋਬਨ। ਅਸੀਂ ਜਦੋਂ ਪ੍ਰੋਫੈਸ਼ਨ ਦੀ ਗੱਲ ਕਰੇ, ਬੜੀ ਕਮਾਲ ਦੀ ਗੱਲ ਹੈ। ਆਈ ਡੋਂਟ ਗਿਵ ਅਵੇ। ਪਹਿਲਾਂ ਮੈਂ ਗੈਸਟ ਨੂੰ ਇੰਟਰੋਡਿਊਸ ਕਰਕੇ ਅਸੀਂ ਫਿਰ ਗੱਲ ਕਰਾਂਗੇ ਕਿ ਉਹਨਾਂ ਦਾ ਪ੍ਰੋਫੈਸ਼ਨ ਕੀ ਹੈ। ਇਟਸ ਵੈਰੀ ਮਚ ਅਨਨੋਨ ਇਨ ਆ ਕਮਿਊਨਿਟੀ ਦੇ ਵਿੱਚ। ਤੁਹਾਨੂੰ ਸਮਝ ਪੈ ਜਾਏਗੀ ਮੈਂ ਕਿੱਥੋਂ ਕੀ ਗੱਲ ਕਰ ਰਿਹਾ। ਤੇ ਚਲੋ ਪਹਿਲਾਂ ਅਸੀਂ ਆਪਣੇ ਗੈਸਟ ਨੂੰ ਇਨਵਾਈਟ ਕਰਦੇ ਹਾਂ, ਸਰਦਾਰ ਨਰਿੰਦਰ ਸਿੰਘ ਆਸੀ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਭਾਜੀ ਫਤਿਹ। ਥੈਂਕ ਯੂ ਪਹਿਲੇ ਤੇ ਸੋ ਮਚ ਤੁਹਾਡੇ ਆਉਣ ਦਾ। ਬੜੀ ਦੂਰੋਂ ਆਏ ਨੇ, ਬੜੀ ਆਈ ਪਿਕ ਦਮ ਫਰਮ ਅ ਕਰਾਊਡ। ਜਿੱਦਾਂ ਕਹਿੰਦੇ ਨੇ ਇੱਕ ਸਿੱਖ ਦੂਰੋਂ ਨਜ਼ਰ ਆਉਂਦਾ, 1.25 ਲੱਖ ਬੰਦਾ ਇੱਕ ਸਰਦਾਰ ਖੜਾ ਵੀ ਦਿਖਾਈ, ਉੱਦਾਂ ਮੈਂ ਉਹਨਾਂ ਨੂੰ ਪਿਕ ਕਰਕੇ ਲੈ ਕੇ ਆਇਆ। ਵੈਰੀ ਵੈਰੀ ਇੰਟੈਲੈਕਚੁਅਲ ਗੈਸਟ ਹੈਗਾ, ਇਹਨਾਂ ਨੇ ਬੜਾ ਕੁਝ ਕੰਮ ਕੀਤਾ ਸੀ, ਉਹਦੇ ਬਾਰੇ ਗੱਲ ਕਰਾਂਗੇ। ਆਸਤੇ ਆਸਤੇ ਗੱਲ ਕਰਾਂਗੇ। ਵਿਲ ਗੈਟ ਇਨ ਟੂ ਦੀ ਲਾਈਨ ਸਲੋਲੀ ਐਂਡ ਸਟੱਡੀ। ਇੱਕ ਘੰਟਾ ਪੂਰਾ ਪਿਆ ਸਾਡੇ ਪਾਸ। ਨਰਿੰਦਰ ਜੀ, ਪਹਿਲਾਂ ਸਭ ਤੋਂ ਪਹਿਲਾਂ ਪ੍ਰੋਫੈਸ਼ਨ ਦੀ ਤੁਹਾਡੀ ਬਾਅਦ 'ਚ ਗੱਲ ਕਰਾਂਗੇ। ਥੋੜ੍ਹਾ ਬਹੁਤ ਆਪਣਾ ਦੱਸੋ, ਵੇਅਰ ਯੂ ਬੋਰਨ ਐਂਡ ਇਫ ਯੂ ਨੋਟ ਬੋਰਨ ਇਨ ਦਿਸ ਕੰਟਰੀ, ਤੁਸੀਂ ਕਦੋਂ ਆਏ? ਮੇਰਾ ਆਈਡੀਆ ਕੀ ਹੁੰਦਾ ਨਾ, ਜਦੋਂ ਤੁਸੀਂ ਪ੍ਰੋਫੈਸ਼ਨ ਪਿਕ ਕੀਤਾ, ਜਦੋਂ ਸਾਡੇ ਟਾਈਮ ਦੇ ਵਿੱਚ ਅਸੀਂ ਬੜੀ ਲੇਟ ਪ੍ਰੋਫੈਸ਼ਨ ਪਿਕ ਕਰਦੇ ਸੀਗੇ। ਅੱਜ ਕੱਲ੍ਹ ਦੇ ਬੱਚੇ 10-12 ਸਾਲ ਦੇ ਰੈਡੀ, ਦੇ ਨੋ ਵਾਟ ਦੇ ਵਾਂਟ ਟੂ ਡੂ ਇਟ। ਹਾਂਜੀ, ਪਹਿਲਾਂ ਤਾਂ ਤੁਹਾਡੀ ਸਾਰੀ ਵਿਊਅਰਸ਼ਿਪ ਨੂੰ ਮੈਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿਣੀ ਚਾਹਾਂਗਾ। ਤੇ ਤੁਹਾਡਾ ਵੀ ਧੰਨਵਾਦ ਕਰਦਾ ਕਿ ਅੱਜ ਮੈਨੂੰ ਮੌਕਾ ਦਿੱਤਾ ਮੋਸਟ ਵੈਲਕਮ ਭਾਜੀ, ਡਿਜ਼ਰਵ ਕਰਦੇ ਹੋ ਯਾਰ ਥੋੜੇ ਵਿਚਾਰ ਸਾਂਝੇ ਕਰਨ ਦਾ। ਸੋ ਸ਼ੁਰੂਆਤ ਆਪਾਂ ਇੱਥੋਂ ਕਰਦੇ ਹਾਂ ਕਿ ਮੇਰਾ ਜਨਮ ਅਸਲ 'ਚ ਅਫਰੀਕਾ ਦਾ ਹੈਗਾ ਤੇ ਮੈਂ ਮੁੰਬਾਸੇ 'ਚ ਮੇਰੇ ਪਿੰਡ ਦੇ ਚੋਲੀ ਬੋਲਦੇ ਨੇ ਥੋੜੀ ਬਹੁਤੀ। ਹਾਂਜੀ, ਪਰ ਅੱਜ ਨਹੀਂ ਮੈਂ ਬੋਲਾਂਗਾ, ਅੱਜ ਨਹੀਂ ਮੈਂ ਕੋਸ਼ਿਸ਼ ਕਰਾਂਗਾ। ਪਰ ਮੁੰਬਾਸੇ ਦਾ ਮੇਰਾ ਜਨਮ ਹੈਗਾ। ਮੁੰਬਾਸਾ ਜਿਹੜਾ ਕਿ ਕੇਨੀਆ 'ਚ ਸੈਕੰਡ ਲਾਰਜੈਸਟ ਉੱਥੇ ਦੀ ਸਿਟੀ ਹੈ, ਕੋਸਟਲ ਟਾਊਨ ਹੈਗਾ, ਪੋਰਟ ਹੈਗਾ। ਤੇ ਉੱਥੇ ਮੈਂ ਆਪਣੇ ਪ੍ਰਾਇਮਰੀ ਸਕੂਲ ਦੀ ਅਟੈਂਡੈਂਸ ਕੀਤੀ ਹੈ ਤੇ ਸੈਕੰਡਰੀ ਸਕੂਲ ਵੀ ਮੈਂ ਉੱਥੇ ਪੜ੍ਹਿਆ। ਤੇ ਫਿਰ ਇਸ ਤਰ੍ਹਾਂ ਗੱਲ ਹੋਈ ਕਿ ਅਰਲੀ 70s ਦੇ ਵਿੱਚ ਨਾ ਅਸੀਂ ਜਾਣੀ ਕਿ ਜਦੋਂ A ਲੈਵਲਸ ਕਰਨ ਦੀ ਸਟੇਜ 'ਤੇ ਅਸੀਂ ਆਏ ਹਾਂ, ਉਦੋਂ ਅਸੀਂ ਦੇਖਿਆ ਕਿ ਸਾਡੇ ਵਾਸਤੇ ਓਪਰਚੁਨਿਟੀਜ਼ ਕਾਫੀ ਘੱਟ ਰਹੀਆਂ ਸੀਗੀਆਂ ਫਰਦਰ ਐਜੂਕੇਸ਼ਨ ਵਾਸਤੇ। ਤੇ ਫਿਰ ਅਸੀਂ ਆਪਣੇ ਪੇਰੈਂਟਸ ਨੂੰ ਨਾ ਉਦੋਂ ਪਰਸੂਏਡ ਕਰ ਲਿਆ ਕਿ ਤੁਸੀਂ ਆਪਾਂ ਸਾਰੇ UK ਜਾ ਕੇ ਸੈਟਲ ਹੋਈਏ। ਤੇ ਉਹ ਥੋੜ੍ਹੇ ਉਦੋਂ ਰਿਲੈਕਟੈਂਟ ਸੀਗੇ ਕਿਉਂਕਿ ਉਦੋਂ ਮਾਹੌਲ ਇਸ ਤਰ੍ਹਾਂ ਦੇ ਹੁੰਦੇ ਸੀਗੇ ਕਿ ਆਪਣੇ ਬੱਚੇ ਇੱਥੇ ਪੜ੍ਹਨ ਆਉਂਦੇ ਸੀਗੇ ਤੇ ਫਿਰ ਕੋਈ ਵਾਪਸ ਆਉਂਦਾ ਸੀਗਾ, ਕੋਈ ਨਹੀਂ ਆਉਂਦਾ ਸੀਗਾ। ਤੇ ਉਹ ਕਹਿੰਦੇ ਸੀਗੇ ਅਸੀਂ ਸੁਣਿਆ ਕਿ ਉੱਥੇ ਬਜ਼ੁਰਗ ਜਦੋਂ ਜਾਂਦੇ ਨੇ ਉਹਨਾਂ ਦੇ ਕੋਈ ਲੁੱਕ ਆਫਟਰ ਉਹਨਾਂ ਦੀ ਨਹੀਂ ਕਰਦਾ ਤੇ ਸਾਡੇ ਨਾਲ ਵੀ ਤੁਸੀਂ ਇਸ ਤਰ੍ਹਾਂ ਹੀ ਕਰੋਗੇ। ਫਿਰ ਉਹਨਾਂ ਨੂੰ ਫਿਰ ਅਸੀਂ ਪ੍ਰੋਮਿਸ ਕੀਤਾ ਕਿ ਨਹੀਂ, ਅਸੀਂ ਤੁਹਾਡਾ ਖਿਆਲ ਰੱਖਾਂਗੇ। ਤੇ ਫਿਰ ਉਹਨਾਂ ਨੂੰ ਪਰਸੂਏਡ ਕਰਕੇ ਅਸੀਂ 1973 'ਚ ਇੱਥੇ ਆ ਗਏ। ਦੇ ਵਿੱਚ ਹਾਂਜੀ। ਸੋ ਫਿਰ ਇੱਥੇ ਆ ਕੇ ਮੈਂ ਆਪਣੇ A ਲੈਵਲਸ ਜਿਹੜੇ ਕਿ ਮੈਂ ਉੱਥੇ ਕੇਨੀਆ ਦੇ ਵਿੱਚ ਸ਼ੁਰੂਆਤ ਕੀਤੀ ਸੀ ਉਹਨਾਂ ਦੀ, ਉਹ ਫਿਰ ਮੈਂ ਇੱਥੇ ਆ ਕੇ ਖ਼ਤਮ ਕੀਤੇ। ਤੇ ਉਸ ਤੋਂ ਬਾਅਦ ਸਾਡੀ ਫੈਮਿਲੀ ਦੇ ਬੈਕਗਰਾਊਂਡ ਹਰ ਵੇਲੇ ਕੰਸਟਰਕਸ਼ਨ ਦੇ ਵਿੱਚ, ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ। ਅੱਛਾ, ਕੰਸਟਰਕਸ਼ਨ ਸਾਰਾ ਕੁਝ। ਓਕੇ ਸੋ ਇਹ ਜਿੰਨੇ ਵੀ ਸਾਡੇ ਰਿਸ਼ਤੇਦਾਰ ਸੀਗੇ, ਉਹ ਜਾਂ ਕੋਈ ਬਿਲਡਿੰਗ ਕੰਟਰੈਕਟਰ ਸੀਗਾ, ਜਾਂ ਕੋਈ ਇੰਜੀਨੀਅਰ ਸੀਗਾ, ਜਾਂ ਕੋਈ ਜੁਆਇਨਰ ਸੀਗਾ, ਜਾਂ ਸਟੀਲ ਫੈਬਰੀਕੇਟਰ ਸੀਗਾ। ਸੋ ਸਾਡੇ ਸਾਰੇ ਖਾਨਦਾਨ 'ਚ ਬੰਦੇ ਨਾ ਇਹਨਾਂ ਕੰਮਾਂ ਦੇ ਵਿੱਚ ਹੀ ਅਸੀਂ ਟ੍ਰੇਨ ਹੁੰਦੇ ਆਏ ਹਾਂ। ਅਤੇ ਉੱਥੇ ਤੁਹਾਨੂੰ ਪਤਾ ਅਫਰੀਕਾ 'ਚ ਉਦੋਂ ਜਦੋਂ ਆਪਾਂ ਬੱਚੇ ਹੁੰਦੇ ਸੀਗੇ, ਉਦੋਂ ਇੰਟਰਨੈਟ ਵਗੈਰਾ ਅਤੇ ਇਸ ਤਰ੍ਹਾਂ ਦੇ ਫੈਸਿਲਿਟੀਜ਼ ਕੁਛ ਨਹੀਂ ਸੀਗਾ। ਜਾਂ ਤੁਸੀਂ ਹਾਕੀ ਖੇਲ ਆਓ ਅਤੇ ਜਾਂ ਕਿਸੇ ਵਰਕਸ਼ਾਪਾਂ 'ਚ ਜਾ ਕੇ ਤੁਸੀਂ ਆਪਣੇ ਤਾਏ ਚਾਚਾ ਦੇ ਨਾਲ ਉਹਨਾਂ ਨੂੰ ਅਸਿਸਟੈਂਸ ਦੇ ਦਿਓ। ਸੋ ਇਸ ਤਰ੍ਹਾਂ ਸਾਡੀ ਉੱਥੇ ਅਪਬ੍ਰਿੰਗਿੰਗ ਰਹੀ ਹੈ। ਅਤੇ ਸ਼ੁਰੂ ਤੋਂ ਹੀ ਨਾ ਸ਼ੌਂਕ ਸੀਗਾ ਕਿ ਕੁਛ ਟੈਕਨੀਕਲ ਕਰੀਏ। ਅਤੇ ਪਹਿਲਾਂ ਅਸੀਂ ਸੋਚੀਦਾ ਸੀਗਾ ਕਿ ਮਕੈਨੀਕਲ ਇੰਜੀਨੀਅਰਿੰਗ ਦਾ ਸੋਚ ਲਈਏ। ਫਿਰ ਮੈਂ ਸੋਚਿਆ ਮੈਂ ਸਟਰਕਚਰਲ ਇੰਜੀਨੀਅਰਿੰਗ ਕਰਾਂ। ਅਤੇ ਫਿਰ ਐਕਚੁਅਲੀ ਮੇਰੇ ਨਾਇਰੋਬੀ ਨਾ
ਦੋ ਤਿੰਨ ਕਜ਼ਨਸ ਸੀਗੇ ਜਿਹੜੇ ਕਿ ਡਰਾਫਟਸਮੈਨਸ਼ਿਪ ਦਾ ਕੰਮ ਕਰਦੇ ਸੀਗੇ ਉੱਥੇ ਵੱਡੀਆਂ ਆਰਕੀਟੈਕਟਸ ਦੀਆਂ ਫਰਮਸ ਦੇ ਨਾਲ, ਤੇ ਉਹਨਾਂ ਨੇ ਬੜੀਆਂ ਸ਼ਾਨਦਾਰ ਡਰਾਇੰਗਾਂ ਲਿਆ ਕੇ ਦਿਖਾਉਣੀਆਂ ਸਾਨੂੰ ਨਾ ਕਿ ਅਸੀਂ ਹੁਣ ਇਹ ਬਿਲਡਿੰਗ ਡਿਜ਼ਾਈਨ ਕਰ ਰਹੇ ਹਾਂ, ਇਹ ਬਿਲਡਿੰਗ ਡਿਜ਼ਾਈਨ ਕਰ ਰਹੇ ਹਾਂ। ਓਕੇ, ਤੋਂ ਉੱਥੋਂ ਸ਼ੌਂਕ ਉੱਠਿਆ ਕਿ ਸ਼ਾਇਦ ਅਸੀਂ ਵੀ ਕਰ ਸਕੀਏ। ਤੇ ਵੈਸੇ ਵੀ ਮੈਂ ਸੈਕੰਡਰੀ ਸਕੂਲ ਲੈਵਲ ਤੇ ਨਾ ਮੈਂ ਟੈਕਨੀਕਲ ਸਕੂਲ 'ਚ ਗਿਆ ਸੀਗਾ, ਤੇ ਉੱਥੇ ਟੈਕਨੀਕਲ ਡਰਾਇੰਗ ਤੇ ਮੈਟਲ ਵਰਕ ਤੇ ਵੁੱਡ ਵਰਕ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਸਿੱਖਦਾ ਆਇਆ। ਤੇ ਫਿਰ ਜਦੋਂ ਨੈਰੋਬੀ ਜਾਣਾ ਉਹਨਾਂ ਨੂੰ ਪੁੱਛਣਾ ਕਿ ਕੋਈ ਡਰਾਇੰਗ ਕਰਨੀ ਤੇ ਨਹੀਂ ਕੋਈ ਕਰਨ ਵਾਲੀ ਹੈਗੀ, ਮੈਂ ਕਰ ਦਿੰਦਾ, ਮੈਂ ਤੁਹਾਨੂੰ ਅਸਿਸਟ ਕਰ ਦਿੰਦਾ। ਤੇ ਇਸ ਤਰ੍ਹਾਂ ਹੌਲੀ ਹੌਲੀ ਸ਼ੌਂਕ ਪੈਦਾ ਹੋਇਆ। ਅੱਛਾ, ਉੱਥੋਂ ਸ਼ੌਂਕ ਪੈਦਾ ਹੋ ਗਿਆ। ਉੱਥੋਂ ਸ਼ੌਂਕ ਪੈਦਾ ਹੋਇਆ। ਪਰ ਇੱਥੇ ਫਿਰ ਮੈਂ ਥੋੜ੍ਹਾ ਰਿਲੈਕਟੈਂਟ ਸੀਗਾ ਕਿਉਂਕਿ ਜਦੋਂ ਦੇਖੀਦਾ ਸੀਗਾ ਇਹ ਕੋਰਸ ਕਾਫੀ ਲੰਬਾ ਹੈਗਾ, 7 ਸਾਲ ਲੱਗ ਜਾਂਦੇ ਨੇ ਪੂਰੀ ਟ੍ਰੇਨਿੰਗ ਕਰਨ ਵਾਸਤੇ। ਤੇ ਫਿਰ ਮੈਂ ਸੋਚਿਆ ਕਿ ਜੇ ਕਰਨਾ ਹੀ ਹੈ ਤੇ ਉਹ ਚੀਜ਼ ਕਰੋ ਜਿਹਦੇ 'ਚ ਤੁਹਾਨੂੰ ਸ਼ੌਂਕ ਹੈਗਾ। ਮੇਰਾ ਪਤਾ ਖਾਸ ਮੇਰਾ ਮਕਸਦ ਕੀ ਹੁੰਦਾ ਹੈ, ਯੂ نو ਮੈਜੋਰਿਟੀ ਤੁਹਾਨੂੰ ਪਤਾ ਅਫਰੀਕਾ 'ਚ ਆਪਣੀ ਸੇਮ ਲਾਈਫ ਸੀਗੀ ਇੱਕ ਤਰ੍ਹਾਂ ਦੀ। ਬੇਸ਼ੱਕ ਬਿਜ਼ਨਸ ਹੋਵੇ, ਮਾਂ ਪਿਓ ਬੇਸ਼ੱਕ ਚਾਹੁੰਦੇ ਸੀਗੇ ਇਹ ਜੇ ਡੈਂਟਿਸਟ ਬਣੇ, ਡਾਕਟਰ ਬਣੇ, ਕੁਛ ਨਾ ਦਾ ਵਕੀਲ ਬਣੇ, ਕੋਈ ਨਾ ਕੋਈ। ਹੁਣ ਭਾਜੀ ਜਿਹੜੇ ਭਾਜੀ ਨਰਿੰਦਰ ਹੈਗੇ ਨੇ ਆਰਕੀਟੈਕਟ ਹੈਗੇ ਨੇ, ਨਾ ਮੈਂ ਕਦੀ ਸੁਣਿਆ ਸਾਡੇ ਜਿੰਨੇ ਵੀ ਜਾਲੇ ਯਾਰ ਦੋਸਤ ਦਾ ਰਿਸ਼ਤੇਦਾਰ ਸੀਗੇ ਨਾ, ਮੈਨੂੰ ਨਹੀਂ ਪਤਾ ਕਿ ਕਿਸੇ ਦਾ ਵੀ ਬੱਚਾ ਆਰਕੀਟੈਕਟ ਬਣੇਗਾ ਐਕਸੈਪਟ ਯੂ, ਐਂਡ ਦੈਟਸ ਵੇ ਮੈਨੂੰ ਪਿਕ ਕਰਕੇ ਲੈ ਕੇ ਆਇਆ। ਅਸੀਂ ਅੱਗੇ ਗੱਲਾਂ ਕਰਾਂਗੇ, ਇਹਨਾਂ ਦੇ ਪ੍ਰੋਜੈਕਟ ਦਿਖਾਵਾਂਗੇ ਕਿ ਯੂਕੇ 'ਚ ਕਿੰਨੇ ਕਮਰਸ਼ੀਅਲ ਬੇਸ ਦੇ ਉੱਪਰ ਇਹਨਾਂ ਨੇ ਕੰਮ ਕਰ ਰਹੇ ਨੇ। ਇਟਸ ਸੱਚ ਲਾਰਜ ਫਰਮ ਇਹਨਾਂ ਦੀ। ਯੂ نو ਮੈਨੂੰ ਪਤਾ ਵੀ ਨਹੀਂ ਸੀਗਾ ਕਿ ਆਰਕੀਟੈਕਚਰ ਤੁਸੀਂ ਇੰਨਾ ਕੁਝ ਕਰ ਸਕਦੇ ਹੋ। ਪਰ ਥੋੜੀ ਫੈਮਿਲੀ ਵੱਲੋਂ ਨਹੀਂ ਫੋਰਸ ਹੋਇਆ ਕਿ ਤੂੰ ਇਹ ਕੀ ਕਰਨ ਲੱਗਾ ਪਿਆ, ਕੋਈ ਇਨਕਰੇਜਮੈਂਟ ਡਿਸਕਰੇਜਮੈਂਟ? ਅਸਲ 'ਚ ਕੀ ਹੈ, ਹੁਣ ਜਿਸ ਤਰ੍ਹਾਂ ਸਾਡੇ ਫਾਦਰ ਸਾਹਿਬ ਕੈਨੀਅਨ ਬਰੂਰੀਜ਼ 'ਚ ਨਾ ਉਹ ਮੇਨਟੇਨੈਂਸ ਇੰਜੀਨੀਅਰਿੰਗ ਦਾ ਕੰਮ ਕਰਦੇ ਸੀ, ਫੈਬਰੀਕੇਸ਼ਨ ਦਾ ਕੰਮ ਕਰਦੇ ਸੀਗੇ। ਤੇ ਉਹਨਾਂ ਦੀ ਹਾਇਰਾਰਕੀ 'ਚ ਜਿਹੜਾ ਟੌਪ ਬੰਦਾ ਹੁੰਦਾ ਸੀਗਾ ਉਹ ਉਹਨਾਂ ਦਾ ਚੀਫ ਇੰਜੀਨੀਅਰ ਹੁੰਦਾ ਸੀਗਾ। ਓਕੇ, ਉਸ ਜ਼ਮਾਨੇ 'ਚ ਉੱਥੇ ਅਫਰੀਕਾ 'ਚ ਸਾਰੇ ਗੋਰੇ ਇੰਜੀਨੀਅਰਸ ਹੁੰਦੇ ਸੀਗੇ। ਸੋ ਮਨ 'ਚ ਇਸ ਤਰ੍ਹਾਂ ਇੱਕ ਖਿਆਲ ਪੈਦਾ ਹੋਇਆ ਕਿ ਐਕਚੁਅਲੀ ਜੇ ਇੰਜੀਨੀਅਰਿੰਗ ਕਰਨੀ ਹੈ ਤਾਂ ਮੈਨੂੰ ਉਹਦਾ ਕੰਮ ਚਾਹੀਦਾ। ਤੇ ਸੋ ਇਸ ਤਰ੍ਹਾਂ ਇੰਜੀਨੀਅਰਿੰਗ ਦੀ ਸੋਚ ਨਾ ਆਲਰੇਡੀ ਮਨ 'ਚ ਉਦੋਂ ਪੈਦਾ ਹੋਈ ਸੀ। ਪਰ ਤੁਹਾਨੂੰ ਡਿਡ ਯੂ ਨੋ, ਕਿਉਂਕਿ ਕੋਈ ਕੈਰੀਅਰ ਐਡਵਾਈਸ ਨਹੀਂ ਸੀ ਹੁੰਦੀ ਕਿਸੇ ਕੋਲੋਂ ਵੀ, ਤੁਸੀਂ ਖੁਦ ਹੀ ਇੰਟਰਨੈਟ ਵਗੈਰਾ ਨਹੀਂ ਸੀਗੇ ਰਿਸਰਚ ਕਰਨ ਲਈ, ਤੁਸੀਂ ਖੁਦ ਹੀ ਆਪਣਾ ਮਾਈਂਡ ਡਿਸਾਈਡ ਕੀਤਾ ਤੂੰ ਆਰਕੀਟੈਕਟ ਬਣਨਾ। ਬਟ ਡਿਡ ਯੂ ਨੋ ਕਿ ਇਹਦੇ 'ਚ ਕੀ ਫਾਇਦਾ ਹੋਏਗਾ, ਇਨਕਮ ਹੋਏਗੀ, ਕੀ ਹੋਏਗਾ? ਬਟ ਡਿਡ ਯੂ ਨੋ ਐਨੀ ਆਈਡੀਆ ਅਬਾਊਟ ਇਟ? ਤੁਹਾਨੂੰ ਮੈਂ ਸੱਚ ਦੱਸਾਂ, ਆਪਣੀ ਜਨਰੇਸ਼ਨ ਦੇ ਵਿੱਚ ਨਾ ਜੇ ਪੇਰੈਂਟਸ ਨਾ ਆਪਣੇ ਬੱਚਿਆਂ ਨੂੰ ਐਸਪੀਰੇਸ਼ਨਲ ਆਈਡੀਆਜ਼ ਦਿੰਦੇ ਵੀ ਸੀਗੇ ਕਿ ਤੂੰ ਪੜ੍ਹ ਲੈ, ਉਹ ਇੰਨਾ ਹੀ ਕਹਿੰਦੇ ਹੁੰਦੇ ਸੀ ਕਿ ਤੂੰ ਪੜ੍ਹ ਲੈ, ਅਕਾਊਂਟੈਂਟ ਬਣ ਜਾ, ਪਰ ਇਸ ਤਰ੍ਹਾਂ ਦਾ ਕੋਈ ਰੋਡ ਮੈਪ ਨਹੀਂ ਉਹ ਦਿਖਾਉਂਦੇ ਸੀਗੇ ਕਿ ਇੱਕ ਵਾਰੀ ਪੜ੍ਹਾਈ ਤੁਸੀਂ ਕਰ ਲਈ ਆ, ਉਸ ਤੋਂ ਬਾਅਦ ਤੁਸੀਂ ਕੀ ਕਰਨਾ। ਬਸ ਉਸ ਤੋਂ ਬਾਅਦ ਇਹੀ ਹੁੰਦਾ ਸੀਗਾ ਕਿ ਸੋ ਇੰਨੀ ਦੂਰ ਤਾਂ ਹੀ ਸੋਚਿਆ ਹੀ ਨਹੀਂ ਸੀਗਾ। ਬਸ ਇਸ ਤਰ੍ਹਾਂ ਹੀ ਸੋਚਿਆ ਸੀਗਾ ਕਿ ਐਕਚੁਅਲੀ ਆਰਕੀਟੈਕਚਰ ਦਾ ਕੰਮ ਅੱਛਾ ਲੱਗਦਾ, ਬਿਲਡਿੰਗ ਦਾ ਕੰਮ ਅੱਛਾ। ਮੇਰੇ ਉੱਥੇ ਇੱਕ ਦੋ ਅੰਕਲ ਸੀਗੇ, ਉਹ ਸਟੀਲ ਫੈਬਰੀਕੇਸ਼ਨ ਦਾ ਕੰਮ ਕਰਦੇ ਸੀਗੇ। ਕਦੀ ਉਹਨਾਂ ਨੇ ਕੋਈ ਸਪਾਇਰਲ ਸਟੇਕਸ ਫੈਬਰੀਕੇਟ ਕਰਕੇ ਲਿਜਾਣੇ ਤੇ ਇੰਸਟਾਲ ਕਰਨ ਜਾਣੇ। ਅਸੀਂ ਉਹਨਾਂ ਦੀ ਪਿਕਅਪ ਟਰੱਕ 'ਚ ਬੈਠ ਜਾਣਾ, ਨਾਲ ਦੇਖਣਾ ਕਿ ਬੜੇ ਸ਼ਾਨਦਾਰ ਘਰ ਬਣਾਏ ਨੇ, ਤੇ ਉਦੋਂ ਸ਼ੌਂਕ ਥੋੜ੍ਹਾ ਨਾ ਉਦੋਂ ਪੈਦਾ ਹੋਇਆ। ਸੋ ਇਸ ਤਰ੍ਹਾਂ ਪਤਾ ਸੀਗਾ ਕਿ ਬਿਲਡਿੰਗਸ ਬਣਾਉਣ ਦੇ ਨਾਲ ਐਸੋਸੀਏਟਡ ਹੈਗਾ। ਤੁਸੀਂ ਹੁਣ ਇੰਨੇ ਹਾਈ ਸਕੇਲ ਤੇ ਕੰਮ ਕਰਦੇ, ਯੂ ਸੋ ਵੈਲ ਨੋਨ। ਹੁਣ ਅਕਾਲ ਚੱਲਣ ਤੇ ਹੁਣ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਜਾਏਗਾ। ਅਸੀਂ ਤੁਹਾਨੂੰ ਪਿਕਚਰ ਵਗੈਰਾ ਦਿਖਾਵਾਂਗੇ ਕਿਹੜੀ ਸਕੇਲ ਤੇ ਕੰਮ ਕਰਦੇ ਨੇ। ਕੋਈ ਇੱਦਾਂ ਦਾ ਤੁਹਾਡੇ ਮਾਈਂਡ 'ਚ ਕੋਈ ਟਾਈਮ ਆਇਆ ਸੀ ਕਿ ਯੂ ਥਿੰਕ ਕਿ ਨਹੀਂ ਮੈਂ ਟਰਨ ਕੁਝ ਹੋਰ ਕਰ ਲਵਾਂ, ਔਰ ਵਰ ਯੂ ਕੁਆਇਟ ਹੈਪੀ ਵਿਦ ਵਾਟ ਯੂ ਡੂਇੰਗ? ਐਕਚੁਅਲੀ ਆਰਕੀਟੈਕਚਰ ਦੀ ਜਿਹੜੀ ਟ੍ਰੇਨਿੰਗ ਹੈ ਨਾ ਉਹ ਕਾਫੀ ਟਫ ਹੈਗੀ। ਤੇ ਪਹਿਲੇ 3 ਸਾਲ ਕਿਉਂਕਿ ਮੈਂ ਜਦੋਂ ਇੱਥੇ ਆਇਆ, ਮੈਨੂੰ ਨਾ ਮੈਂ ਇਸ ਮੁਲਕ 'ਚ 2 ਸਾਲ ਰਿਹਾ ਹੋਇਆ ਸੀਗਾ ਜਦੋਂ ਮੈਂ ਆਪਣੀ ਯੂਨੀਵਰਸਿਟੀ ਦੀ ਐਜੂਕੇਸ਼ਨ ਸਟਾਰਟ ਕੀਤੀ। ਔਰ ਉਦੋਂ ਮੈਨੂੰ ਪਤਾ ਨਹੀਂ ਸੀਗਾ ਕਿ ਜਿਹੜੀ ਮੈਂ ਯੂਨੀਵਰਸਿਟੀ 'ਚ ਜਾ ਰਿਹਾ ਔਰ ਜਿਹੜੇ ਆਰਕੀਟੈਕਚਰ ਸਕੂਲ 'ਚ ਜਾ ਰਿਹਾ ਉਹ ਦੁਨੀਆ 'ਚ ਮੰਨਿਆ ਹੋਇਆ। ਲੰਡਨ 'ਚ ਇਟਸ ਵਨ ਆਫ ਦ ਬੈਸਟ ਯੂਨੀਵਰਸਿਟੀ ਕਾਲਜ ਦਾ ਜਿਹੜਾ ਸਕੂਲ ਹੈਗਾ। ਪਰ ਮੈਂ ਤਾਂ ਐਸੇ ਹੀ ਸੋਚਿਆ ਸੀ ਕਿ ਲੰਡਨ 'ਚ ਆਰਕੀਟੈਕਚਰ ਕਰਾਂ, ਤੇ ਇਸ ਯੂਨੀਵਰਸਿਟੀ 'ਚ ਮੈਂ ਅਪਲਾਈ ਕੀਤਾ, ਮੈਨੂੰ ਜਗ੍ਹਾ ਮਿਲ ਗਈ। ਤੇ ਉਹ ਜਿਹੜੀ ਆਰਕੀਟੈਕਚਰ ਦੀ ਟ੍ਰੇਨਿੰਗ ਹੁੰਦੀ ਹੈ ਨਾ ਉਹ ਕਾਫੀ ਕ੍ਰਿਟੀਕਲ ਬੇਸਿਸ 'ਤੇ ਹੁੰਦੀ ਨੇ ਕਿ ਤੁਸੀਂ ਡਿਜ਼ਾਈਨ ਕਰਦੇ ਹੋ, ਤੁਸੀਂ ਡਿਜ਼ਾਈਨ ਨੂੰ ਪਿਨ ਅਪ ਕਰਦੇ ਹੋ, ਫਿਰ 10 ਬੰਦੇ ਨਾ ਬੈਠ ਕੇ ਉਹਨਾਂ 'ਚ ਨੁਕਸਾਂ ਕੱਢਦੇ ਨੇ ਕਿ ਇਹ ਨਹੀਂ ਠੀਕ, ਇਹ ਨਹੀਂ ਠੀਕ, ਇਹ ਨਹੀਂ ਠੀਕ। ਤੇ ਉਹ ਜਿਹੜਾ ਬੰਦੇ ਕੋਲ ਜਿਸ ਕੋਲ ਟ੍ਰੇਨਿੰਗ ਨਾ ਹੋਵੇ, ਔਰ ਸਾਡੇ ਵਰਗੇ ਬੰਦਿਆਂ ਨੂੰ ਕਿਸੇ ਨੇ ਦੱਸਿਆ ਨਹੀਂ ਸੀਗਾ ਕਿ ਕਿਸ ਤਰ੍ਹਾਂ ਪ੍ਰੈਜ਼ੈਂਟ ਕਰਨੀਆਂ, ਕਿਸ ਤਰ੍ਹਾਂ ਨਹੀਂ, ਉਹ ਕਾਫੀ ਡੀਮੋਰਲਾਈਜ਼ਿੰਗ ਪ੍ਰੋਸੈਸ ਹੋ ਸਕਦਾ। ਕਿਉਂਕਿ ਤੁਸੀਂ ਲੰਡਨ ਯੂਨੀਵਰਸਿਟੀ 'ਚ ਹੋਣ ਦੇ ਕਾਰਨ ਜਿਹੜੇ ਤੁਹਾਡੇ
ਆਪਣੇ ਪੈਨਲ ਦੇ ਵਿੱਚ ਜਿਹੜੇ ਜੱਜਿਸ ਐਡਜੂਡੀਕੇਟਰਸ ਹੁੰਦੇ ਨੇ ਉਹ ਸਾਰੇ ਮੰਨੇ ਹੋਏ ਆਰਕੀਟੈਕਟਸ ਜਿਹੜੇ ਲੰਡਨ 'ਚ ਜੇ ਦੁਨੀਆ ਤੋਂ ਉਹ ਲੋਕ ਲਿਆਉਂਦੇ ਨੇ ਤੇ ਫਿਰ ਉਹਨਾਂ ਦੇ ਸਾਹਮਣੇ ਇਸ ਤਰ੍ਹਾਂ ਦੀ ਪ੍ਰੈਜੈਂਟੇਸ਼ਨ ਕਰਨੀ ਸਾਰਾ ਕੁਝ ਕਰਨਾ ਕਾਫੀ I ਮੁਸ਼ਕਲ can ਹੈ imagine. I can ਤੇ ਕਈ ਬੰਦੇ ਉਦੋਂ ਘਬਰਾ ਜਾਂਦੇ ਨੇ ਫਿਰ ਕਹਿੰਦੇ ਨੇ ਕਿ ਅਸੀਂ ਅੱਗੇ ਨਹੀਂ ਕਰਨਾ ਪਰ ਜਿਸ ਤਰ੍ਹਾਂ ਉਸ ਸਿਚੁਏਸ਼ਨ 'ਚ ਤੁਸੀਂ ਸੈਟਲ ਹੋ ਜਾਂਦੇ ਹੋ ਫਿਰ ਤੁਸੀਂ ਦੇਖਦੇ ਹੋ ਕਿ ਐਕਚੁਅਲੀ ਵਿਦ ਦ ਪੈਸੇਜ ਆਫ ਟਾਈਮ ਜਿਸ ਤਰ੍ਹਾਂ ਕਹਿੰਦੇ ਨਾ ਤੁਸੀਂ ਉਹ ਸਕਿੱਲਸ ਹੌਲੀ ਹੌਲੀ ਡਿਵੈਲਪ ਕਰਦੇ ਹੋ ਫਿਰ ਉਸ ਤੋਂ ਬਾਅਦ ਚੀਜ਼ਾਂ ਇੰਪਰੂਵ ਹੁੰਦੀਆਂ ਜਾਂਦੀਆਂ ਨੇ ਪਰ ਇਹ ਕੰਮ ਕਾਫੀ ਬਰੀਕੀ ਦਾ ਕਾਫੀ ਜ਼ਿੰਮੇਵਾਰੀ ਦਾ ਕੰਮ ਹੈਗਾ ਕਿਉਂਕਿ ਜਦੋਂ ਵੱਡੇ ਪ੍ਰੋਜੈਕਟ ਕਰੀਦੇ ਮਿਲੀਅਨਸ ਆਫ ਪਾਉਂਡਸ ਹੁੰਦੇ ਨੇ ਤੇ ਇਸ ਮੁਲਕ 'ਚ ਜਿਹੜਾ ਸਟਰਕਚਰ ਹੈਗਾ ਕਿ ਆਰਕੀਟੈਕਟ ਜਿਹੜਾ ਹੈਗਾ ਉਹ ਆਪਣਾ ਡਿਜ਼ਾਈਨ ਟੀਮ ਦਾ ਲੀਡਰ ਹੁੰਦਾ ਸੋ ਇਹ ਸਾਰੀਆਂ ਡਿਸੀਜਨ ਨਾ ਫਿਰ ਉਹਨਾਂ ਦੇ ਥਰੂ ਜਾਂਦੀਆਂ ਨੇ ਤੇ ਇਸ ਕਰਕੇ ਆਲ ਰਾਊਂਡ ਨਾ ਇਹ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਸੋ ਹੌਲੀ ਹੌਲੀ ਬੰਦਾ ਨਾ ਆਪਣੇ ਸਕਿੱਲ ਸੈਟਸ ਰਿਫਾਈਨ ਕਰਕੇ ਤੇ ਅੱਗੇ ਫਿਰ ਵੱਧਦਾ ਨੀਰਜ ਜੀ ਹੁਣ ਤਾਂ ਤੁਹਾਡਾ ਨਾਮ ਹੋ ਗਿਆ ਬੜੀ ਸ਼ੋਹਰਤ ਹੋ ਗਈ ਤੁਹਾਡੀ ਹਰ ਬੰਦੇ ਨੂੰ ਕਿਸੇ ਵੀ ਤੁਸੀਂ ਪ੍ਰੋਫੈਸ਼ਨ ਸੀਗੇ ਤੁਹਾਡਾ ਜਿੱਦਾਂ ਤੁਸੀਂ ਬੜਾ ਟੈਕਨੀਕਲ ਬੜਾ ਰਿਸਪੌਂਸਿਬਲ ਜੌਬ ਹੈਗਾ ਕੋਈ ਰੰਗ ਕਰਕੇ ਦਸਤਾਰ ਕਰਕੇ ਤੁਹਾਨੂੰ ਕੋਈ ਤਕਲੀਫ ਆਈ ਸੀਗੀ ਤੂੰ ਜਦੋਂ ਪ੍ਰੈਜੈਂਟੇਸ਼ਨ ਕਰਦੇ ਹੁਣ ਤੇ ਤੁਹਾਨੂੰ ਦੁਨੀਆ ਢੂੰਡੇਗੀ ਆਪ ਤੁਸੀਂ ਪਿਕ ਕਰ ਸਕਦੇ ਹੋ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਪਰ ਟੂ ਐਸਟੈਬਲਿਸ਼ ਤੁਹਾਨੂੰ ਕੋਈ ਇੱਦਾਂ ਦੀ ਤਕਲੀਫ ਆਈਆਂ ਸੀਗੀ ਇਹ ਸਵਾਲ ਨਾ ਮੈਨੂੰ ਕਾਫੀ ਵਾਰੀ ਪੁੱਛਿਆ ਗਿਆ ਤੇ ਇਹਦਾ ਜਵਾਬ ਬਹੁਤ ਮੁਸ਼ਕਲ ਦੇਣਾ ਕਿਉਂਕਿ ਜਦੋਂ ਤੁਸੀਂ ਨਵੇਂ ਹੁੰਦੇ ਇਸ ਮੁਲਕ 'ਚ ਤੁਸੀਂ ਇੰਨੇ ਐਂਗਰੋਸਡ ਹੁੰਦੇ ਹੋ ਕਿ ਮੈਂ ਆਪਣਾ ਕੰਮ ਕਿਸ ਤਰ੍ਹਾਂ ਡਿਲੀਵਰ ਕਰਨਾ ਕਿਹੜੇ ਸਟੈਂਡਰਡ ਦਾ ਕਰਨਾ ਤੁਸੀਂ ਇਹ ਚੀਜ਼ਾਂ ਦੀ ਨਾ ਤੁਹਾਨੂੰ ਸੋਚ ਨਹੀਂ ਆਉਂਦੀ ਜੇ ਅੱਗੇ ਤੁਹਾਡੇ ਬੰਦਾ ਬੈਠਾ ਤੁਹਾਡੇ ਨਾਲ ਤੁਹਾਡੇ ਨਾਲ ਕਿਸੇ ਤਰੀਕੇ ਨਾਲ ਡਿਸਕ੍ਰਿਮੀਨੇਟ ਕਰਦਾ ਵੀ ਹੈ ਨਾ ਕਿਵੇਂ ਸਾਨੂੰ ਪਤਾ ਲੱਗਦਾ ਜਾਂ ਤਾਂ ਕੋਈ ਆਊਟਰਾਈਟ ਬੇਸਿਸ ਤੇ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਪਰ ਜੇ ਤੁਸੀਂ 4 ਬੰਦਿਆਂ ਦੇ ਨਾਲ ਆਪਣੇ ਡਿਜ਼ਾਈਨ ਵਗੈਰਾ ਦਿਖਾਏ ਨੇ ਤੇ ਉਹਨਾਂ ਨੇ ਤੁਹਾਡਾ ਡਿਜ਼ਾਈਨ ਨਹੀਂ ਚੁਣਿਆ ਤੇ ਉਹਨਾਂ ਨੇ ਦੂਸਰੇ ਬੰਦੇ ਦਾ ਚੁਣਿਆ ਅਸੀਂ ਕਹਿ ਨਹੀਂ ਸਕਦੇ ਜ਼ਰੂਰੀ ਕਿ ਉਹਨਾਂ ਨੇ ਡਿਸੀਜਨ ਤਾਂ ਇਹ ਬਣਾਈ ਹੈ ਕਿ ਵਾਕਈ ਸਾਡਾ ਡਿਜ਼ਾਈਨ ਥੋੜਾ ਘਟੀਆ ਸੀਗਾ ਕਿ ਇਸ ਕਰਕੇ ਬਣਾਈ ਹੈ ਕਿ ਮੇਰੇ ਤੇ ਬੇਸ ਕੀਤੀ ਹੈ ਕਿ ਮੇਰੇ ਤੇ ਬੇਸ ਕੀਤੀ ਹੈ ਇੱਕ ਦੋ ਵਾਰੀ ਇਸ ਤਰ੍ਹਾਂ ਹੋਇਆ ਕਿ ਹਾਊਸਿੰਗ ਐਸੋਸੀਏਸ਼ਨ ਵਾਸਤੇ ਨਾ ਅਸੀਂ ਪ੍ਰੋਜੈਕਟ ਦੀ ਓਪਰਚੁਨਿਟੀ ਅਸੀਂ ਦੇਖੀ ਹੈ ਅਸੀਂ ਡਿਵੈਲਪ ਕਰਕੇ ਉਹਨਾਂ ਨੂੰ ਕਾਫੀ ਉੱਚੇ ਲੈਵਲ ਤੇ ਲੈ ਕੇ ਗਏ ਹਾਂ ਉਹ ਹਾਊਸਿੰਗ ਐਸੋਸੀਏਸ਼ਨ ਦੇ ਬੰਦੇ ਵੀ ਪੂਰੇ ਸਪੋਰਟ ਕਰਦੇ ਨੇ ਉਸ ਡਿਜ਼ਾਈਨ ਨੂੰ ਪਰ ਜਦੋਂ ਜਿਹੜੇ ਬੰਦਿਆਂ ਨੇ ਫੰਡ ਕਰਨਾ ਹੈ ਉਸ ਲੈਵਲ ਤੇ ਗਿਆ ਨਾ ਫਿਰ ਉਹਨਾਂ ਨੇ ਆਪਣੇ ਬੰਦਿਆਂ ਨੂੰ ਨਾ ਸਾਈਡਵੇਜ਼ ਸ਼ਿਫਟ ਕਰਕੇ ਨਾ ਉਹ ਪ੍ਰੋਜੈਕਟ ਪਾਸ ਔਨ ਕਰ ਦਿੱਤੇ ਨੇ ਹੁਣ ਇਸ ਤਰ੍ਹਾਂ ਦੀ ਚੀਜ਼ ਦਾ ਅਸੀਂ ਸਬੂਤ ਨਹੀਂ ਦੇ ਸਕਦੇ ਕਿਉਂਕਿ ਮੁਸ਼ਕਿਲ ਨੇ ਇਹ ਚੀਜ਼ਾਂ ਪਰ ਮੈਂ ਸਮਝਦਾ ਕਿ ਜੇ ਉਹ ਚੀਜ਼ਾਂ ਤੇ ਬੈਠੇ ਰਹੀਏ ਨਾ ਤੇ ਫਿਰ ਉਹ ਆਪਾਂ ਨੂੰ ਇੱਕ ਤਰ੍ਹਾਂ ਆਪਾਂ ਨੂੰ ਉਹ ਅੰਡਰਮਾਈਨ ਕਰਦੀਆਂ ਉਹੀ ਖਿਆਲ ਆਪਣੇ ਫਿਰ ਮਨ 'ਚ ਆਉਂਦੇ ਨੇ ਮੈਂ ਸੋਚਿਆ ਕਿ ਜੇ ਕੋਈ ਕਰਦਾ ਵੀ ਹੈ ਡਿਸਕ੍ਰਿਮੀਨੇਟ ਨਹੀਂ ਇਹਦਾ ਬੈਸਟ ਤਰੀਕਾ ਇਹ ਹੈਗਾ ਕਿ ਤੁਸੀਂ ਨਾ ਉਹਨਾਂ ਨੂੰ ਕਰਕੇ ਦਿਖਾਓ ਔਰ ਉਹਨਾਂ ਦੇ ਨਾਲ ਬੈਟਰ ਕਰਨਾ ਹਾਂਜੀ ਸੋ ਇਹੀ ਰੱਖਿਆ ਕਿ ਜਿਹੜੀ ਮੈਂ ਸਮਝਦਾ ਕਿ ਜਿਹੜੀ ਟਾਕਿੰਗ ਹੋਣੀ ਚਾਹੀਦੀ ਹੈ ਨਾ ਉਹ ਬਿਲਡਿੰਗ ਤੁਹਾਡੀ ਟਾਕ ਕਰੇ ਗੱਲਾਂ ਕਰਨ ਦਾ ਕੀ ਬਾਤ ਹੈ ਗੱਲਾਂ ਤਾਂ ਸਾਰੇ ਕਰ ਗੱਲ ਕਿ ਨਰਿੰਦਰ ਨੇ ਬੜੀ ਅੱਛੀ ਕਹੀ ਹੈ ਕਿ ਬੋਲਣ ਨਾਲੋਂ ਤੁਸੀਂ ਚੀਜ਼ ਬਣੀ ਦਿਖਾਓ ਟੇਬਲ ਤੇ ਰੱਖ ਕੇ ਇਹ ਮੈਂ ਬਣਾਈ ਹੈ ਹੁਣੇ ਅਸੀਂ ਥੋੜੀ ਠਹਿਰ ਕੇ ਗੱਲਾਂ ਬਾਤਾਂ ਕਰਕੇ ਤੁਹਾਨੂੰ ਪਿਕਚਰ ਵਗੈਰਾ ਦਿਖਾਵਾਂਗੇ ਕਿ ਇਹਨਾਂ ਦੇ ਕਿਹੜੇ ਪ੍ਰੋਜੈਕਟ ਕਿਤੇ ਤੁਹਾਡੇ ਵੀ ਤੁਸੀਂ ਹੈਰਾਨ ਰਹਿ ਜਾਓਗੇ ਵੱਡੀ ਗੱਲ ਜਦੋਂ ਪਹਿਲੇ ਤੇ ਐਪਲੀਕੇਸ਼ਨ ਹੋਵੇ ਫਿਰ ਉੱਤੋਂ ਸੁਧਾਰ ਹੋਵੇ ਔਰ ਇੰਗਲੈਂਡ 'ਚ ਐਸਟੈਬਲਿਸ਼ ਹੋਣਾ ਐਡੀ ਵੱਡੇ ਪੱਧਰ ਦੇ ਉੱਪਰ ਬੜੀ ਮਿਹਨਤ ਦਾ ਕੰਮ ਹੈਗਾ ਬਹੁਤ ਮਿਹਨਤ ਦਾ ਇਨਸਾਨ ਬੜੀ ਤਕਲੀਫਾਂ ਵਿੱਚ ਜਾਂਦਾ ਜਿੱਦਾਂ ਇਹਨਾਂ ਨੇ ਦੱਸਿਆ ਬੜੀ ਤਕਲੀਫਾਂ ਹੋਈਆਂ ਲੇਕਿਨ ਉਹਨਾਂ ਨੇ ਪਿੱਛੇ ਰੱਖ ਕੇ ਹੀ ਵੈਂਟ ਫਾਰਵਰਡ ਐਂਡ ਅੱਜ ਹੀ ਇਜ਼ ਸੈਲਫ ਮੇਡ ਸਕਸੈਸਫੁਲ ਬਿਜ਼ਨਸਮੈਨ ਹੈਗੇ ਆਰਕੀਟੈਕਟ one of the well known firm ਜਦੋਂ ਤੁਸੀਂ ਸਟਾਰਟ ਕੀਤਾ ਸੀ ਕੁਝ ਨਹੀਂ ਪਤਾ ਹੁੰਦਾ ਮੇਬੀ ਯੂ ਵਰ ਸਿਟਿੰਗ ਵਿਦ ਅ ਲਿਟਲ ਆਫਿਸ one table one chair ਹੁਣ ਤੇ ਰੱਬ ਦੀ ਬੜੀ ਮਿਹਰ ਹੈਗੀ ਆ ਡਿਡ ਯੂ ਨੋ ਕਿ ਤੁਸੀਂ ਐਡੇ ਵੱਡੇ ਐਸਟੈਬਲਿਸ਼ ਹੋ ਜਾਓਗੇ ਅਸਲ 'ਚ ਮੈਂ ਪਹਿਲਾਂ ਜਦੋਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਮੈਂ ਜਦੋਂ ਯੂਨੀਵਰਸਿਟੀ ਦੀ ਮੇਰੀ ਟ੍ਰੇਨਿੰਗ ਖਤਮ ਹੋਈ ਮੈਂ ਪਹਿਲਾਂ ਇੱਕ ਹਸਪੀਟਲ ਡਿਜ਼ਾਈਨ ਸੈਕਟਰ ਦੇ ਵਿੱਚ ਨਾ ਮੈਂ ਕੰਮ ਕੀਤਾ 4-5 ਸਾਲ ਤੇ ਉਹਦੇ 'ਚ ਮੈਂ ਦੇਖਿਆ ਕਿ ਮੈਂ ਜਿਹੜਾ ਵੀ ਕੰਮ ਕਵਾਂ ਨਾ ਉਹਨਾਂ ਨੂੰ ਕਿ ਮੈਂ ਕਰਨਾ ਉਹ ਮੈਨੂੰ ਦੇ ਦਿੰਦੇ ਸੀਗੇ ਕਿਉਂਕਿ ਪਬਲਿਕ ਸੈਕਟਰ 'ਚ ਸੀਗਾ ਜਿਹੜੇ ਬਾਕੀ ਦੇ ਬੰਦੇ ਸੀਗੇ ਉਹਨਾਂ ਨੂੰ ਇੰਨੀ ਐਂਬੀਸ਼ਨ ਨਹੀਂ ਸੀਗੀ ਤੇ ਮੈਂ ਜੇ ਕਹਿਣਾ ਕਿ ਮੈਂ ਹਸਪੀਟਲ ਦਾ ਮਾਸਟਰ ਪਲਾਨ ਡਰਾ ਕਰਨਾ ਉਹਨਾਂ ਨੇ ਕਹਿਣਾ ਕਰ ਲੈ ਤੇ ਸੋ ਮੈਂ 4-5 ਸਾਲ ਉੱਥੇ ਕੀਤਾ ਤੇ ਕੰਮ ਤੇ ਫਿਰ ਮੈਂ ਦੇਖਿਆ ਕਿ 4-5 ਸਾਲਾਂ ਬਾਅਦ ਨਾ ਕਿ
ਸਾਰੇ ਬੰਦਿਆਂ ਦੀ ਆਊਟਲੁੱਕ ਤੇ ਐਸਪੀਰੇਸ਼ਨ ਨਾ ਥੋੜ੍ਹੀਆਂ ਲਿਮਿਟਿਡ ਸੀਗੀਆਂ। ਤੇ ਫਿਰ ਮੈਂ ਉਸ ਤੋਂ ਬਾਅਦ ਮੈਂ 2 ਸਾਲ ਪ੍ਰਾਈਵੇਟ ਸੈਕਟਰ 'ਚ ਕੰਮ ਕੀਤਾ। ਤੇ ਜਿਸ ਤਰ੍ਹਾਂ ਮੈਂ ਕਰਦਾ ਸੀਗਾ, ਮੈਨੂੰ ਨਾ ਫਿਰ ਦੋਸਤਾਂ ਮਿੱਤਰਾਂ ਨੇ ਛੋਟੇ ਪ੍ਰੋਜੈਕਟਸ ਕਰਨੇ, ਉਹਨਾਂ ਨੇ ਕਹਿਣਾ ਕਿ ਤੂੰ ਪ੍ਰਾਈਵੇਟਲੀ ਆ ਕੰਮ ਕਰ ਦੇ। ਫਿਰ ਪ੍ਰਾਈਵੇਟ ਕਰਦਾ ਮੇਰੇ ਕੰਮ ਇੰਨੇ ਵਧਣ ਲੱਗ ਗਏ ਨਾ ਕਿ ਫਿਰ ਮੈਂ ਸੋਚਿਆ ਕਿ ਹੁਣ ਮੈਂ ਬਾਕੀ ਦੇ ਕੰਮ ਨੌਕਰੀ ਕਰਨੀ ਮੈਂ ਛੱਡ ਦੇਵਾਂ ਤੇ ਮੈਂ ਆਪਣਾ ਓਨ ਬਿਜ਼ਨਸ ਚਾਲੂ ਕਰਾਂ। ਤੇ ਸਾਡੇ ਪਾਸ ਕੋਈ ਫੁੱਟਪ੍ਰਿੰਟ ਜਾਂ ਨੋ ਹਾਓ ਜਾਂ ਕੁਛ ਨਹੀਂ ਸੀਗਾ, ਤੇ ਬਸ ਇਹੀ ਹੈ ਕਿ ਇੱਕ ਕੰਮ ਟੂ ਦ ਨੈਕਸਟ ਚਾਲੂ ਕੀਤਾ। ਪਰ ਫਿਰ ਕਰਦੇ ਨਾ ਫਿਰ ਇਹ ਸਿਚੁਏਸ਼ਨ ਆਈ ਕਿ ਇੱਕ ਕਲਾਇੰਟ ਵਾਸਤੇ ਮੈਂ 10 ਸਾਲ ਤਕਰੀਬਨ ਕਾਫੀ ਸਾਰੇ ਪ੍ਰੋਜੈਕਟਸ ਉਹਦੇ ਨਾਲ ਮੈਂ ਕੀਤੇ। ਇੱਕ ਦਿਨ ਮੈਨੂੰ ਮੈਂ ਤੁਹਾਨੂੰ ਬਿਜ਼ਨਸ ਦੀ ਗੱਲ ਦੱਸਦਾ ਕਿ ਬਿਜ਼ਨਸ ਦੀ ਸੋਚ ਸਾਡੀ ਕਮਿਊਨਿਟੀ 'ਚ ਕਿੰਨੀ ਘੱਟ ਹੈਗੀ ਹੈ। ਸੋ ਇੰਨਾ ਪਤਾ ਸੀਗਾ ਕਿ ਆਪਣਾ ਬਿਜ਼ਨਸ ਕਰਨਾ ਹੈ, ਪਰ ਕਿੱਥੇ ਤਾਈਂ ਪਹੁੰਚ ਸਕਦਾ ਹੈ, ਕਿੰਨੇ ਕੁ ਲਿਮਿਟ ਸਪੈਸ਼ਲੀ ਸਾਡੇ ਮਨ 'ਚ ਵੀ ਸੀ ਗੱਲ ਹੁੰਦੀ ਹੈ ਨਾ, ਇਹ ਨਾ ਹੀ ਸੋਚਿਆ ਸੀਗਾ। ਤੇ ਉਦੋਂ ਮੈਂਟਲੀ ਸਮਝਿਆ ਸੀਗਾ ਕਿ ਬਸ ਇਹੀ ਕੰਮ ਆਉਂਦੇ ਰਹਿਣ ਤੇ ਰੋਟੀ ਪਾਣੀ ਚੱਲਦੀ ਰਹੇ ਤੇ ਠੀਕ ਆ। ਪਰ ਉਹ ਉੱਪਰ ਤਾਈਂ ਐਸਪੀਰੇਸ਼ਨ ਜਿਹੜੀ ਹੈ ਨਾ, ਉਦੋਂ ਤਾਈਂ ਹਲੇ ਡਿਵੈਲਪ ਨਹੀਂ ਹੋਈ ਸੀਗੀ। ਉਹ ਤਾਂ ਫਿਰ ਜਦੋਂ ਮੈਂ ਚਾਲੂ ਕੀਤਾ ਨਾ ਕਿ ਬੰਦਿਆਂ ਵਾਸਤੇ, ਫਿਰ ਬੰਦਿਆਂ ਨੇ ਕਹਿਣਾ ਕਿ ਮੈਂ ਜਿਸ ਤਰ੍ਹਾਂ ਮੈਂ ਕਲਾਇੰਟ ਦੀ ਗੱਲ ਕਰਦਾ, ਮੈਨੂੰ ਕਹਿੰਦਾ ਕਿ ਨਰਿੰਦਰ ਤੂੰ ਪਿਛਲੇ 10 ਸਾਲਾਂ ਦਾ ਜਦੋਂ ਤੂੰ ਮਿਲਿਆ ਮੇਰੇ ਵਾਸਤੇ ਤੂੰ ਬੇਸ਼ੁਮਾਰ ਪ੍ਰੋਜੈਕਟਸ ਕੀਤੇ ਨੇ। ਤੇ ਮੈਂ ਜਦੋਂ ਚਾਲੂ ਕੀਤਾ ਸੀ ਮੇਰੇ ਕੋਲ ਇੱਕ ਕਾਰ ਸੀਗਾ ਤੇ ਇੱਕ ਐਕਸਟਰਾ ਕਾਰ ਮੈਂ ਕਨਵਰਟ ਕਰਨਾ ਸੀ, ਉਹ ਤੂੰ ਮੇਰੇ ਵਾਸਤੇ ਕਰਕੇ ਦਿੱਤਾ। ਹੁਣ 10 ਸਾਲਾਂ ਬਾਅਦ ਮੇਰੇ ਕੋਲ 70 ਹੋਰ ਪ੍ਰਾਪਰਟੀਆਂ ਤੇ 7 ਲੰਡਨ ਦੇ ਵਿੱਚ ਮੇਜਰ ਹੋਟਲਸ ਨੇ। ਤੇ ਫਿਰ ਮੈਨੂੰ ਕਹਿੰਦਾ ਕਿ ਤੂੰ ਹਰ ਇੱਕ ਪ੍ਰੋਜੈਕਟ ਮੈਂ ਤੇਰੀ ਸਲਾਹ ਨਾਲ ਖਰੀਦਿਆ, ਤੇਰੀ ਸਲਾਹ ਨਾਲ ਡਿਵੈਲਪ ਕੀਤਾ ਤੇ ਤੂੰ ਡਿਜ਼ਾਈਨ ਕੀਤਾ ਔਰ ਉਹਨਾਂ ਦੇ ਕੰਟਰੈਕਟਸ ਮੈਨੇਜ ਕੀਤੇ ਨੇ। ਤੂੰ ਸਾਰਿਆਂ ਵਾਸਤੇ ਕਰਦਾ, ਤੇਰੇ ਕੋਲ ਨੋ ਹਾਓ ਹੈਗੀ, ਤੂੰ ਆਪਣੇ ਵਾਸਤੇ ਕਿਉਂ ਨਹੀਂ ਕਰਦਾ? ਤੇ ਇਹ ਮੈਂ ਤੁਹਾਨੂੰ ਡੈਮੋਸਟ੍ਰੇਟ ਕਰਨਾ ਚਾਹੁੰਦਾ ਕਿ ਸਾਡੀ ਕਮਿਊਨਿਟੀ 'ਚ ਨਾ ਇਸ ਤਰ੍ਹਾਂ ਦੀ ਸੋਚ ਦੀ ਕਿੰਨੀ, ਜਿਸ ਤਰ੍ਹਾਂ ਕਹਿੰਦੇ ਨਾ ਕਿ ਪੋਵਰਟੀ ਆਫ ਥਾਟ ਨਾ ਜਾਂ ਐਸਪੀਰੇਸ਼ਨ ਨਾ, ਇਹ ਸਾਨੂੰ ਕਿਸੇ ਨੇ ਸਿਖਾਈ ਨਹੀਂ ਸੀਗੀ। ਸੋ ਫਿਰ ਮੈਂ ਉਹਨੂੰ ਕਿਹਾ ਕਿ ਐਕਚੁਅਲੀ ਮੈਂ ਵੀ ਨਾ 2 ਸਾਲ ਪਹਿਲਾਂ ਸੋਚਿਆ ਸੀਗਾ ਕਿ ਮੈਂ ਆਪਣੇ ਵਾਸਤੇ ਵੀ ਕੁਝ ਕਰਨ ਲੱਗਾ। ਫਿਰ ਅਸੀਂ ਥੋੜ੍ਹਾ ਸਾਈਡ 'ਚ ਨਾ ਛੋਟਾ ਡਿਵੈਲਪਮੈਂਟ ਦਾ ਕੰਮ ਨਾਲ ਦੇ ਨਾਲ ਆਪਣੀ ਡਿਜ਼ਾਈਨਿੰਗ ਵੀ ਕਰਦੇ ਸੀਗੇ ਤੇ ਨਾਲ ਦੇ ਆਪਣਾ ਡਿਵੈਲਪਮੈਂਟ ਦਾ ਵੀ ਕੰਮ ਚਾਲੂ ਕੀਤਾ। ਤੇ ਫਿਰ ਜਦੋਂ ਬੰਦਾ ਉਸ ਰਾਹੀਂ ਜਾਂਦਾ ਫਿਰ ਬਿਜ਼ਨਸ ਦੀ ਉਹਨਾਂ ਥੋੜ੍ਹੀਆਂ ਹੋਰ ਸਕਿੱਲਸ ਵਗੈਰਾ ਸਿੱਖਦਾ। ਤੇ ਸਾਨੂੰ ਕੋਈ ਦੱਸਣ ਵਾਲਾ ਨਹੀਂ ਸੀਗਾ, ਪਰ ਇਹ ਜ਼ਰੂਰ ਹੈਗਾ ਕਿ ਹੁਣ ਜਿਹੜੀ ਨੈਕਸਟ ਜਨਰੇਸ਼ਨ ਹੈਗੀ ਉਹਨਾਂ ਵਾਸਤੇ ਇਹ ਕੰਮ ਸੌਖਾ ਹੋਏਗਾ। ਮੇਰੇ ਨਾਲ ਕੋਈ ਬੈਠ ਕੇ ਮੇਰੇ ਨਾਲ ਗੱਲ ਕਰੇ ਤੇ ਮੈਂ ਉਹਨੂੰ ਕਾਫੀ ਕੁਝ ਸਿਖਾ ਸਕਦਾ। ਹੁਣ ਮੇਰੀ ਡਾਟਰ ਹੈਗੀ, ਉਹਨੇ ਬਿਜ਼ਨਸ ਦੀ ਡਿਗਰੀ ਕੀਤੀ ਹੋਈ ਹੈ, ਪਰ ਉਹ ਪਿਛਲੇ ਸਾਲ ਤੋਂ ਨਾ ਉਹ ਵੀ ਮੇਰੇ ਨਾਲ ਫਰਮ 'ਚ ਆ ਗਈ ਆ। ਉਹ ਵੀ ਡਿਵੈਲਪਮੈਂਟ ਬਾਰੇ ਸਿੱਖਣਾ ਚਾਹੁੰਦੀ ਹੈ। ਸੋ ਉਹ ਹੋਰ ਕਿਸੇ ਪੋਜੀਸ਼ਨ ਤੋਂ ਸਟਾਰਟ ਕਰੇਗੀ ਜਿੱਥੋਂ ਮੈਂ ਕੀਤਾ ਸੀਗਾ। ਸੋ ਉਮੀਦ ਹੈ ਕਿ ਗਾਂ ਨਾ ਜਿਹੜੀ ਆਪਣੀ ਜਨਰੇਸ਼ਨਸ ਆਉਂਦੀਆਂ ਪਰ ਨਰਿੰਦਰ ਦੇਖੋ, ਇਸੇ ਕਰਕੇ ਮੈਂ ਲੈ ਕੇ ਆਇਆ, ਜਿੱਦਾਂ ਦੱਸਿਆ ਉਹਨਾਂ ਦੀ ਲੜਕੀ ਹੁਣ ਕੁਝ ਬਣਨਾ ਸੀ, ਕੁਝ ਨਹੀਂ ਕਰਨਾ ਸੀਗਾ, ਹੁਣ ਡੈਡ ਦੇ ਪ੍ਰੋਫੈਸ਼ਨ ਫੋਲੋ ਕਰ ਰਹੀ ਹੈ। ਔਰ ਡੈਡ ਇਜ਼ ਸੱਚ ਅ ਸਕਸੈਸਫੁਲ ਮੈਨ ਕੰਟਰੀ ਦੇ ਵਿੱਚ, ਆਰਕੀਟੈਕਟ ਦੇ ਆਪਣੇ ਕੰਮ ਦੇ ਵਿੱਚ ਮਾਹਿਰ ਹੈਗੇ ਨੇ ਤੇ ਆਪਣੇ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ। ਤੁਸੀਂ ਇਮੈਜਿਨ ਕਰੋ ਜਦੋਂ ਟ੍ਰੇਨ ਹੋਈਏ ਤੇ ਕਿੱਦਾਂ ਦੀ ਬਣ ਜਾਏਗੀ ਉਹ। ਇਸੇ ਕਰਕੇ ਜਦ ਵੀ ਤੁਸੀਂ ਘਰ ਬੈਠੇ ਹੋ, ਤੁਹਾਡੇ ਬੱਚੇ ਬੈਠੇ ਨੇ ਸੋਚਦੇ ਨੇ ਅਸੀਂ ਕੀ ਕਰਨਾ। ਅਗਰ ਤੁਹਾਡੇ ਫਾਦਰ ਹੋਣੀ ਹੁਣ ਵੀ ਬਿਜ਼ਨਸ ਵਿੱਚ ਹੈਗੇ ਨੇ, ਕੰਸਟਰਕਸ਼ਨ ਠੇਕੇਦਾਰ ਤਾਂ ਬਹੁਤ ਹੈਗੇ ਨਾ, ਆਪਾਂ ਠੇਕੇਦਾਰ ਕਹਿੰਦੇ ਨਾ ਉਹਨਾਂ ਨੂੰ, ਤੇ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਲਗਾਓ ਇੱਦਾਂ ਦਾ। ਮੈਂ ਤੁਹਾਨੂੰ ਪਲੀਜ਼ ਅਸੀਂ ਪਿਕਚਰਾਂ ਹੁਣੀ ਤੁਹਾਡੀ 5-10 ਗੱਲ ਕਰਕੇ ਨਾ ਮਿੰਟ ਤੁਹਾਨੂੰ ਦਿਖਾਵਾਂਗੇ। ਯੂ ਵਿਲ ਬੀ ਰੀਅਲੀ ਗੌਬਸਮੈਕਡ ਕਿ ਇੰਨੇ ਵੱਡੇ ਪ੍ਰੋਜੈਕਟ ਨਰਿੰਦਰ ਜੀ ਕਰ ਰਹੇ ਨੇ। ਐਂਡ ਦਿਸ ਇਜ਼ ਵਾਈ ਆਈ ਕਾਲਡ ਹਿਮ ਹੇਅਰ ਸਪੈਸ਼ਲੀ ਟੂ ਸ਼ੋ ਐਂਡ ਸ਼ੇਅਰ ਹਿਸ ਸਕਸੈਸ ਵਿਦ ਦ ਪੀਪਲ ਵਰਲਡ ਵਾਈਡ ਦੇ ਨਾਲ। ਨਰਿੰਦਰ ਜੀ ਬੜਾ ਸੱਚੀ ਕਹਿੰਦਾ ਬੜਾ ਪ੍ਰਾਊਡ ਮੂਮੈਂਟ ਹੈਗਾ, ਬਿਕੋਜ਼ ਮੈਂ ਪਰਸਨਲੀ ਜਦੋਂ ਸਾਨੂੰ ਸਕੂਲਾਂ ਦੇ ਵਿੱਚ ਛੋਟੇ ਹੁੰਦੇ ਸੀਗੇ, ਜਦੋਂ ਆਪਾਂ ਸੇਮ ਡਰਾਇੰਗ ਸਿਖਾਉਂਦੇ ਹੁੰਦੇ ਸੀਗੇ, ਮੈਂ ਕਹਿੰਦਾ ਸਾਡੀ ਡਰਾਇੰਗ ਕਰਦੇ, ਮੇਰੇ ਦਿਮਾਗ 'ਚ ਨਹੀਂ ਸੀ ਆਉਂਦਾ ਕਿ ਵਾਈ ਆਰ ਦੇ ਟੀਚਿੰਗ ਯੂ ਟੂ ਡਰਾ ਕਰੋ। ਤੁਸੀਂ ਡਰਾਇੰਗ ਦਾ ਪੀਰੀਅਡ ਹੁੰਦਾ ਸੀਗਾ ਸਾਡੇ ਲਈ, ਸਾਡਾ ਆਫ ਟਾਈਮ ਹੁੰਦਾ ਸੀਗਾ, ਮਸਤੀਆਂ ਕਰਦੇ ਸੀਗੇ, ਲੇਕਿਨ ਉਹ ਕਿੰਨਾ ਮਾਇਨੇ ਰੱਖਦਾ ਸੀ ਡਰਾਇੰਗ ਦਾ ਪੀਰੀਅਡ ਜਿਹੜਾ ਸੀ। ਬਿਲਕੁਲ ਸਹੀ। ਦਿਸ ਇਜ਼ ਵੇਅਰ ਯੂ ਸਟਾਰਟ ਫਰਮ ਨਾ। ਨਹੀਂ, ਸਹੀ ਗੱਲ। ਅਸਲ 'ਚ ਸਾਰੀ ਫੈਮਿਲੀ ਕ੍ਰੀਏਟਿਵ ਸੀਗੀ। ਮੈਂ ਤੁਹਾਨੂੰ ਇਹ ਦੱਸਦਾ, ਸਾਡੀ ਮਦਰ ਤੋਂ ਲੈ ਕੇ ਮੇਰੀਆਂ ਸਿਸਟਰਸ ਨਾਲ ਸਾਰੀਆਂ ਕੁਛ ਨਾ ਕੁਛ ਉਹਨਾਂ 'ਚ ਕ੍ਰੀਏਟਿਵਿਟੀ ਸੀਗੀ। ਮੇਰੇ ਤੋਂ ਵੱਡੀ ਜਿਹੜੀ ਮੇਰੀ ਸਿਸਟਰ ਆ, ਉਹ ਪਹਿਲਾਂ ਤੋਂ ਹੀ ਉਹਨੂੰ ਆਰਟ ਦਾ ਕਾਫੀ ਸ਼ੌਂਕ ਸੀਗਾ। ਸੋ ਸ਼ੀ ਯੂਜ਼ਡ ਟੂ ਬੀ ਅ ਬ੍ਰਿਲੀਅੰਟ ਪੇਂਟਰ। ਤੇ ਜਨਰਲੀ ਕ੍ਰੀਏਟਿਵ ਸਕਿੱਲਸ ਨਾ ਸਾਡੀ ਫੈਮਿਲੀ 'ਚ ਸੀਗੀਆਂ। ਤੇ ਇਸ ਕਰਕੇ ਜਦੋਂ ਸੈਕੰਡਰੀ ਸਕੂਲ 'ਚ ਵੀ ਮੈਂ ਗਿਆ, ਚੋਇਸ ਸੀਗੀ ਕਿ ਇੱਕ ਸਕੂਲ 'ਚ ਜ਼ਿਆਦਾ ਨਾ ਉਹ ਲੋਕ
ਸਾਇੰਸ ਤੇ ਮੈਡੀਸਿਨ ਦੀ ਡਾਇਰੈਕਸ਼ਨ 'ਚ ਬੰਦਿਆਂ ਨੂੰ ਲੈ ਕੇ ਜਾਂਦੇ ਸੀਗੇ। ਤੇ ਮੈਂ ਇੱਕ ਟੈਕਨੀਕਲ ਸਕੂਲ 'ਚ ਪੜ੍ਹਿਆ ਜਿੱਥੇ ਇਹ ਟੈਕਨੀਕਲ ਸਕਿੱਲ ਸਿੱਖੀਆਂ। ਔਰ ਸ਼ੌਂਕ ਹੁੰਦਾ ਸੀਗਾ ਕਿ ਇਹ ਚੀਜ਼ਾਂ ਸਿੱਖੀਏ। ਔਰ ਕਿਉਂਕਿ ਸਕੂਲੇ ਸਿੱਖ ਕੇ ਜਾਂਦੇ ਸੀਗੇ, ਫਿਰ ਆਪਣੇ ਰਿਸ਼ਤੇਦਾਰਾਂ ਦੇ ਜਿਹੜੇ ਵਰਕਸ਼ਾਪ ਸੀ ਫਿਰ ਉੱਥੇ ਜਾ ਕੇ ਥੋੜ੍ਹੀ ਪ੍ਰੈਕਟਿਸ ਕਰੀਦੀ ਸੀਗੀ। ਸੋ ਇਸ ਤਰ੍ਹਾਂ ਨਾ ਉਹ ਜਿਹੜਾ ਲਿੰਕ ਹੈ ਬਿਟਵੀਨ ਡਰਾਇੰਗ ਐਂਡ ਰਿਐਲਿਟੀ ਉਹ ਸਿੱਖਦੇ ਆਏ ਹਾਂ ਹੌਲੀ ਹੌਲੀ ਨਾ। ਮੈਂ ਦੱਸਦਾ ਜਮਾ ਭਾਜੀ ਨਰਿੰਦਰ ਨੇ ਕਮਰਸ਼ੀਅਲ ਬਿਲਡਿੰਗਾਂ, ਰਿਲੀਜੀਅਸ ਪਲੇਸਿਸ ਵਗੈਰਾ ਤੇ ਰੈਜ਼ੀਡੈਂਸ਼ੀਅਲ ਹਿਊਜ ਸਕੇਲ ਦੇ ਉੱਪਰ ਇਹਨਾਂ ਨੇ ਕੰਮ ਕੀਤਾ। ਅਸੀਂ ਤੁਹਾਨੂੰ ਬੜਾ ਸਰਪ੍ਰਾਈਜ਼ ਨਹੀਂ ਰੱਖਣਾ, ਮੈਨੂੰ ਲੱਗਦਾ ਅਸੀਂ ਪਹਿਲਾਂ ਥੋੜ੍ਹੀ ਪਿਕਚਰ ਦਿਖਾਵਾਂਗੇ ਅਤੇ ਨਾਲ ਦੀ ਨਾਲ ਮੈਂ ਉਹਨਾਂ ਨੂੰ ਕਹਾਂਗੇ ਸਾਨੂੰ ਐਕਸਪਲੇਨ ਕਰੋ ਥੋੜ੍ਹਾ ਬਹੁਤਾ ਜਿਹੜਾ ਪ੍ਰੋਜੈਕਟ ਹੈਗਾ, ਕਿਹੜੀ ਬਿਲਡਿੰਗ ਹੈਗੀ, ਕੀ ਹੈਗਾ। ਅਤੇ ਮੈਂ ਆਪਣੇ ਸੁਖਦੇਵ ਨੂੰ ਕਹਾਂਗਾ ਕਿ ਪਲੀਜ਼ ਭਾਜੀ ਮੈਨੂੰ ਜ਼ਰਾ ਦੱਸੋਗੇ ਕੀ ਹੈਗਾ ਉੱਧਰ ਦੇਖ ਕੇ। ਸੋ ਇਹ ਬਿਲਡਿੰਗ ਨਾ ਅਸੀਂ 1991 'ਚ ਇਸ ਦਾ ਡਿਜ਼ਾਈਨ ਚਾਲੂ ਕੀਤਾ ਸੀਗਾ। ਇਹ ਗੁਜਰਾਤੀ ਕਮਿਊਨਿਟੀ, ਪਟੇਲ ਕਮਿਊਨਿਟੀ ਹੈਗੀ ਇੱਕ ਵੈਂਬਲੀ 'ਚ। ਉਹਨਾਂ ਨੇ ਇੱਕ ਜ਼ਮੀਨ ਖਰੀਦੀ ਅਤੇ ਉਹ ਕਹਿੰਦੇ ਕਿ ਅਸੀਂ ਨਾ ਇੱਥੇ ਇੱਕ ਸੈਂਟਰ ਬਣਾਉਣਾ ਹੈ ਜਿਹੜਾ ਕਲਚਰਲ ਸੈਂਟਰ ਹੋਵੇ, ਜਿੱਥੇ ਕਿ ਸਾਡੇ ਬੰਦੇ ਆ ਕੇ ਥੀਏਟਰ ਪਰਫਾਰਮ ਕਰ ਲੈਣ, ਸਾਡੀ ਵਿਆਹ ਸ਼ਾਦੀਆਂ ਜਿਹੜੀਆਂ ਹੈਗੀਆਂ ਉਹ ਇੱਥੇ ਹੋ ਜਾਣ, ਅਤੇ ਐਜੂਕੇਸ਼ਨਲ ਫੈਸਿਲਿਟੀਜ਼ ਥੋੜ੍ਹੀਆਂ ਕਰਨ ਅਸੀਂ ਕਰਨੇ ਆ। ਅਤੇ ਉਹ ਐਕਚੁਅਲੀ ਇਹਨਾਂ ਦਾ ਜਿਹੜਾ ਫਰੰਟਮੈਨ ਸੀਗਾ ਉਹ ਮੇਰਾ ਖਾਸ ਦੋਸਤ ਸੀਗਾ। ਉਸ ਦੇ ਨਾਲ ਮੈਂ ਇੱਕ ਦੋ ਹੋਟਲ ਦੇ ਪ੍ਰੋਜੈਕਟਸ ਵੀ ਕੀਤੇ ਸੀਗੇ। ਅਤੇ ਉਹ ਕਹਿੰਦਾ ਕਿ ਮੈਨੂੰ ਤੂੰ ਕੁਛ ਇਸ ਤਰ੍ਹਾਂ ਦਾ ਬਣਾ ਕੇ ਦੇ ਜਿਹੜਾ ਕੁਛ ਯੂਨੀਕ ਹੋਵੇ, ਕਿ ਐਵੇਂ ਖੋਖਾ ਜਿਹਾ ਨਾ ਸਾਡੇ ਵਾਸਤੇ ਬਣਾ ਦੀ। ਅਤੇ ਫਿਰ ਉਹਨਾਂ ਵਾਸਤੇ ਅਸੀਂ ਬੜਾ ਕ੍ਰੀਏਟਿਵ ਜੋਬ ਹੈਗਾ। ਤੁਸੀਂ ਕਿੱਦਾਂ ਸੋਚਦੇ ਹੋ ਡਿਜ਼ਾਈਨ? ਇਹ ਹੁਣ ਬਿਲਡਿੰਗ ਕਿੰਨੀ ਬਿਊਟੀਫੁਲ ਲੱਗਦੀ ਹੈ, ਸੱਚ ਬਿਊਟੀਫੁਲ ਸਟੈਂਡਰਡ। ਦੇਖੋ ਨਾ ਉਹਦਾ ਸਟਰਕਚਰ ਦੇਖੋ, ਤੁਸੀਂ ਨੈਚੁਰਲ ਲਾਈਟ ਬੜੀ ਦਿੱਤੀ ਅੰਦਰ, ਗਲਾਸ ਲਾ ਕੇ ਸਾਰਾ ਫਰੰਟ ਦੇ ਉੱਪਰ। ਸੋ ਜਿਹੜੀਆਂ ਪਬਲਿਕ ਬਿਲਡਿੰਗਸ ਨੇ ਨਾ, ਕਿਉਂਕਿ ਹੁਣ ਪਿਛਲੇ 10-20 ਸਾਲਾਂ 'ਚ 7-8 ਪਬਲਿਕ ਬਿਲਡਿੰਗਸ ਕਾਫੀ ਸਕੇਲ ਦੀਆਂ ਅਸੀਂ ਡਿਜ਼ਾਈਨ ਕੀਤੀਆਂ ਨੇ। ਅਤੇ ਇਹਨਾਂ ਦੇ ਵਿੱਚ ਮੈਂ ਦੇਖਿਆ ਕਿ ਜਿਹੜੀਆਂ ਪਬਲਿਕ ਬਿਲਡਿੰਗਸ ਮੈਂ ਚਾਹੁੰਦਾ ਕਿ ਜਿਹੜੀ ਸਪੈਸ਼ਲੀ ਆਪਣੀਆਂ ਕਮਿਊਨਿਟੀ ਦੀਆਂ ਬਿਲਡਿੰਗਸ ਹੋਣ ਨਾ, ਮੈਂ ਚਾਹੁੰਦਾ ਕਿ ਜਦੋਂ ਬੰਦੇ ਅੰਦਰ ਜਾਣ ਉਸ ਬਿਲਡਿੰਗ ਦੇ ਵਿੱਚ ਉਹਨਾਂ ਨੂੰ ਥੋੜ੍ਹੀ ਰੋਸ਼ਨੀ ਅਤੇ ਲਾਈਟਨੈਸ ਮਹਿਸੂਸ ਹੋਵੇ। ਕਿਉਂਕਿ ਕਾਫੀ ਸਾਰੇ ਆਪਾਂ ਗਿੱਜੇ ਹੋਏ ਹਾਂ ਕਿ ਮਤਲਬ ਕਿ ਹਾਲਸ ਦੇ ਵਿੱਚ ਜਾਈਏ ਜਿੱਥੇ ਕੋਈ ਰੋਸ਼ਨੀ ਨਹੀਂ ਹੈਗੀ ਜਾਂ ਡੇ ਲਾਈਟ ਨਹੀਂ ਆਉਂਦੀ ਹੈਗੀ, ਅਤੇ ਮੈਂ ਸਮਝਦਾ ਕਿ ਇਹ ਕੁਆਲਿਟੀਜ਼ ਨਾਲ ਜ਼ਰੂਰੀ ਹੈ। ਸੋ ਮਤਲਬ ਕਿ ਮੈਂ ਚਾਹੁੰਦਾ ਕਿ ਬਿਲਡਿੰਗ ਦੇ ਵਿੱਚ ਜਾ ਕੇ ਨਾ ਬੰਦੇ ਨੂੰ ਕਿਸੇ ਤਰੀਕੇ ਨਾਲ ਅਪਲਿਫਟ ਹੋ ਜਾਣਾ ਚਾਹੀਦਾ ਥੋੜ੍ਹਾ ਜਿਹਾ। ਅਤੇ ਸੋ ਇਹਨਾਂ ਦਾ ਡਿਜ਼ਾਈਨ ਵੀ ਇਸ ਤਰੀਕੇ ਨਾਲ ਕਰੀਦਾ ਕਿ ਬੰਦਾ ਬਿਲਡਿੰਗਸ ਦੇ ਵਿੱਚ ਆ ਕੇ ਬਿਲਡਿੰਗ ਨੂੰ ਇੱਕ ਤਰ੍ਹਾਂ ਰੀਡ ਕਰ ਲਵੇ। ਅਤੇ ਅਸੀਂ ਉਹਨੂੰ ਕਹਿੰਦੇ ਕਿ ਬਿਲਡਿੰਗ ਦੀ ਲੈਜੀਬਿਲਿਟੀ ਜਿਹੜੀ ਹੈਗੀ ਨਾ ਉਹ ਸੌਖੀ ਹੋਣੀ ਚਾਹੀਦੀ ਹੈ। ਜਿਹੜਾ ਬਾਹਰਲਾ ਬੰਦਾ ਆਇਆ ਉਹ ਵੜਦੇ ਸਾਰੇ ਨਾ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਹਾਲ ਉੱਥੇ ਆ, ਫਲਾਨੀ ਚੀਜ਼ ਉੱਥੇ। ਉਹ ਕਦੀ ਬਿਲਡਿੰਗਾਂ ਦੇ ਵਿੱਚ ਜਾਈਦਾ, ਤੁਸੀਂ ਐਂਟਰੈਂਸ ਵਿੱਚ ਜਾਂਦੇ ਹੋ, ਇੱਕ ਕੋਰੀਡੋਰ ਹੁੰਦਾ, ਫਿਰ ਬੰਦੇ ਨੂੰ ਪੁੱਛਣਾ ਪੈਂਦਾ ਭਾਜੀ ਲੰਗਰ ਹਾਲ ਕਿੱਥੇ ਆ? ਫਿਰ ਉਹ ਕਹਿੰਦਾ ਕਿ ਇੱਥੋਂ ਲੈਫਟ ਜਾ ਕੇ, ਰਾਈਟ ਜਾ ਕੇ, ਉੱਥੇ ਜਾ ਕੇ। ਸੋ ਇੱਕ ਤਰੀਕਾ ਬਿਲਡਿੰਗਸ ਬਣਾਉਣ ਦਾ ਕਿ ਤੁਸੀਂ ਬਿਲਡਿੰਗਸ ਨੂੰ ਨਾ ਐਕਸੈਸੀਬਲ ਬਣਾਓ ਔਰ ਲਾਈਟ ਐਂਡ ਏਅਰੀ ਬਣਾਓ, ਅਤੇ ਤਦ ਤੁਸੀਂ ਜਿੰਨੀਆਂ ਵੀ ਬਿਲਡਿੰਗਸ ਦੇਖੋਗੇ ਐਂਟਰੈਂਸ ਹਾਲ ਦੇ ਵਿੱਚ ਸਭ ਨਾਲੋਂ ਜ਼ਿਆਦਾ ਇੰਪੈਕਟ ਹੁੰਦਾ। ਅਤੇ ਕੁਛ ਨਾ ਮੈਂ ਹਰ ਵੇਲੇ ਕੋਸ਼ਿਸ਼ ਕਰਦਾ ਕਿ ਨੈਚੁਰਲ ਲਾਈਟ ਜਿੰਨੀ ਵੀ ਲਿਆਈ ਜਾਵੇ, ਅਤੇ ਬਸ ਥੋੜ੍ਹਾ ਨਾ ਸਕੇਲ ਥੋੜ੍ਹਾ ਵੱਡਾ ਹੋਵੇ। ਅਤੇ ਇਹ ਟ੍ਰਿਕਸ ਅਸਲ 'ਚ ਨਵੀਆਂ ਨਹੀਂ ਨੇ। ਇਸ ਤਰ੍ਹਾਂ ਕਿ ਅਸੀਂ ਮਾਡਰਨ ਮਟੀਰੀਅਲਸ ਯੂਜ਼ ਕਰੀਦੇ, ਉਹਦੇ ਨਾਲ ਹੋਰ ਲੈਵਲ 'ਤੇ ਅਸੀਂ ਐਸਕੇਲੇਟ ਹੋ ਜਾਂਦੇ ਹਾਂ। ਪਰ ਜਿਹੜੀ ਸਕੇਲ ਦੀ ਗੱਲ ਹੈਗੀ ਹੈ ਨਾ, ਇਹ ਤੁਸੀਂ ਯੂਰਪ 'ਚ ਕਿਤੇ ਵੀ ਚਲ ਜਾਓ, ਇਟਲੀ 'ਚ ਪੁਰਾਣੇ ਚਰਚਿਜ਼ ਅਤੇ ਇਸ ਤਰ੍ਹਾਂ ਦੇ ਬਿਲਡਿੰਗਸ ਤੁਸੀਂ ਦੇਖੋ, ਉਹਨਾਂ ਦੇ ਵਿੱਚ ਨਾ ਇਹ ਸਾਰੀਆਂ ਡਿਵਾਈਸਿਸ ਐਕਸਪਲੋਰ ਕੀਤੀਆਂ ਕਿ ਸਕੇਲ ਅਤੇ ਆਰਟ 'ਤੇ ਕਿਸ ਤਰ੍ਹਾਂ। ਨਿੰਦਰ ਜੀ, ਜਿਹੜੇ ਬੱਚਿਆਂ ਲਈ ਤਾਂ ਤੁਹਾਡੇ ਲਈ ਤਾਂ ਬੜਾ ਇੰਸਪਾਇਰਿੰਗ ਡੈਡ ਕਿ ਮੇਰੇ ਡੈਡ ਨੇ ਡਿਜ਼ਾਈਨ ਕੀਤੀ ਹੈ। ਫੋਰ ਦ ਕਮਿਊਨਿਟੀ ਬੜਾ ਪ੍ਰਾਊਡ ਮੂਮੈਂਟ ਹੈਗਾ। ਕੋਈ ਬਿਲਡਿੰਗ ਬੜੀ ਜ਼ਬਰਦਸਤ ਹੋ ਗਈ, ਬੰਦੇ ਕਹਿਣਗੇ ਯਾਰ ਸਾਡੇ ਸਿੱਖ ਭਰਾ ਨੇ ਕੀਤੀ ਹੈ, ਯੂ ਨੋ ਦੇਰ ਲੋਟ ਆਫ ਰਿਸਪੈਕਟ ਇਨ ਯੂਰ ਪ੍ਰੋਫੈਸ਼ਨ। ਲੇਕਿਨ ਉਹ ਬਿਲਡਿੰਗ ਹੁੰਦੀ ਹੈ, ਲੇਕਿਨ ਬੰਦਾ ਕਦੀ ਜਾਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਹੂ ਇਜ਼ ਦ ਮੈਨ ਬਿਹਾਈਂਡ ਦਿਸ। ਅੱਜ ਜੋ ਬਿਲਡਿੰਗਾਂ ਦੇ ਪਿੱਛੇ ਜੋ ਆਦਮੀ ਸਕਸੈਸਫੁਲ ਹੈ, ਜਿਹਨੇ ਬਿਲਡਿੰਗਾਂ ਡਿਜ਼ਾਈਨ ਕਰਦੇ, ਹੀ ਸਿਟਿੰਗ ਵਿਦ ਮੀ ਔਨ ਅਕਾਲ ਚੈਨਲ ਦੇ ਉੱਪਰ। ਮੈਂ ਤੁਹਾਡੇ ਸਾਰੇ ਨਾਲ ਸ਼ੇਅਰ ਕਰਨਾ ਚਾਹੁੰਦਾ। ਸੁਖਦੇਵ ਜੀ ਕਹਾਂਗੇ ਇੱਕ ਦੋ ਹੋਰ ਪਿਕਚਰ ਦਿਖਾਓ ਅਤੇ ਅਸੀਂ ਉਹਦੇ ਬਾਰੇ ਗੱਲ ਕਰਾਂਗੇ। ਇਹ ਆਪਣਾ ਬਾਕੀ ਦਾ ਗੁਰਦੁਆਰਾ ਅਸੀਂ ਅਕਾਲ ਚੈਨਲ ਦੇ ਸ਼ੋਅ ਵੀ ਕੀਤਾ ਸੀਗਾ, ਜਿਹਦੀ ਓਪਨਿੰਗ ਹੋਈ ਸੀਗੀ। ਇਹ ਸਾਰਾ ਤੁਸੀਂ ਡਿਜ਼ਾਈਨ ਕਰਿਆ, ਇੱਕ ਦਮਾਟੀ ਚੱਕ ਹੁੰਦਾ ਹੈ। ਹਾਂਜੀ, ਥੋੜ੍ਹਾ ਬਹੁਤਾ ਗੁਰੂ ਘਰ ਬਾਰੇ ਦੱਸੋ। ਸੋ ਇਸ ਗੁਰਦੁਆਰੇ ਦੇ ਨਾਲ ਨਾ ਮੇਰਾ ਇੱਕ ਖਾਸ ਸੰਬੰਧ ਹੈਗਾ ਕਿ ਜਿਹੜਾ ਨਾ ਰਾਈਟ ਫਰੋਮ ਇਨਸੈਪਸ਼ਨ ਟੂ ਕੰਪਲੀਸ਼ਨ
ਇਹ ਗੱਲ ਇਸ ਤਰ੍ਹਾਂ ਹੋਈ ਕਿ ਇਹ ਗੁਰਦੁਆਰਾ ਕਾਫੀ ਦੇਰਾਂ ਦਾ ਥੋੜਾ ਰਨ ਡਾਊਨ ਸੀਗਾ, ਕਿਉਂਕਿ ਇਸ ਕਮੇਟੀ ਨੇ ਇੱਕ ਹੋਰ ਗੁਰਦੁਆਰਾ 7 ਕਿੰਗਸ ਲੈ ਲਿਆ ਸੀਗਾ ਤੇ ਉੱਥੇ ਥੋੜਾ ਸਕੇਲ ਅਪ ਕਰ ਦਿੱਤਾ ਸੀਗਾ ਪ੍ਰੋਜੈਕਟ। ਪਰ ਅਚਾਨਕ ਹੀ ਇਸ ਗੁਰਦੁਆਰੇ ਦੇ ਪਿਛਲੇ ਪਾਸੇ ਨਾ ਕਾਉਂਸਲ ਨੇ ਤਕਰੀਬਨ 1000 ਘਰ ਬਣਾਏ ਉੱਥੇ, ਤੇ ਪਰ ਉਹ ਘਰਾਂ ਦੇ ਨਾਲ ਨਾ ਉਹਨਾਂ ਨੇ ਕੋਈ ਕਮਿਊਨਿਟੀ ਫੈਸਿਲਿਟੀਜ਼ ਨਹੀਂ ਉਹਨਾਂ ਨੇ ਪ੍ਰੋਵਾਈਡ ਕੀਤੀਆਂ। ਤੇ ਉਹ ਫਿਰ ਗੁਰਦੁਆਰੇ ਨੂੰ ਕਹਿੰਦੇ ਕਿ ਸਾਡੇ ਕੋਲ ਥੋੜੀ ਜ਼ਮੀਨ ਦਾ ਇੱਥੇ ਟੋਟਾ ਹੈਗਾ, ਤੁਹਾਡੇ ਗੁਰਦੁਆਰੇ ਦੇ ਨਾਲ ਲੱਗਦਾ, ਤੁਸੀਂ ਜੇ ਖਰੀਦਣਾ ਤੇ 6.5 ਲੱਖ ਪਾਉਂਡ ਸਾਨੂੰ ਦੇ ਕੇ ਤੁਸੀਂ ਖਰੀਦ ਸਕਦੇ ਹੋ। That's nice. ਤੇ ਪਰ ਅਸੀਂ ਤੁਹਾਨੂੰ ਇਸ ਤਰ੍ਹਾਂ ਨਹੀਂ ਦੇਵਾਂਗੇ, ਤੁਸੀਂ ਦੱਸੋ ਕਿ ਇੱਥੇ ਤੁਸੀਂ ਕੀ ਬਣਾਉਣਾ ਆ ਤੇ ਨਾਲੇ ਤੁਸੀਂ ਆਪਣੀ ਸਾਨੂੰ ਆਫਰ ਦਿਓ ਤੇ ਫਿਰ ਅਸੀਂ ਤੁਹਾਨੂੰ ਜ਼ਮੀਨ ਦੇਵਾਂਗੇ। ਤੇ ਫਿਰ ਗੁਰਦੁਆਰੇ ਵਾਲੇ ਨੇ ਮੈਨੂੰ 2-3 ਵਾਰੀ ਕਿਹਾ ਕਿ ਤੂੰ ਆ ਕੇ ਨਾ ਇਹ ਬਿਡ ਪ੍ਰਿਪੇਅਰ ਕਰ ਦੇ। ਤੇ ਮੈਂ ਪਹਿਲਾਂ ਸੋਚਿਆ ਕਿ ਐਕਚੁਅਲੀ ਗੁਰਦੁਆਰੇ ਦੇ ਕੰਮ ਮੁਸ਼ਕਿਲ ਕਰਨੇ ਨੇ, ਕਿਉਂਕਿ ਕੰਮ ਕਰ ਲਈਦੇ ਨੇ, ਕਦੀ ਗਾਲਾਂ ਹੀ ਪੈਂਦੀਆਂ ਨੇ। ਤੇ ਫਿਰ ਉਹ ਮੈਨੂੰ ਫਿਰ ਤੀਸਰੀ ਚੌਥੀ ਵਾਰੀ ਉਹਨਾਂ ਦਾ ਫੋਨ ਆਇਆ ਨਾ, ਕਹਿੰਦੇ ਵੈਸੇ ਅਸੀਂ ਸਾਨੂੰ ਲੱਗਦਾ ਕਿ ਤੁਸੀਂ ਥੋੜੇ ਰਿਲੈਕਟੈਂਟ ਆ ਇਸ ਕੰਮ 'ਚ ਇਨਵੋਲਵ ਹੋਣ ਦੇ। ਮੈਂ ਕਿਹਾ ਰਿਲੈਕਟੈਂਟ ਇਸ ਤਰ੍ਹਾਂ ਕਿ ਮੈਂ ਜਿਸ ਤਰ੍ਹਾਂ ਕਰਨਾ ਤੁਸੀਂ ਉਸ ਤਰ੍ਹਾਂ ਕਰਨ ਨਹੀਂ ਦੇਣਾ ਮੈਨੂੰ, ਤੇ ਮਜ਼ਾ ਨਹੀਂ ਆਉਣਾ ਇਸ ਤਰ੍ਹਾਂ। ਕਹਿੰਦੇ ਨਹੀਂ ਤੂੰ ਆ ਕੇ ਸਾਨੂੰ ਸਲਾਹ ਦੇ। ਤੇ ਫਿਰ ਮੈਂ ਉਹਨਾਂ ਨੂੰ ਗਿਆ, ਮੈਂ ਕਿਹਾ ਕਿਸ ਤਰ੍ਹਾਂ ਕਰਨਾ, ਤੇ ਉਹ ਕਹਿੰਦੇ ਕਿ ਤੂੰ ਜ਼ਮੀਨ ਦਾ ਜੇ ਭਾਅ ਘਟਵਾ ਸਕਦਾ 3.5 ਲੱਖ ਪਾਉਂਡ 'ਚ ਨਾ ਤਾਂ ਤੂੰ ਲੈ ਕੇ ਦੇ ਸਕਦਾ ਤੇ ਬਹੁਤ ਅੱਛੀ ਗੱਲ ਆ, ਤੇ ਫਿਰ ਆਪਾਂ ਗੱਲ ਅੱਗੇ ਵਧਾ ਸਕਦੇ ਹਾਂ। ਮੈਂ ਕਿਹਾ ਠੀਕ ਆ, ਮੈਂ ਇਨਵੋਲਵ ਹੋ ਜਾਂਦਾ, ਮੈਂ ਉਹਨਾਂ ਦੇ ਨਾਲ ਨੈਗੋਸ਼ੀਏਟ ਕਰਦਾ, ਪਰ ਤੁਸੀਂ ਇਨਵੋਲਵ ਨਾ ਹੋਇਓ ਨੈਗੋਸ਼ੀਏਸ਼ਨ ਦੇ ਵਿੱਚ। ਮੈਂ ਜਦੋਂ ਉਹਨਾਂ ਦੇ ਨਾਲ ਇੱਥੇ ਗੱਲ ਕਰਦਾ ਤੁਸੀਂ ਉੱਥੇ ਖੜੇ ਹੋਏ ਹੋ, ਮੇਰੇ ਕੋਲ ਨਾ ਕੋਈ ਜਣਾ ਖੜਾ ਹੋਏ। ਤੇ ਤੁਸੀਂ ਮੰਨੋਗੇ ਨਹੀਂ, ਕਰਦੇ ਨਾ ਮੈਂ ਉਹਨਾਂ ਨੂੰ 4-5 ਮਹੀਨਿਆਂ ਤੇ ਨਾ ਇਸ ਜ਼ਮੀਨ ਦੀ ਪ੍ਰਾਈਸ ਫਰੋਮ 6.5 ਲੱਖ ਪਾਉਂਡ ਤੋਂ ਲੈ ਕੇ ਨਾ ਤਕਰੀਬਨ ਲੱਖ ਪਾਉਂਡ ਤਾਈਂ ਲਿਆਂਦੀ। Really? ਤੇ ਫਿਰ ਆਪਣੇ ਵੀਰ ਇੱਕ ਦੋ ਬਾਕਿੰਗ ਕਾਉਂਸਲ 'ਚ ਵੀ ਸੀਗੇ, ਇੱਕ ਰੌਕੀ ਗਿੱਲ ਆਪਣਾ ਕਾਉਂਸਲਰ ਗਿੱਲ ਹੈਗਾ, ਉਹਨਾਂ ਦੇ ਫਾਦਰ ਵੀ ਗਿੱਲ ਸਾਹਿਬ ਉੱਥੇ ਦੇ ਮੇਅਰ ਵੀ ਰਹਿ ਚੁੱਕੇ ਨੇ। ਫਿਰ ਉਹਨਾਂ ਨੇ ਨਾ ਥੋੜ੍ਹੀ ਜਿਹੀ ਹੋਰ ਨੈਗੋਸ਼ੀਏਸ਼ਨ ਕਰਕੇ ਨਾ ਇਹਦੀ ਫ੍ਰੀ ਹੋਲਡ ਗੁਰਦੁਆਰੇ ਨੂੰ ਲੈ ਦਿੱਤੀ। ਉਦੋਂ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਅਸੀਂ ਇੱਥੇ ਨਾ ਸਪੋਰਟਸ ਸੈਂਟਰ ਬਣਾਵਾਂਗੇ, ਤੇ ਉਹ ਰਫ ਐਂਡ ਰੈਡੀ ਨਾ ਉਹਨਾਂ ਨੂੰ ਅਸੀਂ ਨਕਸ਼ੇ ਪ੍ਰੈਜੈਂਟੇਸ਼ਨ ਕਰਤੀ ਸੀ ਕਿ ਇੱਥੇ ਸਪੋਰਟਸ ਸੈਂਟਰ ਬਣਾਵਾਂਗੇ। ਫਿਰ ਗੁਰਦੁਆਰੇ ਵਾਲੇ ਕਹਿੰਦੇ ਕਿ ਆਪਣੇ ਗੁਰਦੀਪ ਸਿੰਘ ਹੁੰਡਲ ਹੋਣਾ ਉਦੋਂ ਪ੍ਰਧਾਨ ਸੀਗੇ ਕਿ ਆਪਾਂ ਮੀਟਿੰਗ ਇੱਕ ਰੱਖ ਲਈਏ, ਉੱਥੇ ਆਪਾਂ ਡਿਸਾਈਡ ਕਰਦੇ ਕਿ ਸਪੋਰਟਸ ਸੈਂਟਰ 'ਚ ਕੀ ਆਪਾਂ ਪਾਉਣਾ ਹੈ। ਤੇ ਉਹ ਮੀਟਿੰਗ ਸੱਦੀ ਤੇ ਮੈਂ ਮੀਟਿੰਗ 'ਚ ਜਾ ਕੇ ਉਹਨਾਂ ਨੂੰ ਕਿਹਾ ਕਿ ਦੇਖੋ ਤੁਸੀਂ ਸਪੋਰਟਸ ਸੈਂਟਰ ਇੱਥੇ ਬਣਾਉਣਾ ਹੈ, 2-3 ਮਿਲੀਅਨ ਪਾਉਂਡ ਤੁਸੀਂ ਖਰਚੋਗੇ, ਉਹ ਸਪੋਰਟਸ ਸੈਂਟਰ ਦੇ ਨਾਂ ਤੁਸੀਂ ਫੰਡ ਕਿਸ ਤਰ੍ਹਾਂ ਕਰੋਗੇ? ਤੁਸੀਂ ਜੇ ਬੰਦਿਆਂ ਤੋਂ ਚੰਦਾ ਲੈਣਾ ਹੈਗਾ, ਪਾਉਂਡ ਕਿਸੇ ਨੇ ਦਿੱਤਾ, 2 ਪਾਉਂਡ ਉਹਨੇ ਦਿੱਤੇ, ਉਹਦੇ ਨਾਲ ਇਹ ਕੰਮ ਨਹੀਂ ਚੱਲੇਗਾ। ਮੈਂ ਸਮਝਦਾ ਕਿ ਇਹ ਜ਼ਮੀਨ ਕਾਫੀ ਵੱਡੀ ਹੈਗੀ ਹੈ, ਇਸ ਵੇਲੇ ਤੁਹਾਡਾ ਗੁਰਦੁਆਰਾ ਰਨ ਡਾਊਨ ਹੈਗਾ, ਤੁਸੀਂ ਕਿਉਂ ਨਹੀਂ ਇੱਥੇ ਨਵਾਂ ਗੁਰਦੁਆਰਾ ਬਣਾ ਲੈਂਦੇ ਤੇ ਉਹ ਜਿਹੜੀਆਂ ਪੁਰਾਣੀਆਂ ਫੈਸਿਲਿਟੀਜ਼ ਆ ਉਹਨਾਂ ਨੂੰ ਕਨਵਰਟ ਕਰਕੇ ਇੱਥੇ ਜੋ ਮਰਜ਼ੀ ਜਿਮ ਬਣਾਉਣੀ ਹੈਗੀ ਆ ਜਾਂ ਹੋਰ ਕੋਈ ਕਮਿਊਨਿਟੀ ਫੈਸਿਲਿਟੀਜ਼ ਬਣਾਉਣੇ ਹੈਗੀਆਂ, ਉਹਨਾਂ ਨੂੰ ਤੁਸੀਂ ਉੱਥੇ ਬਣਾ ਲਓ। ਪਰ ਬਹੁਤ ਸ਼ਾਨਦਾਰ ਬਣਿਆ, ਅਸੀਂ ਦਿਖਾਏ ਨਾ ਕਲਚਰ ਨੇ ਕਵਰੇਜ ਕੀਤੀ ਉਹਦੀ। ਹਾਂਜੀ, ਬਿਊਟੀਫੁਲ, ਇਟਸ ਅ ਮਾਡਲ। ਸੋ ਸਰਪ੍ਰਾਈਜ਼ਿੰਗਲੀ ਇਸ ਆਈਡੀਆ ਦਾ ਸਪੋਰਟ ਸੀਗਾ। ਤੇ ਫਿਰ ਉਸ ਤੋਂ ਬਾਅਦ ਨਾ ਫਿਰ ਅਸੀਂ ਕਿਹਾ ਕਿ ਬਸ ਐਵੇਂ ਨਹੀਂ ਗੁਰਦੁਆਰਾ ਚਾਲੂ ਕਰਨਾ, ਅਸੀਂ ਨਾ ਹਰ ਹਫਤੇ ਨਾ ਹੁਣ ਮੀਟਿੰਗਸ ਅਸੀਂ ਰੱਖ ਲਈਏ। ਸੋ ਐਵਰੀ ਵੀਕ ਸਾਡੀਆਂ ਮੀਟਿੰਗਸ ਹੁੰਦੀਆਂ ਸੀਗੀਆਂ, ਉਸ ਵਿੱਚ ਅਸੀਂ ਆਪਸ਼ਨਸ ਡਿਸਕਸ ਕਰਦੇ ਸੀਗੇ ਕਿ ਕੀ ਬਣਾਉਣਾ ਇਸ ਗੁਰਦੁਆਰੇ 'ਚ, ਕੀ ਨਹੀਂ ਬਣਾਉਣਾ ਹੈਗਾ। ਸੋ ਇਸ ਤਰ੍ਹਾਂ ਕਰਦੇ ਨਾ ਇਸ ਬਿਲਡਿੰਗ ਦਾ ਅਸੀਂ ਪ੍ਰਪੋਜ਼ਲ ਪ੍ਰੀਪੇਅਰ ਕੀਤਾ ਤੇ 2013 ਦੇ ਵਿੱਚ ਮੈਨੂੰ ਲੱਗਦਾ ਸਾਨੂੰ ਨਾ ਦਸੰਬਰ 'ਚ ਇਸ ਦੀ ਮਨਜ਼ੂਰੀ ਮਿਲ ਗਈ ਸੀ। ਤੁਸੀਂ ਆਪਾਂ ਗੁਰੂ ਘਰ ਵੀ ਬਣਾਇਆ, ਫਿਰ ਹੋਰ ਵੀ ਰਿਲੀਜੀਅਸ ਪਲੇਸਿਸ ਤੁਸੀਂ ਬਣਾਇਆ, ਉਹਦੀ ਪਿਕਚਰ ਦਿਖਾਣੇ ਮੈਂ ਸੁਖਦੇਵ ਨੂੰ ਕਹਿੰਦਾ। ਇਹ ਕਿਹੜੀ ਜਗ੍ਹਾ ਤੇ ਮੰਦਿਰ ਹੈਗਾ? ਸੋ ਇਹ ਮੰਦਿਰ ਹੈਗਾ ਆਪਣਾ ਈਸਟ ਹੈਮ ਸਟੇਸ਼ਨ ਦੇ ਸਾਹਮਣੇ ਹੈਗਾ। ਤੇ ਇਹਨਾਂ ਨੂੰ ਪਤਾ ਸੀਗਾ ਕਿ ਅਸੀਂ ਇਲਫਰਡ ਵਾਲਾ ਕਰਮਸਾਰ ਗੁਰਦੁਆਰਾ ਵੀ ਬਣਾਇਆ, ਤੇ ਉਹਨਾਂ ਦੇ ਥਰੂ ਨਾ ਉਹਨਾਂ ਨੂੰ ਪਤਾ ਲੱਗਾ ਕਿ ਆਰਕੀਟੈਕਟ ਕੌਣ ਹੈ। ਇਹ ਕਹਿੰਦੇ ਕਿ ਅਸੀਂ ਮੰਦਿਰ ਬਣਾਉਣਾ ਇਹ ਵਾਲਾ ਹੈ ਨਾ। ਸੋ ਇਹ ਗੁਰਦੁਆਰਾ ਸੀ ਇਲਫਰਡ, ਇਹ ਵੀ ਤੁਹਾਡਾ ਡਿਜ਼ਾਈਨ ਹੈ ਸਾਰੇ? ਇਹ ਡਿਜ਼ਾਈਨ ਇਹ ਅਸੀਂ 2005 'ਚ ਗੁਰਦੁਆਰਾ ਓਪਨ ਕੀਤਾ ਸੀਗਾ। ਤੇ ਇਹਦੀ ਵੀ ਮੈਂ ਤੁਹਾਨੂੰ ਕਹਾਣੀ ਦੱਸਦਾ ਕਿ ਇਹ ਜਦੋਂ ਡਿਜ਼ਾਈਨ ਕੀਤਾ 1999 'ਚ ਡਿਜ਼ਾਈਨ ਕੀਤਾ ਸੀਗਾ, ਤੇ ਮੈਂ ਮੋਟਾ ਰਫ ਐਂਡ ਰੈਡੀ ਨਾਲ ਪੱਥਰ ਦਾ ਡਿਜ਼ਾਈਨ ਕਰ ਦਿੱਤਾ ਕਿ ਪਲੇਨ ਪੱਥਰ ਦੀ ਪੈਨਲਿੰਗ ਵਗੈਰਾ ਹੋਏਗੀ। ਤੇ ਜਦੋਂ ਬਣਾਉਣ ਦਾ ਟਾਈਮ ਆਇਆ ਨਾ, ਤੇ ਉਦੋਂ ਮੈਂ ਕੁਝ ਸਟੋਨ ਮੇਸਨਸ ਨੂੰ ਮਿਲਿਆ ਜਿਨ੍ਹਾਂ ਨੇ ਇਹ ਸਵਾਮੀ ਨਾਰਾਇਣ ਮੰਦਿਰ ਬਣਾਇਆ ਸੀਗਾ। ਤੇ ਮੈਂ ਉਹਨੂੰ ਕਿਹਾ ਯਾਰ ਮੈਂ ਥੋੜ੍ਹਾ ਪੱਥਰ ਖਰੀਦਣਾ ਚਾਹੁੰਦਾ, ਗੁਰਦੁਆਰਾ ਬਣਾਉਣਾ, ਤੇ ਪਰ ਮੈਂ ਕਿਹਾ ਮੈਨੂੰ ਪਲੇਨ ਪੱਥਰ ਹੀ ਚਾਹੀਦਾ। ਤੇ ਉਹ ਕਹਿੰਦਾ ਤੂੰ ਕਢਾਈ ਦਾ ਕੰਮ ਕਿਉਂ ਨਹੀਂ ਕਰਾਉਂਦਾ? ਤੇ ਮੈਂ ਕਿਹਾ ਕਢਾਈ ਅਸੀਂ ਅਫੋਰਡ ਨਹੀਂ ਕਰ ਸਕੇ। ਉਹ ਕਹਿੰਦਾ ਤੂੰ ਇੰਡੀਆ, ਮੈਂ ਤੈਨੂੰ ਸਾਰੀਆਂ ਕੁਆਰੀਜ਼ ਵਗੈਰਾ ਦਿਖਾਉਂਦਾ,
ਤੇ ਮੈਂ ਤੁਹਾਨੂੰ ਦੱਸਦਾ ਤੂੰ ਕਢਾਈ ਦਾ ਕੰਮ ਤੂੰ ਅਫੋਰਡ ਕਰ ਸਕੇਂਗਾ। ਤੇ ਫਿਰ ਮੈਂ ਇੰਡੀਆ ਜਦੋਂ ਗਿਆ ਤੇ ਮੈਂ ਦੇਖਿਆ ਉਹਨੇ ਮੈਨੂੰ ਸਾਰੇ ਪਾਸੇ ਨਾਲ ਰਾਜਸਥਾਨ ਜੈਸਲਮੇਰ ਸਾਰੇ ਪਾਸੇ ਸਾਰੀਆਂ ਕੁਆਰੀਜ਼ ਵਿਜ਼ਿਟ ਕਰਕੇ ਮੈਂ ਦੇਖਿਆ ਕਢਾਈ ਦਾ ਕੰਮ ਕਿਸ ਤਰ੍ਹਾਂ ਹੁੰਦਾ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਜੇ ਅਸੀਂ ਇਸ ਤਰ੍ਹਾਂ ਕਢਾਈ ਦਾ ਇਹ 'ਚ ਕੰਮ ਕਰੀਏ ਤੇ ਕੀ ਇਹਦੀ ਕਾਸਟ ਹੈਗੀ। ਉਹਨੇ ਜਦੋਂ ਮੈਨੂੰ ਕਾਸਟ ਦੱਸੀ ਮੈਂ ਇੰਨਾ ਹੈਰਾਨ ਹੋਇਆ ਨਾ। ਰੀਅਲੀ ਮੈਂ ਫਿਰ ਗੁਰਦੁਆਰੇ ਨੂੰ ਦੱਸਿਆ ਨਹੀਂ ਕਿ ਕਢਾਈ ਦਾ ਕੰਮ ਆ ਰਿਹਾ ਉੱਥੋਂ। ਮੈਂ ਉਹਨਾਂ ਨੂੰ ਕਿਹਾ ਕਿ ਠੀਕ ਆ ਉੱਥੋਂ ਪੱਥਰ ਲੈਣਾ। ਉਹਨਾਂ ਨੇ ਐਗਰੀਮੈਂਟ ਕਰਤੀ। ਉਹ ਕਢਾਈ ਦਾ ਸਾਰਾ ਕੰਮ ਕਰਵਾ ਕੇ ਨਾ ਜਦੋਂ ਸਕੈਫੋਲਡਿੰਗ ਜਦੋਂ ਉਤਰ ਰਹੀ ਸੀਗੀ ਉਦੋਂ ਸਾਰਿਆਂ ਨੇ ਦੇਖਿਆ ਕਿ ਐਕਚੁਅਲੀ ਕੰਮ ਕਾਫੀ ਸਾਰਾ ਕਢਾਈ ਦਾ ਹੋਇਆ। ਉਦੋਂ ਵੀ ਨਾ ਇੰਡੀਆ ਤੋਂ 8-10 ਸਟੋਨ ਮੇਸਨ ਉਹ ਜਿਹੜਾ ਕਢਾਈ ਦਾ ਸਾਰਾ ਉੱਥੋਂ ਇੰਡੀਆ ਤੋਂ ਆਇਆ ਸਾਰਾ। ਇਹ ਸਾਰਾ ਇਹ ਇੱਕਦਮ ਬੇਸਿਕ ਲੈਵਲ ਤੇ ਕੀਤਾ ਕਿ ਜਿਹੜੀ ਕੁਆਰੀ ਤੋਂ ਪੱਥਰ ਲੈਣਾ ਸੀਗਾ ਉੱਥੇ ਅਸੀਂ ਜਾ ਕੇ ਆਏ ਆ। ਫਿਰ ਉਹ ਜਿਹੜਾ ਬੰਦਾ ਸੀਗਾ ਨਾ ਉਹ ਮਾਸਟਰ ਸਟੋਨ ਮੇਸਨ ਸੀਗਾ। ਉਹਨੇ ਸਦਰਨ ਰਾਜਸਥਾਨ 'ਚ ਨਾ ਇੱਕ ਰੋਡ ਹੈਗਾ ਮਾਊਂਟ ਆਬੂ ਦੇ ਕੋਲ ਨਾ ਆਬੂ ਰੋਡ ਦਾ ਏਰੀਆ ਹੈਗਾ। ਉਹਨੇ ਉੱਥੇ ਬਸ ਖੁੱਲ੍ਹੀਆਂ ਜ਼ਮੀਨਾਂ ਲੈ ਕੇ ਉੱਥੇ ਤੰਬੂ ਜਿਹੇ ਲਾ ਕੇ ਨਾ ਤਕਰੀਬਨ 100-150 ਬੰਦਾ ਨਾ ਲੋਕਲੀ ਲਗਾ ਕੇ ਉਹਨਾਂ ਤੋਂ ਨਾ ਕਾਵਿੰਗ ਕਰਾ ਕੇ ਨਾ ਤੇ ਇਹ ਕੰਮ ਉੱਥੋਂ ਕਾਵ ਹੋ ਕੇ ਆਇਆ ਸੀਗਾ। ਸੋ ਸਕਿੱਲਸ ਜਿਹੜੀਆਂ ਪੱਥਰ ਦੀਆਂ ਸਕਿੱਲਸ ਨੇ ਮਾਰਬਲ ਦੀਆਂ ਸਕਿੱਲਸ ਨੇ ਉੱਥੋਂ ਤੇ ਜਿਹੜਾ ਮੰਦਰ ਤੇ ਲੱਗਿਆ ਉਹ ਵੀ ਇੰਡੀਆ ਤੋਂ ਆਇਆ ਸੀ ਜਿਹੜਾ ਉਹਦੇ ਕਢਾਈ ਲੱਗੀ ਹੈ। ਜਿਹੜੀ ਮੰਦਰ ਦੀ ਕਢਾਈ ਹੈ ਨਾ ਉਹ ਥੋੜੀ ਡਿਫਰੈਂਟ ਆ ਕਿਉਂਕਿ ਉਹ ਮੈਂ ਚਾਹਾਂਗਾ ਫੇਰ ਜ਼ਰਾ ਅੱਛਾ ਵਾਲੀ। ਹਾਂਜੀ ਸੋ ਇਹਨਾਂ ਦੀ ਕਢਾਈ ਇੱਕ ਹੋਰ ਵੀ ਸ਼ਾਰਟ ਸੀਗਾ ਪਤਾ ਨਹੀਂ ਤੁਹਾਡੇ ਕੋਲ ਇੱਥੇ ਹੈਗਾ ਕਿ ਨਹੀਂ ਕਲੋਜ਼ ਅਪ ਹੈਗਾ। ਇਹ ਜਿਹੜਾ ਫਰੰਟ ਤੇ ਹਾਂਜੀ ਇਹ ਜਿਹੜਾ ਫਰੰਟ ਦਾ ਏਰੀਆ ਨਾ ਇਹਨੂੰ ਗੋਪੂਰਾਮ ਕਹਿੰਦੇ ਨੇ। ਅੱਛਾ ਤੇ ਇਹ ਨਾ ਇਹ ਸਾਊਥ ਇੰਡੀਅਨ ਡਿਜ਼ਾਈਨ ਹੈਗਾ ਤਾਮਿਲਨਾਡੂ ਤੋਂ ਬੰਦੇ ਨੇ ਤੇ ਲక్ష్ਮੀ ਨਾਰਾਇਣ ਟੈਂਪਲ ਆ। ਤੇ ਇਹਨਾਂ ਦਾ ਇਹ ਬਣਾਉਣ ਦਾ ਤਰੀਕਾ ਕੁਝ ਹੋਰ ਹੁੰਦਾ। ਇਹ ਜਿਸ ਤਰ੍ਹਾਂ ਪਲਾਸਟਰ ਨੂੰ ਗਿੱਲਾ ਕਰਕੇ ਨਾ ਤੇ ਉਹਨੂੰ ਮੋਲਡ ਕਰਕੇ ਤੇ ਸ਼ੇਪ ਕਰਕੇ ਬਣਾਉਂਦੇ ਨੇ। ਤੇ ਇਹਨਾਂ ਨੇ ਵੀ ਨਾ ਫਿਰ ਸੋ ਇਹਨਾਂ ਦਾ ਸਪੈਸ਼ਲ ਮੰਦਿਰ ਦਾ ਡਿਜ਼ਾਈਨਰ ਹੁੰਦਾ ਜਿਹਦਾ ਕੰਮ ਹੈਗਾ ਇਹ ਬਰੀਕੀ ਦਾ ਕਰਨਾ। ਸੋ ਸਾਡਾ ਕੰਮ ਇਸ 'ਚ ਇਹ ਸੀਗਾ ਕਿ ਜਿਹੜਾ ਮੇਨ ਸਟਰਕਚਰ ਹੈ ਇਹਦੀ ਏਅਰ ਕੰਡੀਸ਼ਨਿੰਗ ਅੰਦਰ ਦੇ ਇੰਟੀਰੀਅਰਸ ਆ ਉਹ ਅਸੀਂ ਕਰੀਏ ਪਰ ਜਿਹੜਾ ਬਰੀਕੀ ਦੇ ਡਿਜ਼ਾਈਨਸ ਨੇ ਇਹ ਸਾਰੇ ਉਹਨਾਂ ਦੇ ਬੰਦਿਆਂ ਨੇ ਨਾ। ਸੋ ਬੇਸਿਕ ਸਟਰਕਚਰ ਉਹਨਾਂ ਨੂੰ ਬਣਾ ਕੇ ਦੇ ਦਿਆ ਇਹ ਉਹਨਾਂ ਨੇ ਡਿਜ਼ਾਈਨ ਕੀਤੇ ਨੇ। ਸੋ ਥੋੜੀ ਡਿਫਰੈਂਟ ਟੈਕਨੋਲੋਜੀ ਹੈ। ਥੋੜੀ ਜਿਹੀ ਹੋਰ ਪਿਕਚਰ ਦਿਖਾ ਦੇ ਫਿਰ ਅਸੀਂ ਨਾਲ ਦੀ ਨਾਲ ਗੱਲ ਕਰਾਂਗੇ। ਦਿਸ ਇਜ਼ ਰੈਜ਼ੀਡੈਂਸ਼ੀਅਲ। ਹਾਂਜੀ ਇਹ ਅਵਾਰਡ ਵਿਨਿੰਗ ਸਕੀਮ ਹੈ ਇੱਕ ਅਸੀਂ ਇਜ਼ਲਿੰਗਟਨ ਦੇ ਵਿੱਚ ਡਿਜ਼ਾਈਨ ਕੀਤੀ ਸੀਗੀ ਤਕਰੀਬਨ 2003 'ਚ ਵੀ ਖਤਮ ਹੋਈ ਹੈ। ਤੇ ਬੜੇ ਬਿਊਟੀਫੁਲ ਫਲੈਟਸ ਹੈਗੇ ਨੇ ਹੈ। ਹਾਂਜੀ ਇਹ ਵੀ ਨਾ ਅਸੀਂ ਜ਼ਮੀਨ ਲੱਭੀ ਉਦੋਂ ਕਿਸੇ ਕੋਲ ਕੋਈ ਤਿਆਰ ਨਹੀਂ ਸੀਗਾ ਕਿ ਇੱਥੇ ਨਾ ਕੋਈ ਬਿਲੀਵ ਨਹੀਂ ਕਰਦਾ ਸੀਗਾ ਕਿ ਇਹ ਮਕਾਨ ਇੱਥੇ ਬਣਾਵਾਂਗੇ ਜਿਹੜੀ ਪ੍ਰਾਈਸ ਤੇ ਅਸੀਂ ਕਹਿੰਦੇ ਸੀਗੇ ਵਿਕਣੇ ਕੋਈ ਮੰਨ ਨਹੀਂ ਰਿਹਾ ਸੀਗਾ। ਫਿਰ ਇੱਕ ਡਿਵੈਲਪਰ ਸੀਗਾ ਉਹਨੂੰ ਅਸੀਂ ਪਰਸੂਏਡ ਕੀਤਾ ਕਿ ਤੂੰ ਇਹ ਜ਼ਮੀਨ ਲੈ ਲਾ ਤੈਨੂੰ ਇੱਥੇ ਅੱਛੇ ਫਲੈਟਸ ਬਣ ਸਕਣਗੇ। ਤੇ ਉਹ ਜਦੋਂ ਬਣਾਏ ਜਦੋਂ ਅਸੀਂ ਹਿਸਾਬ ਲਾਇਆ ਸੀਗਾ ਨਾ ਜਦੋਂ ਅਸੀਂ ਫਿਨਿਸ਼ ਕੀਤੇ ਜਿਹੜਾ ਅਸੀਂ ਸੇਲ ਪ੍ਰਾਈਸਿਸ ਪ੍ਰਿਡਿਕਟ ਕੀਤਾ ਸੀ ਉਹਦੇ ਨਾਲ 2.5 ਟਾਈਮਸ ਨਾ ਜ਼ਿਆਦਾ ਇਹ ਫਲੈਟ ਹੋਗੇ। ਦੇ ਵਾਸ ਸਨੈਪਡ ਅਪ in very little time. So yeah ਇਹ ਪ੍ਰੋਜੈਕਟ ਜਿਹੜੇ ਹੁਣ ਵੱਡੇ ਪ੍ਰੋਜੈਕਟ ਹੁੰਦੇ ਨੇ ਆਮ ਸ਼ੋਰ ਯੂ ਗੋਟ ਅ ਟੀਮ ਵਰਕ ਜਿਹਦਾ ਤੁਸੀਂ ਇੱਕ ਸਟੇਟ ਵੀ ਬਣਾਈ ਹੈ ਨਾ ਸਭੇ ਹਨਾ ਹਾਊਸਿੰਗ ਸਟੇਟ ਦੇ ਵਿੱਚ। ਤੇ ਉਹ ਜਿਹੜੇ ਹੁਣ ਤੁਸੀਂ ਕਨਸੈਪਟ ਹੈਗਾ ਉਹਦਾ ਜਿਹੜਾ ਹੈਗਾ ਬਿਲਕੁਲ ਤੁਸੀਂ ਜਿਹੜਾ ਦੇਖਦੇ ਪਏ ਹੋ ਤੁਸੀਂ ਦ ਹੋਲ ਥਿੰਗ ਤੁਸੀਂ ਸਾਰਾ ਆਪ ਡਿਜ਼ਾਈਨ ਕਰਦੇ ਹੋ ਐਵਰੀਥਿੰਗ ਹੈ। ਹਾਂਜੀ ਬਿਲਕੁਲ ਭਾਜੀ ਬੜੀ ਡੂ ਯੂ ਫੀਲ ਕਿ ਯਾਰ ਮੈਂ ਦੇਖੋ ਬਿਲਡਿੰਗ ਤੁਸੀਂ ਦਿਖਾ ਰਹੇ ਹੋ ਯੂ نو ਅਗਰ ਮੈਂ ਇੱਦਾਂ ਦੀ ਬਿਲਡਿੰਗ ਡਿਜ਼ਾਈਨ ਕੀਤੀ ਮੇਰੇ ਖੁਦ ਨੂੰ ਮੈਂ ਸਰਪ੍ਰਾਈਜ਼ ਹੋ ਜਾਵਾਂ ਯਾਰ ਮੈਨੇ ਡਿਜ਼ਾਈਨ ਕੀਤੀ ਹੈ ਦੇਖ ਮੇਰੀ ਬਣੀ ਹੋਈ ਹੈ ਹੈ। ਅਸੀਂ ਥੋੜੇ ਆਪਣੇ ਬਾਰੇ ਜ਼ਿਆਦਾ ਕ੍ਰਿਟੀਕਲ ਹਾਂ। ਅਸੀਂ ਜਦੋਂ ਇਸ ਤਰ੍ਹਾਂ ਦੇ ਡਰਾਇੰਗਾਂ ਦੇਖੀ ਦੀਆਂ ਸਾਨੂੰ ਇਹ ਦਿਖਦਾ ਕਿ ਇਹ ਅੱਛੀ ਤਰ੍ਹਾਂ ਨਹੀਂ ਹੋਇਆ ਇਹ ਥੋੜਾ ਬੈਟਰ ਹੋ ਸਕਦਾ ਗਲਤੀਆਂ ਕਰਦੇ ਆ ਥੋੜੀ ਅਸੀਂ ਐਕਚੁਅਲੀ ਜੇ ਬੰਦਾ ਕ੍ਰਿਟੀਕਲ ਨਾ ਹੋਵੇ ਤੇ ਫਿਰ ਇੰਪਰੂਵਮੈਂਟ ਨਹੀਂ ਤੁਹਾਡੀ ਹੋ ਸਕਦੀ। ਸੋ ਸਾਡਾ ਮਾਈਂਡਸੈਟ ਹੋਰ ਤਰ੍ਹਾਂ ਦਾ ਹੁੰਦਾ ਕਿ ਜੋ ਕੁਝ ਬਣਿਆ ਉਹ ਤਾਂ ਬਣਿਆ ਉਸ ਤੋਂ ਨੈਕਸਟ ਲੈਵਲ ਕੀ ਬਣਾ ਸਕਦੇ ਹਾਂ। ਸੋ ਇਹ ਸੋਚ ਲੈ ਕੇ ਚੱਲੀਦਾ ਕਿ ਜੇ ਕੁਝ ਬਣਿਆ ਉਸ ਤਰ੍ਹਾਂ ਦਾ ਨਹੀਂ ਬਣਾਉਣਾ। ਜੇ ਤੁਸੀਂ ਮੈਨੂੰ ਕਹੋ ਨਾ ਕਿ 2 ਘਰ ਆ ਮੈਂ ਇੱਥੇ ਘਰ ਬਣਾਇਆ ਤੇ ਤੁਸੀਂ ਮੈਨੂੰ ਕਹੋ ਕਿ ਮੈਨੂੰ ਸੇਮ ਘਰ ਬਣਾ ਦੇ ਮੈਂ ਤੁਹਾਨੂੰ ਸੇਮ ਘਰ ਨਹੀਂ ਬਣਾਵਾਂਗਾ ਤੁਹਾਡੇ ਵਾਸਤੇ। ਉਹ ਜਿਹੜਾ ਪਿਛਲਾ ਘਰ ਬਣਿਆ ਨਾ ਉਹਦੇ ਵਿੱਚ ਮੈਨੂੰ 10 ਗਲਤੀਆਂ ਦਿਸਦੀਆਂ ਆਲਰੇਡੀ। ਇਹਦੇ ਵਿੱਚ ਨਾ ਤੁਹਾਨੂੰ ਮੈਂ 10 ਨਵੀਆਂ ਚੀਜ਼ਾਂ ਦਵਾਂਗਾ ਸ਼ਾਇਦ ਮੈਂ ਇਸ ਦੇ ਵਿੱਚ 10 ਹੋਰ ਗਲਤੀਆਂ ਕੱਢਾਂ ਉਹ ਫਿਰ ਮੈਂ ਸੋ ਨੈਕਸਟ ਦੇ ਵਿੱਚ ਕਿਉਂਕਿ ਨਹੀਂ ਤਾਂ ਕੰਮ ਬਹੁਤ ਗੁੱਡ ਸੇਇੰਗ ਹੈ ਤੁਹਾਡੀ ਵੈਰੀ ਗੁੱਡ ਸੇਇੰਗ। ਨਹੀਂ ਤਾਂ ਕਿਉਂਕਿ ਸਵੇਰ ਨੂੰ ਉੱਠ ਕੇ ਕੰਮ ਤੇ ਜਾਣਾ ਹੈ
ਤੁਹਾਨੂੰ ਕੋਈ ਖਿੱਚ ਹੋਣੀ ਚਾਹੀਦੀ ਹੈ। ਜੇ ਤੁਸੀਂ ਉਹੀ ਕੰਮ ਰਿਪੀਟਡਲੀ ਕਰਦੇ ਨਾ ਫਿਰ ਬੰਦੇ ਨੂੰ ਕੰਮ ਤੇ ਜਾਣ ਦਾ ਹੁਣ ਜਿਹੜੇ ਡੋਮੈਸਟਿਕ ਤੁਸੀਂ ਰੈਜ਼ੀਡੈਂਸ਼ੀਅਲ ਹੈਗੇ ਨੇ ਜਾਂ ਗੁਰੂ ਘਰ ਜਾਂ ਮੰਦਿਰ, ਇੱਕ ਜਦੋਂ ਤੁਸੀਂ ਪ੍ਰੋਜੈਕਟ ਨੂੰ ਸਟਾਰਟ ਕਰਦੇ ਹੋ ਤੁਹਾਨੂੰ ਕਿੰਨਾ ਟਾਈਮ ਲੱਗਦਾ ਉਹਨੂੰ ਸਾਰਾ ਕ੍ਰੀਏਟ ਕਰਕੇ ਟੇਬਲ ਤੇ ਰੱਖ ਲੱਗ ਵੀ ਰੈਡੀ ਹੈ ਐਂਡ ਦਿਸ ਇਜ਼ ਵੇ ਗੋਇੰ ਟੂ ਸਟਾਰਟ ਕੰਸਟਰਕਟ ਕਰਨਾ ਹੁਣ ਬਿਲਡਿੰਗ? ਐਕਚੁਅਲੀ 2-3 ਸਟੇਜਿਸ 'ਚ ਅਸੀਂ ਸਪਲਿਟ ਕਰ ਦਿੰਦੇ ਹਾਂ ਇਹਨਾਂ ਨੂੰ। ਸੋ ਜਿਹੜਾ ਆਪਣਾ ਜਦੋਂ ਡਿਜ਼ਾਈਨ ਫੇਜ਼ ਹੁੰਦਾ ਹੈ ਨਾ ਉਹ ਤਕਰੀਬਨ 6 ਤੋਂ 9 ਮਹੀਨੇ ਲੱਗ ਜਾਂਦੇ ਨੇ ਤੇ ਕਾਫੀ ਸਾਰਾ ਟਾਈਮ ਇਸ 'ਤੇ ਵੀ ਡਿਪੈਂਡ ਕਰਦਾ ਕਿ ਕਾਉਂਸਲਾਂ ਜਿਹੜੀਆਂ ਅਪਰੂਵਲਸ ਦੇਣ ਨੂੰ ਨਾ ਉਹਨਾਂ ਪਾਸ ਸਟਾਫਿੰਗ ਦੇ ਕੀ ਇਸ਼ੂਜ਼ ਨੇ, ਕਿੰਨੀ ਜਲਦੀ ਉਹ ਲੋਕ ਰਿਸਪੌਂਡ ਕਰਦੇ ਨੇ। ਉਸ ਤੋਂ ਬਾਅਦ ਇੱਕ ਵਾਰੀ ਜਦੋਂ ਪਲਾਨਿੰਗ ਦੀ ਮਨਜ਼ੂਰੀ ਮਿਲਦੀ ਨਾ ਤਕਰੀਬਨ ਡਿਪੈਂਡ ਕਰਦਾ ਕਿ ਸਾਈਜ਼ ਕੀ ਪ੍ਰੋਜੈਕਟ ਦਾ ਹੈਗਾ, 6 ਮਹੀਨੇ ਤੋਂ ਲੈ ਕੇ ਤਕਰੀਬਨ 1 ਸਾਲ ਲੱਗ ਜਾਂਦਾ ਤਿਆਰੀ ਕਰਨ ਦੀ। ਜਿਹੜੀ ਡੀਟੇਲ ਡਿਜ਼ਾਈਨ ਹੈਗਾ, ਸਟਰਕਚਰਲ ਇੰਜੀਨੀਅਰਿੰਗ ਉਸ ਦੀ ਸਹੀ ਕਰਨੀ, 에ਅਰ ਕੰਡੀਸ਼ਨਿੰਗ ਤੇ ਵੈਂਟੀਲੇਸ਼ਨ ਤੇ ਉਹ ਸਾਰੇ ਸਿਸਟਮਸ ਕਿਸ ਤਰ੍ਹਾਂ ਇਨਕੋਪਰੇਟ ਕਰਨੇ। ਇੱਕ ਮੈਂ ਤੁਹਾਨੂੰ ਇੱਥੇ ਇਮੇਜ ਦਿੱਤੀ ਸੀਗੀ, ਉਸ ਦੇ ਵਿੱਚ ਨਾ ਐਕਸ-ਰੇ ਵਿਊ ਹੈਗਾ ਬਾਕਿੰਗ ਗੁਰਦੁਆਰੇ ਦਾ। ਤੁਸੀਂ ਦੇਖੋਗੇ ਕਿ ਉਸ ਦੇ ਵਿੱਚ ਉਹ ਸ਼ਾਇਦ ਮੈਨੂੰ ਲੱਗਦਾ ਸੁਖਦੇਵ ਨੇ ਦਿਖਾਇਆ ਸੀਗਾ ਐਕਸਰ ਵੀ। ਹਾਂ ਇਹ ਵਾਲਾ ਹਾਂਜੀ, ਤੁਸੀਂ ਇਸ 'ਚ ਦੇਖੋ ਇਹ ਸਾਨੂੰ ਤਾਂ ਕੋਈ ਸਮਝ ਹੀ ਨਹੀਂ ਆ ਰਹੀ ਇਹਦੇ ਵਿੱਚ ਸਾਡੀਆਂ ਲਾਈਨਾਂ ਸਾਰੀਆਂ ਦਿਖਾਈ ਨਹੀਂ ਦੇ ਰਹੀਆਂ ਹੈਗੀਆਂ। ਪਰ ਤੁਸੀਂ ਗੁਰਦੁਆਰੇ 'ਚ ਜੋ ਤੁਸੀਂ ਗੁਰਦੁਆਰੇ ਦੇ ਵਿੱਚ ਤੁਸੀਂ ਘੁੰਮੇ ਫਿਰੇ ਹੋਵੋਗੇ, ਤੁਸੀਂ ਇਹ ਕੁਛ ਨਹੀਂ ਦੇਖਿਆ ਹੋਵੇਗਾ ਉੱਥੇ। ਬਿਲਕੁਲ। ਪਰ ਇਹਨੂੰ ਕਿਸ ਤਰ੍ਹਾਂ ਲੁਕਾਉਣਾ, ਸਟਰਕਚਰ ਦੇ ਨਾਲ ਕਿਸ ਤਰ੍ਹਾਂ ਕਲੈਸ਼ ਕਰਨਾ, ਦੇਖੋ ਨਾ ਬਿਊਟੀਫੁਲ ਬਣਾਇਆ ਅੰਦਰੋਂ ਯਾਰ। ਸੋ ਇਹ ਸਾਰੀਆਂ ਚੀਜ਼ਾਂ ਨਾ ਜੇ ਤੁਹਾਨੂੰ ਲੱਗਦਾ ਨਾ ਕਿ ਕਿਤੇ ਸਟੈਪ ਨੀਚੇ ਨੂੰ ਆਈ ਆ ਜਾਂ ਉੱਤੇ ਆਈ ਆ, ਉਹ ਜ਼ਰੂਰੀ ਨਹੀਂ ਡੈਕੋਰੇਟਿਵ ਰੀਜ਼ਨ ਵਾਸਤੇ ਕੀਤੀ ਹੈ। ਕਦੀ ਤਾਂ ਵੀ ਕੀਤੀ ਹੁੰਦੀ ਹੈ ਕਿ ਉਸ ਦੇ ਪਿੱਛੇ ਕੁਝ ਪਲਾਂਟ ਜਾਂ ਡਕਟਿੰਗ ਜਾਂ ਮਸ਼ੀਨਰੀ ਲੁਕੋਈ ਹੋਈ ਹੈ। ਸੋ ਇਹ ਸਾਰੇ ਤਰੀਕੇ ਨਾਲ ਹੌਲੀ ਬੰਦਾ ਸਿੱਖਦਾ। ਸੋ ਜਦੋਂ ਕੰਸਟਰਕਸ਼ਨ ਸਟਾਰਟ ਹੁੰਦੀ ਹੈ, ਹਾਂਜੀ, ਤੁਸੀਂ ਹਮੇਸ਼ਾ ਆਫਿਸ ਦੀ ਤੁਸੀਂ ਜਾ ਕੇ ਵਿਜ਼ਿਟ ਵੀ ਕਰਦੇ ਹੋ ਸਾਈਟ ਨੂੰ, ਫਿਰ ਆਫਿਸ, ਫਿਰ ਸਾਈਟ ਦੇ ਉੱਪਰ ਨਾਲ ਦੀ ਨਾਲ। ਅਸਲ 'ਚ ਸਹੀ ਤਰੀਕਾ ਇਹ ਹੈਗਾ ਕਿ ਹਰ ਇੱਕ ਅਲੱਗ-ਅਲੱਗ ਸਿਸਟਮ ਹੁੰਦੇ ਨੇ, ਪਰ ਅਸੀਂ ਇੰਨੀ ਡਿਟੇਲ 'ਚ ਅਸੀਂ ਡਰਾਇੰਗ ਕਰਦੇ ਹਾਂ ਅੱਜ ਕੱਲ੍ਹ। ਸਾਡੀ ਅਸੀਂ ਜਿਹੜੀ ਡਿਟੇਲਿੰਗ ਵੀ ਬਿਲਡਿੰਗ ਦੀ ਕਰਦੇ ਹਾਂ 3 ਡਾਈਮੈਂਸ਼ਨ 'ਚ ਕਰਦੇ ਹਾਂ। ਇੱਕ ਤਰ੍ਹਾਂ ਬਿਲਡਿੰਗ ਬਣਨ ਤੋਂ ਪਹਿਲਾਂ ਨਾ ਸਾਨੂੰ ਇਹ ਪਤਾ ਹੁੰਦਾ ਕਿ ਦਰਵਾਜ਼ਾ ਕਿਹੜਾ ਲੱਗਣਾ ਹੈਗਾ, ਉਹਦਾ ਸ਼ੇਪ ਕੀ ਹੈਗਾ, ਕਬਜ਼ੇ ਤੇ ਕਿੰਨੇ ਸਕਰੂ ਲੱਗਣੇ ਨੇ, ਸਾਰਾ ਕੁਝ ਅਸੀਂ ਡਿਟੇਲ ਕਰਕੇ। ਹਾਂ, ਤੁਸੀਂ ਸਮਝ ਲਓ, ਤੁਸੀਂ ਆਈਕੀਆ ਤੋਂ ਫਰਨੀਚਰ ਲੈਂਦੇ ਹੋ, ਉਹਦੇ ਨਾਲ ਇੱਕ ਇੰਸਟਰਕਸ਼ਨ ਪੈਕ ਨਹੀਂ ਆਉਂਦਾ ਕਿ ਇਸ ਤਰ੍ਹਾਂ ਅਸੈਂਬਲ ਕਰਨਾ। ਅਸੀਂ ਇੰਨੀ ਬਰੀਕੀ ਨਾਲ ਡਿਜ਼ਾਈਨ ਕਰੀਦਾ ਕਿ ਉਹ ਸਾਰਾ ਹੀ ਕੁਝ ਬਿਲਡਰ ਨੂੰ ਦੇ ਦਈਦਾ। ਪਰ ਅਸੀਂ ਜੇ ਬਿਲਡਰ ਦੇ ਪਾਸ ਸਾਰੇ ਰਿਸੋਰਸਿਸ ਹੋਣ ਨਾ, ਸਾਨੂੰ ਐਕਚੁਅਲੀ ਸਾਈਟ ਤੇ ਜਾਣ ਦੀ ਲੋੜ ਨਹੀਂ ਹੋਣੀ ਚਾਹੀਦੀ। ਪਰ ਉਹ ਫਿਰ ਡਰਾਇੰਗਾਂ ਕਦੀ ਇੰਨੀਆਂ ਕੰਪਲਿਕੇਟਡ ਹੋ ਜਾਂਦੀਆਂ ਨੇ ਤੇ ਕਈ ਕੌਨਫਲਿਕਟ ਸੌਰਟ, ਫਿਰ ਉਹ ਜਾ ਕੇ ਨਾ ਹਰ ਵੇਲੇ ਨਾਲ ਦੇ ਨਾਲ ਸੌਰਟ ਆਊਟ ਕਰਦੀ ਜਾਈਦਾ। ਤੁਸੀਂ ਦੱਸ ਰਹੇ ਸੀ ਕਿ ਜਿਹੜੀ ਨਿਊ ਟੈਕਨੋਲੋਜੀ ਹੋਮਸ ਹੈਗੇ ਨੇ, ਹਾਂਜੀ, ਉਹ ਕਿਹੜੀ ਜਗ੍ਹਾ ਤੇ ਸੀਗੇ ਉਹ? ਸੋ ਇਹ ਵਾਲੇ ਨਾ ਥੀਸ ਆਰ ਹਾਂਜੀ। ਸੋ ਇਹ ਨਾ ਅਸੀਂ ਅਸਲ 'ਚ ਮੈਨੂੰ ਨਾ ਇੱਕ ਕਾਉਂਸਲ ਨੇ ਇੱਕ ਹਾਊਸਿੰਗ ਐਸੋਸੀਏਸ਼ਨ ਨੇ ਕਿਹਾ, ਨਹੀਂ ਕਾਉਂਸਲ ਸੀਗੀ, ਨਿਯਮ ਕਾਉਂਸਲ ਨੇ ਕਿਹਾ ਕਿ ਸਾਡੇ ਕੋਲ ਥੋੜ੍ਹੀਆਂ ਜ਼ਮੀਨਾਂ ਹੈਗੀਆਂ ਨੇ ਇੱਥੇ ਜਿਹੜੀਆਂ ਕਿ ਟੈਂਪਰੇਰੀ ਜ਼ਮੀਨਾਂ ਨੇ। ਉਹ ਟੈਂਪਰੇਰੀ ਜ਼ਮੀਨਾਂ ਦੇ ਉੱਤੇ ਨਾ ਤੁਸੀਂ ਕੁਝ ਇਸ ਤਰ੍ਹਾਂ ਦੇ ਘਰ ਉਹਨਾਂ 'ਤੇ ਬਿਲਡ ਕਰ ਸਕਦੇ ਹੋ ਜਿਹੜੇ ਕਿ ਫੈਕਟਰੀ 'ਚ ਬਣੇ ਹੋਣ। ਅਸੀਂ ਕੀ ਵਰਕਰਸ ਨੂੰ, ਜਿਸ ਤਰ੍ਹਾਂ ਪੁਲਿਸਮੈਨ ਹੋਏ, ਡਾਕਟਰ, ਨਰਸਿਸ ਹੋਣ ਜਾਂ ਪਬਲਿਕ ਸੈਕਟਰ ਦੇ ਵਰਕਰਸ ਜਿਹੜੇ ਹੋਣ, ਅਸੀਂ ਉਹਨਾਂ ਨੂੰ ਟੈਂਪਰੇਰੀ 3-3, 4-4 ਸਾਲਾਂ ਵਾਸਤੇ ਦੇ ਦਈਏ। ਉਹ ਤੁਸੀਂ ਜਲਦੀ ਆ ਕੇ ਅਸੈਂਬਲ ਕਰ ਲਓ, ਫਿਰ ਉਹਨਾਂ ਨੂੰ ਡਿਸਮੈਂਟਲ ਕਰਕੇ ਨਾ ਅਸੀਂ ਜੇ 7-8 ਸਾਲਾਂ ਤੱਕ ਸਾਨੂੰ ਜ਼ਮੀਨ ਚਾਹੀਦੀ। ਸੋ ਇਹ ਸਾਰਾ ਹੁੰਦਾ ਹੈ ਜੋ ਤੁਸੀਂ ਬਿਲਡ ਕਰਦੇ ਹੋ, ਸਾਰਾ ਹਾਂ ਇੰਸਟਾਲ ਕਰਦੇ ਹੋ। ਤੇ ਹਾਂਜੀ, ਤੇ ਫਿਰ ਸਾਡੇ ਮਨ 'ਚ ਇਹ ਆਇਆ ਕਿ ਜਿਹੜੇ ਸ਼ਿਪਿੰਗ ਕੰਟੇਨਰਸ ਹੁੰਦੇ ਨੇ ਨਾ, ਅਸੀਂ ਉਹਨਾਂ ਦੇ ਵਿੱਚ ਘਰ ਫਿੱਟ ਆਊਟ ਕਰਕੇ ਤੇ ਉਹ ਸ਼ਿਪਿੰਗ ਕੰਟੇਨਰਸ ਨੂੰ ਲਿਆ ਕੇ ਨਾ ਕ੍ਰੇਨ ਦੇ ਨਾਲ ਉੱਥੇ ਖੜੇ ਕਰ ਦਈਏ। ਤੇ ਫਿਰ ਸਾਨੂੰ ਪਤਾ ਲੱਗਾ ਕਿ ਚਾਈਨਾ 'ਚ ਨਾ ਤਕਰੀਬਨ 95% ਦੁਨੀਆ ਦੇ ਕੰਟੇਨਰਸ ਉੱਥੇ ਬਣਦੇ ਨੇ। ਫਿਰ ਅਸੀਂ ਚਾਈਨਾ ਚਲੇ ਗਏ, ਉੱਥੇ ਜਦੋਂ ਦੇਖਿਆ ਕਿ ਉਹਨਾਂ ਪਾਸ ਮੈਨੂਫੈਕਚਰਿੰਗ ਕੈਪੇਬਿਲਿਟੀਜ਼ ਕਾਫੀ ਹੈਗੀਆਂ, ਉੱਥੇ ਫਿਰ ਅਸੀਂ ਇੱਕ ਫੈਕਟਰੀ ਸੈਟਅਪ ਕੀਤੀ ਤੇ ਇੱਕ ਅਸੀਂ ਆਪਣਾ ਸਿਸਟਮ ਡਿਵੈਲਪ ਕੀਤਾ ਕਿ ਜਿਹਦੇ 'ਚ ਅਸੀਂ ਮੈਟਲ ਕੰਟੇਨਰਸ ਨਹੀਂ, ਪਰ ਮੈਟਲ ਕੰਟੇਨਰਸ ਵਾਂਗ ਦਾ ਇੱਕ ਨਾ ਸਟੀਲ ਫਰੇਮ ਦਾ ਸਿਸਟਮ ਅਸੀਂ ਡਿਵੈਲਪ ਕੀਤਾ, ਆਪਣਾ ਓਨ ਸਿਸਟਮ, ਕਿ ਉਸ ਦੇ ਵਿੱਚ ਸਾਰਾ ਕੁਝ ਫਿਟਡ ਆਵੇ। ਫਿਰ ਅਸੀਂ ਉਹਨਾਂ ਨੂੰ ਸ਼ਿਪ ਇਸ ਤਰ੍ਹਾਂ ਕਰੀਏ ਕਿ ਜਿਸ ਤਰ੍ਹਾਂ ਸ਼ਿਪਿੰਗ ਕੰਟੇਨਰਸ ਹੁੰਦੇ ਨੇ, ਤੇ ਫਿਰ ਉਹ ਇੱਥੇ ਆਉਣ ਤੇ ਫਿਰ ਅਸੀਂ ਬਸ ਚੱਕ ਕੇ ਉਹਨਾਂ ਨੂੰ ਰੱਖ ਕੇ ਤੇ ਬਾਹਰੋਂ ਬਸ ਸਕਿਨ ਹੀ ਉਹਨਾਂ 'ਤੇ ਪਾਉਣੀ ਆ। ਸੋ ਇਹ ਜਿਹੜੀ ਸਕੀਮ ਤੁਸੀਂ ਦੇਖ ਰਹੇ ਸੀਗੇ, ਉਹਦੇ ਜਿਹੜੇ ਇੰਟੀਰੀਅਰਸ ਨੇ ਉਹ ਇਸ ਤਰ੍ਹਾਂ ਹੀ ਉੱਥੋਂ ਫਿਨਿਸ਼ ਹੋ ਕੇ ਹੀ ਆਏ ਸੀ। ਅੱਛਾ, ਫਿਨਿਸ਼ ਹੋ ਕੇ ਇੱਦਾਂ ਆਉਂਦੇ ਨੇ?
ਟਾਈਲਾਂ ਲੱਗੀਆਂ ਹੋਈਆਂ ਸੀ, ਕਿਚਨ ਉਹਨਾਂ 'ਚ ਫਿੱਟ ਹੋਈ ਸੀਗੀ, Oh my ਬਾਥਰੂਮ God. ਜਿਸ ਤਰ੍ਹਾਂ ਉਹ ਇਮੇਜਿਸ 'ਚ ਦਿਖਾਇਆ ਸੀਗਾ ਉਹ ਸਾਰਾ ਕੁਝ ਇਸ ਤਰ੍ਹਾਂ ਫਿਟਡ ਹੀ ਆਇਆ। ਬਸ ਹੁਣ ਉਹ ਜਿਹੜਾ ਇਹ ਅਸੀਂ ਇੱਕ ਤਰ੍ਹਾਂ ਪ੍ਰੋਟੋਟਾਈਪ ਬਣਾਇਆ ਸੀਗਾ ਉੱਥੇ ਕਿ ਇਹ ਕਿੰਨੀ one bedroom 2 bedroom ਕਿ ਉਹਦਾ ਸੋ ਮਤਲਬ ਇਹ ਅਸੀਂ 2 ਬੈਡਰੂਮਾਂ ਦਾ ਪ੍ਰੋਟੋਟਾਈਪ ਬਣਾਇਆ ਸੀ। ਅਸੀਂ ਦੇਖੀਏ ਕਿ ਸ਼ਿਪਿੰਗ ਦੇ ਵਿੱਚ ਚੀਜ਼ਾਂ ਟੁੱਟ ਤਾਂ ਨਹੀਂ ਜਾਂਦੀਆਂ, ਕਿ ਕੰਧਾਂ 'ਚ ਤਿਉੜਾਂ ਤਾਂ ਨਹੀਂ ਆ ਜਾਣੀਆਂ, ਮਤਲਬ ਕਿ ਸਾਰਾ ਇੰਜੀਨੀਅਰ ਕੀਤਾ ਸੀਗਾ, ਕਿਉਂਕਿ ਜਦੋਂ ਤੁਸੀਂ ਚੱਕਦੇ ਹੋ ਚੀਜ਼ਾਂ ਬੈਂਡ ਹੋ ਹਿਲ ਕੇ ਜਾਂਦੀਆਂ twist ਹੋ ਨੇ ਕੇ ਨਾ, ਹਿਲ ਹਾਂ। ਜਾਂਦੀਆਂ ਨੇ। ਤੇ ਮੈਂ ਤੁਹਾਨੂੰ ਦੱਸਦਾ ਕਿ ਉਹ ਪ੍ਰੋਟੋਟਾਈਪ ਅਸੀਂ ਬਣਾਇਆ, 1-2 ਉਹਨਾਂ ਦੇ ਵਿੱਚ ਤਿਉੜਾਂ ਨਿਕਲੀਆਂ। ਤੇ ਉਹ ਫਿਰ ਜਦੋਂ ਨੈਕਸਟ ਅਸੀਂ ਜਦੋਂ ਰਿਫਾਈਨ ਕੀਤੇ ਡਿਜ਼ਾਈਨ, ਉਹਨਾਂ ਦੇ ਵਿੱਚ ਫਿਰ ਉਹ ਪ੍ਰੋਬਲਮ ਸਾਨੂੰ ਨਹੀਂ ਆਏ। ਤੇ ਫਿਰ ਅਸੀਂ ਫਿਰ ਜ਼ਮੀਨ ਖਰੀਦੀ ਤੇ ਇੱਕ ਹਾਊਸਿੰਗ ਐਸੋਸੀਏਸ਼ਨ ਵਾਸਤੇ ਅਸੀਂ ਉਹਨਾਂ ਨੂੰ 9 ਫਲੈਟ ਬਣਾ ਕੇ ਦਿੱਤੇ 3 ਸਟੋਰੀ ਦੇ ਬਿਲਡਿੰਗਾਂ ਤੇ। ਉਹ ਇਸ ਤਰ੍ਹਾਂ ਦੇ 40 ਕੰਟੇਨਰ ਸੀਗੇ ਜਿਹੜੇ ਕਿ 5 ਦਿਨਾਂ ਦੇ ਵਿੱਚ ਅਸੀਂ ਆ ਕੇ ਖੜੇ ਕਰ ਦਿੱਤੇ ਇੱਥੇ, ਤੇ ਉਹ ਚਾਈਨਾ ਤੋਂ ਬਣ ਕੇ ਸਾਰੇ ਆਏ। ਤੇ ਕੋਈ ਏਦਾਂ ਤਾਂ ਨਹੀਂ ਹੋਈ ਦਿੱਕਤ ਵਗੈਰਾ ਕਿ ਹਿਲ ਗਏ, ਕੋਈ ਦੁਬਾਰਾ ਕਰਨਾ ਪਿਆ ਏਦਾਂ ਦਾ? ਹਿੱਲੇ ਨਹੀਂ, ਪਰ ਇਸ ਤਰ੍ਹਾਂ ਹੈ ਕਿ ਨਾਲ ਦੇ ਨਾਲ ਅਸੀਂ ਸਿੱਖਦੇ ਗਏ ਕਿ ਜਿਸ ਤਰ੍ਹਾਂ ਚਾਈਨਾ ਤੋਂ ਜਿਹੜੇ ਪ੍ਰੋਡਕਟਸ ਅਸੀਂ ਸੋਰਸ ਕਰਨੇ ਸੀਗੇ ਉਹ ਵੀ ਸਾਰੇ ਨਾ ਅਸੀਂ UK ਸਟੈਂਡਰਡਸ ਕੰਪਲਾਇੰਟ ਪ੍ਰੋਡਕਟਸ ਜਿਹੜੇ ਸਾਰੇ ਸੋਰਸ ਕੀਤੇ। ਤੇ ਫਿਰ ਇੱਥੇ ਨਾ ਇੱਕ ਆਰਗੇਨਾਈਜੇਸ਼ਨ ਹੈਗੀ ਜਿਹਨੂੰ ਬਿਲਡਿੰਗ ਰਿਸਰਚ ਐਸਟੈਬਲਿਸ਼ਮੈਂਟ ਕਹਿੰਦੇ ਨੇ, BRE। ਤੇ ਉਹਨਾਂ ਨੇ ਐਕਚੁਅਲੀ ਸਾਡੇ ਜਿਹੜੀ ਕੰਸਟਰਕਸ਼ਨ ਹੋ ਰਹੀ ਸੀ ਉੱਥੇ ਫੈਕਟਰੀਆਂ 'ਚ, ਉਹ ਜਾ ਕੇ ਇਹਨਾਂ ਨੇ ਇੰਸਪੈਕਟਰ ਭੇਜੇ, ਸਾਰਾ ਕੁਝ ਸਾਡੇ ਕੁਆਲਿਟੀ ਮੈਨੇਜਮੈਂਟ ਸਿਸਟਮਸ ਵਗੈਰਾ ਦੇਖੇ, ਤੇ ਉਹਨਾਂ ਨੇ ਫਿਰ ਸਾਨੂੰ ਸਰਟੀਫਾਈ ਕਰ ਦਿੱਤਾ ਕਿ ਇਹ ਬ੍ਰਿਟਿਸ਼ ਸਟੈਂਡਰਡਸ ਦੇ ਹਿਸਾਬ ਮੁਤਾਬਿਕ ਇਹ ਸਾਰੇ ਬਣੇ ਨੇ। ਮੈਂ ਤੇ ਗੱਲ ਕਰਾਂਗਾ ਬਹੁਤ ਇੰਪੋਰਟੈਂਟ ਹੈ, ਬਿਕੋਜ਼ ਮੈਨੂੰ ਬਹੁਤ ਅੱਛਾ ਆਈਡੀਆ ਲੱਗਿਆ ਹੈ ਜਿਹੜਾ ਅਸੈਂਬਲ ਕਰਦੇ ਹੋ। ਜਿਹੜੇ ਹੋਟਲਸ ਵਗੈਰਾ ਤੁਸੀਂ ਕਾਫੀ ਵੱਡੇ ਬਣਾਏ, ਮੈਂ ਚਾਹਾਂਗਾ ਉਹਦੀ ਵੀ ਪਿਕਚਰ ਦਿਖਾਓ। ਇਹ ਵੀ ਜਿਹੜਾ ਦਿਸ ਇਜ਼ ਇਨ ਦ ਸਿਟੀ। ਹਾਂਜੀ, ਇਹ ਤਾਂ ਕੈਨਿੰਗਟਨ 'ਚ ਹੋਟਲ ਆ। ਸੋ ਇਹਨਾਂ ਦੀ ਇਹ ਕਿਉਂਕਿ ਲਿਸਟਡ ਬਿਲਡਿੰਗਸ ਨੇ, ਇਹ ਅੰਦਰੋਂ ਤੁਸੀਂ ਕੀਤਾ, ਬਾਹਰੋਂ ਨਹੀਂ ਅੰਦਰੋਂ ਕਰ? ਸਾਰੇ ਅਸੀਂ ਕੀਤੇ ਨੇ, ਹਾਂਜੀ। ਤੇ ਇਹ ਨਵਾਂ ਹੋਟਲ ਬਣਾਇਆ ਐਕਚੁਅਲੀ, ਫੋਟੋ ਤੁਸੀਂ ਸਟੇਸ਼ਨ ਤੋਂ ਦੇਖ ਰਹੇ ਹੋ, ਇਹ 7 ਕਿੰਗਸ ਦਾ ਸਟੇਸ਼ਨ ਹੈ। ਇਹਦੇ ਨਾਲ ਇੱਕ ਛੋਟੀ ਜਿਹੀ ਪਬ ਹੁੰਦੀ ਸੀਗੀ। ਅੱਛਾ ਅੱਛਾ। ਤੇ ਉਹ ਸਾਡਾ ਇੱਕ ਦਿਸ ਵਨ ਲੁਕਸ ਬਿਊਟੀਫੁਲ, ਲੁਕਸ ਰੀਅਲੀ ਨਾਈਸ। ਸੋ ਅੰਦਰ ਦੇ ਵੀ 1-2 ਸ਼ਾਟ ਹੋਣਗੇ, ਹਾਂਜੀ। ਸੋ ਇਹ ਨਾ ਐਕਚੁਅਲੀ ਇਹਦੀ ਫਾਰਮਲ ਓਪਨਿੰਗ 1-2 ਦਿਨਾਂ 'ਚ, ਅਗਲੇ ਹਫਤੇ ਇਹਨਾਂ ਨੇ ਇਸ ਦੀ ਫਾਰਮਲ ਓਪਨਿੰਗ ਕਰਨੀ ਹੈਗੀ। ਇੱਕ ਪਬ ਦੀ ਬਿਲਡਿੰਗ ਸੀਗੀ ਤੇ ਸਾਡਾ ਕਲਾਇੰਟ ਉਹਨੇ ਖਰੀਦੀ ਕਿ ਕਹਿੰਦਾ ਮੈਂ ਹੋਟਲ ਬਣਾਉਣਾ ਚਾਹੁੰਦਾ, ਪਰ ਕਾਉਂਸਲ ਸਾਨੂੰ 60 ਬੈਡਰੂਮਾਂ ਦਾ ਹੋਟਲ ਦੇ ਰਹੀ ਹੈ, ਤੂੰ ਕਿਸੇ ਤਰੀਕੇ ਨਾਲ ਵਧਾ ਕੇ ਸਾਨੂੰ ਮਨਜ਼ੂਰੀ ਜੇ ਇਹਦੀ ਲੈ ਦੇਵੇ ਤੇ ਅੱਛਾ। ਤੇ ਫਿਰ ਅਸੀਂ ਕਾਉਂਸਲ ਨੂੰ ਪਰਸੂਏਡ ਕਰਕੇ ਅਸੀਂ 95 ਬੈਡਰੂਮ ਦੀ ਹੋਟਲ ਦੀ ਉਹਨੂੰ ਪਰਮਿਸ਼ਨ ਲੈ ਦਿੱਤੀ ਸੀ। ਤੇ ਹੁਣ ਪਿਛਲੇ ਸਾਲ ਹੋਇਆ ਖਤਮ ਹੋ ਗਿਆ ਸੀਗਾ, ਤੇ ਉਦੋਂ ਫਿਰ ਲੈਟ ਆਊਟ ਨਹੀਂ ਕਰ ਸਕੇ। ਪਰ ਹੁਣ ਆਈਬਿਸ ਵਾਲਿਆਂ ਨੇ ਇਸ ਹੋਟਲ ਨੂੰ ਆਪਣੇ ਬ੍ਰਾਂਡ ਦੇ ਅੰਡਰ ਉਹਨਾਂ ਨੇ ਰਜਿਸਟਰ ਕਰ ਲਿਆ ਹੈਗਾ, ਤੇ ਹੁਣ ਹਫਤੇ 2 ਹਫ਼ਤਿਆਂ ਤੱਕ ਇਹਨਾਂ ਨੇ ਆਪਰੇਸ਼ਨ ਕਰ ਲੈਣੇ। ਆਈਬਿਸ ਵਾਲੇ ਕਹਿੰਦੇ ਨੇ ਕਿ ਉਹਨਾਂ ਦੇ ਇਸ ਬੈਂਡ ਦੇ ਵਿੱਚ they think this is one of the best hotels that they have. ਯਾਰ ਮੈਂ ਨਾ ਕਿਹਦੀ ਦੱਸ ਸੀ ਕਿ I don't know how to say that, ਜਦੋਂ ਤੁਸੀਂ ਲੰਡਨ 'ਚ ਜਿੱਦਾਂ ਕੋਰੋਨੇਸ਼ਨ ਸਟਰੀਟ ਦਾ ਪ੍ਰੋਗਰਾਮ ਦੇਖਦੇ ਹੋ ਮਕਾਨ, ਮੈਂ ਆਰਕੀਟੈਕਟ ਕੌਣ ਹੈ, ਮੈਂ ਕਿ ਉਹਨੂੰ ਪਕੜ ਕੇ ਇੱਕ ਦਫਾ ਇੱਕ ਤਰ੍ਹਾਂ ਦਾ ਇੱਕ ਇੱਥੇ ਉੱਥੇ ਉਹ ਕੋਈ ਫਰਕ ਨਹੀਂ, ਲਾਈਨ ਦੀ ਲਾਈਨ ਇੱਕ ਤਰ੍ਹਾਂ ਦਾ ਮਕਾਨ। I'm glad that somebody like you, ਤੁਸੀਂ ਐਡੇ ਵੱਡੇ ਪ੍ਰੋਜੈਕਟ ਕਰਦੇ, ਤੁਸੀਂ ਉਹਦਾ ਸਟਰਕਚਰ, ਉਹਦਾ ਸਿਸਟਮ, ਉਹਦੀ ਲੁੱਕ ਸਾਰਾ ਕੁਝ ਚੇਂਜ ਕਰਦੇ ਪਏ ਹੋ, ਮਾਡਰਨ ਟੈਕਨੋਲੋਜੀ ਸਾਰਾ ਕੁਝ ਯੂਜ਼ ਕਰਦੇ ਹੋ। I'm glad, ਕਿਉਂਕਿ ਜਿੱਦਾਂ ਹੁਣ ਤੁਸੀਂ ਦੇਖੋ ਇੱਦਾਂ ਦੇ ਘਰ ਹੈ, ਗਲੀਆਂ ਕੁੱਚੇ, ਦੇ ਸੋ ਡਿਪਰੈਸਿੰਗ ਯਾਰ, ਵੈਰੀ ਡਿਪਰੈਸਿੰਗ। ਅਸਲ 'ਚ ਜਿਹੜੇ ਪੁਰਾਣੇ ਘਰ ਬਣੇ ਹੋਏ ਨੇ ਉਹਨਾਂ ਦੇ, ਜੇ ਤੁਸੀਂ ਸੋਚੋ ਕਿ ਕਿਹੜੇ ਟਾਈਮ 'ਚ ਬਣੇ ਸੀਗੇ ਨਾ, ਉਸ ਟਾਈਮ ਦੇ ਹਿਸਾਬ ਨਾਲ ਬੰਦੇ ਝੌਂਪੜੇ 'ਚ ਰਹਿੰਦੇ ਸੀ, ਟੁੱਟੇ ਫੁੱਟੇ ਘਰਾਂ 'ਚ ਰਹਿੰਦੇ ਸੀਗੇ। ਉਹਨਾਂ ਵਾਸਤੇ ਜੇ ਉਹਨਾਂ ਨੂੰ ਤੁਸੀਂ ਇੱਟਾਂ ਦਾ ਘਰ ਬਣਾ ਦਿੰਦੇ ਸੀ ਜਿਨ੍ਹਾਂ 'ਚ ਅੱਛੀਆਂ ਖਿੜਕੀਆਂ ਲੱਗੀਆਂ ਸੀਗੀਆਂ, ਆਊਟਸਾਈਡ ਬੇਸ਼ੱਕ ਟਾਇਲਟ ਹੁੰਦੀ ਸੀਗੀ ਉਹਨਾਂ ਦੀ, ਉਹਨਾਂ ਵਾਸਤੇ ਉਸ ਟਾਈਮ ਦੇ ਹਿਸਾਬ ਨਾਲ ਉਹ ਵੀ ਤਰੱਕੀ ਇੱਕ ਤਰ੍ਹਾਂ ਗਿਣੀ ਜਾਂਦੀ ਸੀ, ਕਿਉਂਕਿ ਉਹ ਰੈਪੂਟੇਸ਼ਨ ਦੀ ਇਹ ਗੱਲ ਹੈਗੀ ਕਿ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਹੈ ਨਾ ਉਹ ਘਟ ਜਾਂਦੀ ਹੈ। ਸੋ ਇਸ ਕਰਕੇ ਇਟ ਮੇਡ ਸੈਂਸ ਕਿ ਉਹ ਤੁਸੀਂ ਇੱਕ ਬੰਦੇ ਨੂੰ ਉੱਥੇ ਇੱਟਾਂ ਲਾਉਣੀਆਂ ਚਾਲੂ ਕੀਤੀਆਂ, ਦੂਸਰੇ ਬੰਦੇ ਨੇ ਲੱਕੜੀ ਦਾ ਕੰਮ ਫਿਟ ਆਊਟ ਕਰਨਾ, ਤੀਸਰੇ ਬੰਦੇ ਨੇ ਫਿਰ ਪਲੰਬਿੰਗ, ਉਹ ਨਾਲ ਨਾ ਉਹ ਲਾਈਨ ਉਹਨਾਂ ਦੀ ਚੱਲਦੀ ਆਉਂਦੀ ਸੀਗੀ। ਸੋ ਉਹ ਸਹੀ ਤਰੀਕਾ ਹੈਗਾ। ਹੁਣ ਉਹੀ ਤਰੀਕਾ ਵਾਪਸ ਆ ਰਿਹਾ ਹੈਗਾ, ਪਰ ਅਸੀਂ ਜਿਸ ਤਰ੍ਹਾਂ ਮੈਂ ਤੁਹਾਨੂੰ ਪ੍ਰੀ ਫੈਬਰੀਕੇਟਡ ਘਰ ਦਿਖਾਇਆ ਸੀਗਾ, ਅਫਸੋਸ ਇਹ ਸੀਗਾ ਕਿ ਅਸੀਂ ਨਾ ਬਹੁਤ ਪਹਿਲਾਂ ਉਹ ਆਈਡੀਏ ਟੈਸਟ ਆਊਟ ਕਰ ਲਏ ਸੀਗੇ। ਅਸੀਂ 2010 ਤਾਈਂ ਨਾ ਅਸੀਂ ਉਹ ਆਈਡੀਆ ਮੈਚੋਰ ਕਰ ਲਿਆ ਸੀਗਾ, ਪਰ ਮਾਰਕੀਟ ਸਾਡੇ ਵਾਸਤੇ ਤਿਆਰ ਨਹੀਂ ਸੀਗੀ। ਤੇ ਉਦੋਂ ਸਾਡੇ ਕੋਲ ਨਾ ਤਕਰੀਬਨ 700
ਘਰਾਂ ਦੇ ਆਰਡਰ ਸੀਗੇ ਹਾਊਸਿੰਗ ਐਸੋਸੀਏਸ਼ਨ ਤੋਂ ਪਰ ਜਦੋਂ ਡੇਵਿਡ ਕੈਮਰਨ ਦੀ ਗਵਰਨਮੈਂਟ ਆਈ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਹਾਊਸਿੰਗ ਐਸੋਸੀਏਸ਼ਨ ਦੀ ਫੰਡਿੰਗ ਅਸੀਂ ਪੁੱਲ ਕਰਦੇ ਹਾਂ। ਹੁਣ 10 ਸਾਲਾਂ ਬਾਅਦ ਉਹੀ ਜਿਹੜੀਆਂ ਚੀਜ਼ਾਂ ਅਸੀਂ ਉਦੋਂ ਕਰਦੇ ਸੀਗੇ ਨਾ, ਉਹ ਹੁਣ ਆਈਡੀਆਜ਼ ਮੈਚੁਰ ਹੋ ਗਏ ਨੇ। ਹੁਣ ਇਸ ਮੁਲਕ 'ਚ ਵੀ ਨਾ ਪ੍ਰੀ ਫੈਬਰਿਕੇਟਡ ਘਰ ਚਾਲੂ ਹੋ ਗਏ ਨੇ ਕਿਉਂਕਿ ਥੋੜੀ ਤੇਜ਼ੀ ਨਾਲ ਬਣਦੇ ਨੇ ਔਰ ਉਹਨਾਂ ਦੀ ਕੁਆਲਿਟੀ ਕਾਸਟ ਵੀ ਘੱਟ ਬਹੁਤ ਫਰਕ ਹੈ। ਕਾਸਟ 'ਚ ਥੋੜਾ ਹੀ ਫਰਕ ਹੁੰਦਾ ਹੈ, ਪਰ ਮੇਨ ਚੀਜ਼ ਇਹ ਹੈ ਕਿ ਤੇਜ਼ੀ ਨਾਲ ਬਣ ਜਾਂਦੇ ਨੇ ਪਰ ਕੁਆਲਿਟੀ ਐਕਚੁਅਲੀ ਤੁਸੀਂ ਜਦੋਂ ਫੈਕਟਰੀ 'ਚ ਬਣਾਉਂਦੇ ਨੇ ਉਹਨਾਂ ਦੀ ਕੁਆਲਿਟੀ ਬੈਟਰ ਹੁੰਦੀ ਕਿਉਂਕਿ ਤੁਸੀਂ ਕੁਆਲਿਟੀ ਚੈੱਕਸ ਕਰਦੇ ਨੇ। ਬਾਹਰ ਜਦੋਂ ਅਸੀਂ ਮਕਾਨ ਬਣਾਏ ਨੇ ਛੱਤ ਖੁੱਲੀ ਹੁੰਦੀ ਹੈ, ਬਰਸਾਤ ਵਗੈਰਾ ਆਉਂਦੀ ਰਹਿੰਦੀ ਹੈ ਤੇ ਸੋ ਉਹ ਕੁਆਲਿਟੀ ਇੰਸ਼ੋਰ ਕਰਨੀ ਨਾ ਮੁਸ਼ਕਿਲ ਜਿੰਦਰ ਜੀ ਅੱਜ ਮੈਂ ਤੁਹਾਡੇ ਪ੍ਰੋਜੈਕਟ ਦੇਖੇ ਹੋਟਲ ਦੇ ਕਮਰਸ਼ੀਅਲ ਬਿਲਡਿੰਗਾਂ ਵਗੈਰਾ ਗੁਰੂ ਘਰ ਮੰਦਰ ਵਗੈਰਾ ਆਈ ਐਮ ਸੋ ਇੰਪ੍ਰੈਸਡ ਓਨੈਸਟਲੀ। ਮੈਨੂੰ ਲੱਗਦਾ ਕਿ ਜਿੰਨੇ ਵੀ ਤੁਸੀਂ ਘਰ ਬੈਠੇ ਹੋ ਆਪਣੇ ਬੱਚਿਆਂ ਨੂੰ ਪ੍ਰੋਫੈਸ਼ਨ ਚੂਜ਼ ਕਰੋ ਕਿ ਸਾਨੂੰ ਚੀਜ਼ ਦੀ ਬੜੀ ਘੱਟ ਨੌਲੇਜ ਹੈ। ਇਸ ਕਰਕੇ ਮੈਂ ਨਰਿੰਦਰ ਜੀ ਨੂੰ ਲੈ ਕੇ ਆਇਆ ਤਾਂ ਕਿ ਤੁਹਾਨੂੰ ਦਿਖਾ ਸਕੀਏ ਕਿ ਤੁਸੀਂ ਕਿਹੜੇ ਅਹੁਦੇ ਤੱਕ ਪਹੁੰਚ ਸਕਦੇ ਹੋ। ਇਹ ਦੁਨੀਆ 'ਚ ਨਾਮ ਹੋ ਜਾਂਦਾ ਕਿ ਬੰਦੇ ਦਾ ਹਿਸਟਰੀ ਬਣ ਜਾਂਦੀ ਹੈ ਵੀ ਉਹ ਬੰਦਾ ਸੀਗਾ ਉਹਨੇ ਬਣਾਇਆ ਯੂ ਵਿਲ ਗੋ ਇਨ ਦਾ ਹਿਸਟਰੀ। ਗੁਰੂ ਘਰ ਤੁਸੀਂ ਬਣਾਏ, ਮੰਦਰ ਬਣਾਇਆ, ਲੋਕੀ ਕਹਿਣਗੇ ਯਾਰ ਸਰਦਾਰ ਕੀਰਨਲ ਦਾ ਸੀਗਾ, ਉਹਦਾ ਇਹ ਨਾਮ ਸੀਗਾ, ਉਹਨੇ ਇਹ ਬਣਾਏ ਨੇ, ਉਹਨੇ ਆਰਕੀਟੈਕਟ ਸੀਗਾ। ਭਾਜੀ ਹੁਣ ਤੁਸੀਂ ਬੈਠੇ ਹੋ, ਮੈਂ ਟਾਈਮ ਬੜੀ ਫਾਸਟ ਜਾ ਰਿਹਾ, ਬਹੁਤ ਥੋੜ੍ਹਾ ਟਾਈਮ ਰਹਿ ਗਿਆ। ਮੈਂ ਚਾਹੁੰਦਾ ਤੁਸੀਂ ਕੈਮਰੇ ਵੱਲ ਦੇਖ ਕੇ ਤੁਸੀਂ ਆਪਣੇ ਬੱਚੇ ਜਿਹੜੇ ਘਰ ਬੈਠੇ ਹੋ ਉਹਨਾਂ ਨੂੰ ਦੱਸੋ ਕਿ ਇਟਸ ਨੋਟ ਬੈਡ ਆਫ ਰੋਜ਼ਸ ਬਟ ਵਾਂਸ ਤੁਸੀਂ ਹਾਰਡ ਵਰਕ ਕਰੋ, ਤੁਸੀਂ ਆਪਣੀ ਡੈਡੀਕੇਸ਼ਨ ਕਰੋ, ਉਹਦਾ ਫਰੂਟ ਨਿਕਲਦਾ ਜ਼ਰੂਰ ਨਿਕਲਦਾ। ਉਹਦੇ ਬਾਰੇ ਕੁਝ ਵਿਦਨ ਫਿਊ ਵਰਡਸ ਕੀ ਕਹੋਗੇ ਤੁਸੀਂ? ਹਾਂ ਨਹੀਂ, ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਜੇ ਤੁਹਾਨੂੰ ਬਿਲਡਿੰਗਸ ਤੇ ਆਰਕੀਟੈਕਚਰ 'ਚ ਸ਼ੌਂਕ ਹੈਗਾ, ਜਦੋਂ ਅਸੀਂ ਕਰਦੇ ਸੀ ਸਾਡੇ ਪਾਸ ਇੰਨੀਆਂ ਫੈਸਿਲਿਟੀਜ਼ ਨਹੀਂ ਹੁੰਦੀਆਂ ਸੀਗੀਆਂ ਪਰ ਅੱਜ ਕੱਲ੍ਹ ਤੁਹਾਡੇ ਪਾਸ ਬਹੁਤ ਸਾਰੀਆਂ ਸਹੂਲਤਾਂ ਹੈਗੀਆਂ ਨੇ। ਤੁਸੀਂ YouTube ਦੇ ਉੱਤੇ ਤੁਸੀਂ ਵੀਡੀਓਜ਼ ਵਗੈਰਾ ਦੇਖ ਸਕਦੇ ਹੋ, ਤੁਸੀਂ ਟੈਲੀਵਿਜ਼ਨ ਦੇ ਚੈਨਲ ਤੁਸੀਂ ਸਵਿਚ ਔਨ ਕਰੋ, ਗ੍ਰੈਂਡ ਡਿਜ਼ਾਈਨਸ ਵਰਗੇ ਪ੍ਰੋਜੈਕਟਸ ਤੁਸੀਂ ਦੇਖ ਸਕਦੇ ਹੋ। ਥੋੜ੍ਹੀ ਜਿਹੀ ਨਾ ਤੁਸੀਂ ਇਸ ਤਰੀਕੇ ਨਾਲ ਤੁਸੀਂ ਆਪਣੀ ਬੈਕਗਰਾਊਂਡ ਨੌਲੇਜ ਵਗੈਰਾ ਬਿਲਡ ਕਰੋ। ਅਤੇ ਜੇ ਆਰਕੀਟੈਕਚਰ 'ਚ ਸ਼ੌਂਕ ਹੈਗਾ, ਹੋ ਸਕੇ ਕਿਸੇ ਆਰਕੀਟੈਕਟ ਦੀ ਪ੍ਰੈਕਟਿਸ ਦੇ ਵਿੱਚ ਤੁਸੀਂ ਇੱਕ ਅੱਧਾ ਹਫ਼ਤਾ ਅਪ੍ਰੈਂਟਿਸਸ਼ਿਪ ਕਰਕੇ ਦੇਖੋ ਕਿ ਕਿਸ ਤਰ੍ਹਾਂ ਤੁਸੀਂ ਤੁਹਾਨੂੰ ਅੱਛਾ ਲੱਗਦਾ ਹੈ ਕਿ ਨਹੀਂ ਲੱਗਦਾ। ਅੱਜ ਕੱਲ੍ਹ ਸਾਰੇ ਕੰਮ ਜਿਹੜੇ ਹੁੰਦੇ ਨੇ ਉਹ ਅਸੀਂ ਕੰਪਿਊਟਰਾਂ 'ਤੇ ਕਰੀਦੇ ਨੇ। ਸੋ ਬੇਸਿਕ ਡਰਾਇੰਗਸ ਦੇ ਜਿਹੜੀਆਂ ਡਰਾਇੰਗ ਸਿਸਟਮ ਅਤੇ ਸੋਫਟਵੇਅਰਸ ਹੁੰਦੀਆਂ ਨੇ ਉਹ ਵੀ ਕਾਫੀ ਈਜ਼ੀਲੀ ਐਕਸੈਸੀਬਲ ਨੇ ਅਤੇ ਔਨ ਅ ਟਰਾਇਲ ਬੇਸਿਸ ਤੁਸੀਂ ਸਟੂਡੈਂਟਸ ਜੇ ਹੋ ਅਤੇ ਤੁਸੀਂ ਔਨ ਅ ਟਰਾਇਲ ਬੇਸਿਸ AutoCAD ਵਗੈਰਾ ਜਾਂ Revit ਵਗੈਰਾ ਇਸ ਤਰ੍ਹਾਂ ਦੇ ਤੁਸੀਂ ਸੋਫਟਵੇਅਰਸ ਤੁਸੀਂ ਯੂਜ਼ ਕਰਕੇ ਨਾ ਅਤੇ ਫੋਟੋਸ਼ਾਪ ਵਗੈਰਾ ਸੋਫਟਵੇਅਰ ਹੈਗੀ ਹੈ ਇੱਕ, ਅਤੇ ਇਸ ਤਰ੍ਹਾਂ ਦੀ ਨਾ ਜਿੰਨੀਆਂ ਵੀ ਸੋਫਟਵੇਅਰਸ ਹੈਗੀਆਂ ਤੁਸੀਂ ਉਹਨਾਂ ਨਾਲ ਟਰਾਇਲ ਬੇਸਿਸ 'ਤੇ ਨਾ ਤੁਸੀਂ ਦੇਖੋ ਕੀ ਕਰ ਸਕਦੇ ਹੋ। ਅਤੇ ਬਾਕੀ ਦੇ ਜਿਹੜੀਆਂ ਐਸਪੀਰੇਸ਼ਨਸ ਤੁਹਾਡੀਆਂ ਉਦੋਂ ਹੀ ਸੌਰਟ ਆਊਟ ਹੋਣਗੀਆਂ ਜਦੋਂ ਤੁਸੀਂ ਕਾਲਜ ਜਾਓਗੇ। ਉਸ ਤੋਂ ਬਾਅਦ ਕੋਰਸ ਦੇ ਡਿਟਰਮੀਨੇਸ਼ਨ ਦੇ ਨਾਲ ਤੁਸੀਂ ਆਪਣਾ ਕੋਰਸ ਖਤਮ ਕਰ ਲਓ ਅਤੇ ਫਿਰ ਉਸ ਤੋਂ ਬਾਅਦ ਜਿਹੜੀਆਂ ਤੁਹਾਡੀ ਵਰਕਿੰਗ ਲਾਈਫ ਦੇ ਵਿੱਚ ਤੁਹਾਡੀਆਂ ਜਿਹੜੀਆਂ ਆਪਸ਼ਨਸ ਹੋਣਗੀਆਂ ਉਹ ਮੈਂ ਸਮਝਦਾ ਅਨਲਿਮਿਟਿਡ ਹੈਗੀਆਂ ਕਿ ਹਰ ਇੱਕ ਪ੍ਰੋਫੈਸ਼ਨ 'ਚ ਨਾ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਤੁਸੀਂ ਕਿਹੜੀ ਚੀਜ਼ 'ਚ ਸਪੈਸ਼ਲਾਈਜ਼ ਕਰਨਾ। ਜੇ ਤੁਸੀਂ ਸਪੈਸ਼ਲਾਈਜ਼ ਇਸ ਚੀਜ਼ 'ਚ ਕਰਨਾ ਕਿ ਤੁਸੀਂ ਪੈਸੇ ਹੀ ਬਣਾਉਣੇ ਨੇ ਅਤੇ ਫਿਰ ਇਸ ਤਰ੍ਹਾਂ ਦੇ ਵੀ ਕਮਰਸ਼ੀਅਲ ਪ੍ਰੋਜੈਕਟਸ ਕਈ ਹੈਗੇ ਨੇ ਜਾਂ ਤੁਸੀਂ ਡਿਵੈਲਪਮੈਂਟ ਦੇ ਵਿੱਚ ਜਾ ਸਕਦੇ ਹੋ। ਜੇ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਸੋਸ਼ਲ ਹਾਊਸਿੰਗ ਦੇ ਵਿੱਚ ਜਾਣਾ ਹੈਗਾ ਤੁਸੀਂ ਉਸ ਦੇ ਵਿੱਚ ਸਪੈਸ਼ਲਾਈਜ਼ ਕਰ ਸਕਦੇ ਹੋ। ਜੇ ਤੁਸੀਂ ਚਾਹੁੰਦੇ ਹੋ ਕਿ ਕੋਈ ਬਹੁਤ ਟੈਕਨੀਕਲ ਤਰੀਕੇ ਨਾਲ ਤੁਸੀਂ ਬਿਲਡਿੰਗਾਂ ਬਣਾਉਣੀਆਂ, ਅੱਜ ਕੱਲ੍ਹ ਤੁਸੀਂ ਸੁਣਿਆ ਹੋਵੇਗਾ ਕਿ ਇਕੱਲੀਆਂ ਪ੍ਰੀ ਫੈਬਰਿਕੇਟਡ ਬਿਲਡਿੰਗਸ ਫੈਕਟਰੀਜ਼ ਦੇ ਵਿੱਚ ਨਹੀਂ ਇਕੱਲੀਆਂ ਬਣਦੀਆਂ ਪਰ ਹੁਣ ਇੱਕ ਨਵੀਂ ਚੀਜ਼ ਆ ਰਹੀ ਹੈ ਜਿਹਨੂੰ 3D ਪ੍ਰਿੰਟਿੰਗ ਕਹਿੰਦੇ ਨੇ। ਉਸ ਦੇ ਨਾਲ ਉਹ ਵੱਡੀਆਂ ਵੱਡੀਆਂ ਮਸ਼ੀਨਾਂ ਦੇ ਨਾਲ ਜਿਸ ਤਰ੍ਹਾਂ ਤੁਹਾਡਾ ਇੰਕਜੈਟ ਪ੍ਰਿੰਟਰ ਤੁਹਾਡੀ ਪ੍ਰਿੰਟਿੰਗ ਕਰਦਾ ਸੀਗਾ ਉਸ ਤਰ੍ਹਾਂ ਹੀ ਤੁਸੀਂ ਬਿਲਡਿੰਗਸ ਵੀ ਪ੍ਰਿੰਟ ਕਰਕੇ ਨਾ ਤੁਸੀਂ ਬਣਾ ਸਕਦੇ ਹੋ। ਸੋ ਓਪਰਚੁਨਿਟੀਜ਼ ਕਾਫੀ ਹੈਗੀਆਂ, ਕਾਫੀ ਐਕਸਾਈਟਿੰਗ ਨੇ ਅਤੇ ਤੁਸੀਂ ਥੋੜ੍ਹੀ ਇਹਨਾਂ ਦੀ ਜਾਣਕਾਰੀ ਲੈਣ ਦੀ ਹੋਰ ਕੋਸ਼ਿਸ਼ ਕਰੋ ਅਤੇ ਤੁਹਾਡੇ ਵਾਸਤੇ ਦ ਸਕਾਈ ਇਜ਼ ਦ ਲਿਮਿਟ। ਪਰ ਐਸਪੀਰੇਸ਼ਨ ਛੋਟੀ ਨਾ ਰੱਖੋ, ਥੋੜ੍ਹੀ ਵੱਡੀ ਰੱਖੋ ਅਤੇ ਐਂਡ ਦੈਨ ਆਈ ਥਿੰਕ ਬਹੁਤ ਅੱਛੀ, ਵੈਰੀ ਨਾਈਸ, ਬਹੁਤ ਅੱਛੀ ਐਡਵਾਈਸ ਦਿੱਤੀ ਹੈ ਨਰਿੰਦਰ ਜੀ। ਵੱਡੀ ਗੱਲ ਹੈਗੀ ਆ ਜਦੋਂ ਵੀ ਤੁਸੀਂ ਪਿਕਚਰ ਦੇਖਿਆ ਕਿ ਹੋਟਲ ਤੁਸੀਂ ਦੇਖੋਗੇ, ਗੁਰੂ ਘਰ ਦੇਖੋਗੇ, ਮੰਦਰ ਦੇਖੋਗੇ, ਦਿਸ ਇਜ਼ ਦ ਫੇਸ ਬਿਹਾਈਂਡ ਦੈਟ ਉਹ ਬਿਲਡਿੰਗ ਦੇ ਵਿੱਚ ਬਹੁਤ ਇੰਪੋਰਟੈਂਟ ਹੁੰਦਾ ਹੈ। ਸਪੈਸ਼ਲੀ ਆਪਣਾ ਕੋਈ ਸਿੱਖ ਕਮਿਊਨਿਟੀ ਤੋਂ ਬੰਦਾ ਹੈਗਾ ਉਹਨੇ ਬਿਲਡਿੰਗਾਂ ਡਿਜ਼ਾਈਨ ਕੀਤੇ ਆ, ਉਹਦਾ ਨਾਮ ਵੱਜਿਆ ਉਹਦੇ ਉੱਪਰ। ਇਹ ਬੜਾ ਘੱਟ ਹੁੰਦਾ ਕਿ ਉਹ ਬੰਦਾ ਦਿਖਾਈ ਦੇਵੇ ਜਾਂ ਪਤਾ ਲੱਗੇ। ਅਕਾਲ ਚੈਨਲ ਦੇ ਥਰੂ ਅਸੀਂ ਕੋਸ਼ਿਸ਼ ਕੀਤੀ ਤੁਹਾਨੂੰ ਦਿਖਾਉਣ ਨੂੰ ਕਿ ਇੱਕ ਇਨਸਾਨ ਇਹ ਹੈਗਾ ਜਿਹਨੇ ਇਹ ਤਰੱਕੀ ਕੀਤੀ, ਇਹ ਬਿਲਡਿੰਗਾਂ ਉਹਨਾਂ ਨੇ ਬਣਾਈਆਂ।
ਨਰਿੰਦਰ ਜੀ ਬਹੁਤ ਬਹੁਤ ਅੱਛਾ ਲੱਗਿਆ, ਬਹੁਤ ਨਾਈਸ ਟਾਈਮ, ਬੜੀ ਫਾਸਟ ਜਾ ਰਿਹਾ ਕੁਝ। ਹਾਂਜੀ ਮੈਂ ਇੱਕ ਚੀਜ਼ ਕਹਿਣੀ ਚਾਹਾਂਗਾ ਕਿ ਤੁਸੀਂ ਮੈਨੂੰ ਕਾਫੀ ਸਾਰਾ ਕ੍ਰੈਡਿਟ ਦਿੱਤਾ, ਪਰ ਇਹ ਖਾਸ ਕਰਕੇ ਜਿਹੜਾ ਬਾਕੀ ਦਾ ਗੁਰਦੁਆਰਾ ਹੈ, ਇਸ ਦੀ ਸਕਸੈਸ ਇਕੱਲੇ ਮੇਰੇ ਕਰਕੇ ਨਹੀਂ ਹੋਈ। ਇਹ ਕੁਝ ਯੂਨੀਕ ਸਰਕਮਸਟੈਂਸਿਸ ਇਸ ਤਰ੍ਹਾਂ ਸੀਗੇ ਕਿ ਜਿਹੜੇ ਦੋਨੋਂ ਜਿਹੜੀਆਂ ਬਾਕੀ ਦੀਆਂ ਕਮੇਟੀਜ਼ ਨੇ, ਉਹਨਾਂ ਨੇ ਸਹਿਯੋਗ ਇਸ ਕੰਮ ਦਾ ਦਿੱਤਾ, ਔਰ ਉਹਨਾਂ 'ਚ ਇੰਨੀ ਫੋਰਸਾਈਟ ਸੀਗੀ ਕਿ ਜਦੋਂ ਅਸੀਂ ਉਹਨਾਂ ਨੂੰ ਸੁਜੈਸਟ ਕੀਤਾ ਕਿ ਤੁਸੀਂ ਇੱਕ ਬਿਲਡਿੰਗ ਸਬ ਕਮੇਟੀ ਅਪਾਇੰਟ ਕਰ ਲਓ, ਉਹਨਾਂ ਨੇ ਉਹ ਬਿਲਡਿੰਗ ਸਬ ਕਮੇਟੀ ਦੇ ਬੰਦੇ ਨਾ ਲਿਆਂਦੇ, ਅਤੇ ਉਹਨਾਂ ਦੀ ਸਲਾਹ ਦੇ ਨਾਲ ਤੇ ਉਹਨਾਂ ਦੀ ਕੋਆਪਰੇਸ਼ਨ ਦੇ ਨਾਲ ਨਾ ਇਹ ਸਾਰੀਆਂ ਚੀਜ਼ਾਂ ਡਿਵੈਲਪ ਹੋਈਆਂ। ਕਿਉਂਕਿ ਆਰਕੀਟੈਕਟ ਇਕੱਲਾ ਨਹੀਂ ਕੁਝ ਕਰ ਸਕਦਾ। ਤੁਹਾਨੂੰ ਪਤਾ ਹੋਵੇਗਾ ਕਿ ਆਪਣੀ ਕੌਮ 'ਚ ਜਿੰਨੇ ਵੀ ਇਸ ਤਰ੍ਹਾਂ ਦੇ ਪ੍ਰੋਜੈਕਟ ਆਉਂਦੇ ਨੇ ਯੂਜੂਅਲੀ ਅੰਡਰ ਫੰਡਡ ਹੁੰਦੇ ਨੇ, ਅਤੇ ਉਹ ਕਹਿਣਗੇ ਕਿ ਤੁਸੀਂ ਡੋਂਟ ਵਰੀ ਅਬਾਊਟ ਅੰਦਰਲੀ ਡੈਕੋਰੇਸ਼ਨ ਬਾਰੇ ਨਾ ਫਿਕਰ ਕਰ, ਪਹਿਲਾਂ ਆਪਾਂ ਸ਼ੈਲ ਤੇ ਗੁਰਦੁਆਰੇ ਦੀ ਬਣਾ ਦਿੰਦੇ ਹਾਂ, ਅੰਦਰੋਂ ਕਿਸ ਤਰ੍ਹਾਂ ਫਿਨਿਸ਼ ਕਰਨਾ ਨਹੀਂ ਕਰਨਾ ਇਹ ਅਸੀਂ ਮਗਰੋਂ ਦੇਖ ਲਾਂਗੇ। ਪਰ ਕਿਉਂਕਿ ਇਹਨਾਂ ਕੋਲ ਇਹ ਸਬ ਕਮੇਟੀ ਸੀਗੀ ਨਾ, ਉਹਨਾਂ ਨੇ ਪੂਰਾ ਸਹਿਯੋਗ ਦਿੱਤਾ। ਜਿੱਥੇ ਮਟੀਰੀਅਲਸ ਦੀ ਜ਼ਰੂਰਤ ਸੀਗੀ, ਜਿੱਥੇ ਨੋ ਹਾਊ ਦੀ ਜ਼ਰੂਰਤ ਸੀਗੀ, ਉਹਨਾਂ ਨੇ ਉਹ ਲਿਆਂਦੀ। ਫਿਰ ਇਸ ਤਰ੍ਹਾਂ ਲੱਗਦਾ ਕਿ ਸਾਰਾ ਟੀਮ ਵਰਕ ਦਾ ਕੰਮ ਹੈਗਾ। ਅਤੇ ਗੁਰਦੁਆਰੇ ਦੀ ਆਪਣੀ ਟੀਮ ਦੇ ਵਿੱਚ ਵੀ ਨਾ 1-2 ਵਿਅਕਤੀ ਸੀਗੇ। ਭਾਜੀ ਮਾਫੀ ਚਾਹਾਂਗਾ, ਤੁਹਾਡੇ ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਹਾਂਜੀ, ਟਾਈਮ ਬੜੀ ਰਿਸਪੈਕਟ ਕਰਨੀ ਪੈਂਦੀ ਹੈ। ਬਹੁਤ ਅੱਛਾ ਲੱਗਦਾ, ਕੋਸ਼ਿਸ਼ ਕਰਾਂਗੇ ਤੁਹਾਨੂੰ ਵਾਪਸ ਲੈ ਕੇ ਆਵਾਂਗੇ। ਪਲੀਜ਼ ਤੁਸੀਂ ਹਮੇਸ਼ਾ ਯਾਦ ਰੱਖੋ, ਕਾਲ ਚੈਨਲ ਨੂੰ ਸਪੋਰਟ ਕਰੋ। ਲੇਟ ਸ਼ੋ ਪਰ ਮੈਂ ਇੱਦਾਂ ਦੇ ਇੰਟੈਲੈਕਚੁਅਲ ਗੈਸਟ ਲੈ ਕੇ ਆਉਂਦਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਆਪਣੇ ਬੱਚੇ ਜਾਂ ਆਪਣੀ ਕੋਈ ਸਿੱਖ ਕਮਿਊਨਿਟੀ ਕੀ ਕੁਝ ਕਰਦੀ ਹੈ। ਅਸੀਂ ਆਖਰ ਦੇ ਵਿੱਚ ਤੁਹਾਡਾ ਸ਼ੁਕਰਾਨਾ ਕਰਦੇ ਹਾਂ ਭਾਜੀ, ਤੁਹਾਡੇ ਆਉਣ ਦਾ। ਆਪਾਂ ਫਤਿਹ ਬੁਲਾਈਏ ਹੁਣ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।